वाहिगुरु जी का खालसा वाहिगुरु जी की फतेह। गुरु प्यारी साध संगत जी, आप सब संगतां ने अज का जो हुक्मनामा सतगुरां ने सानू बख्शिया है उसकी संखेप रूप दे विच बापू अमरीक सिंह जी पासों आपां हुक्मनामे की व्याख्या सरवण की है। आओ संगत जी, मैं दोबारा फिर बेनती करदे हाँ कि जो छोटे छोटे बच्चे ना गुरदरबार दे विच उच्ची उच्ची खेड रहे हैं, थोड़े माँ बाप नूं बेनती है संगत जी गल्लां बातां नहीं करनियां। जिस जीवन का लाहा प्राप्त करना आए हाँ थोड़ा जिहा ख्याल रखो। सो हुण बेनती करदा, साडे पास बहुत ही सत्कारयोग ज्ञानी बलजिंदर सिंह जी दमदमी टकसाल वाले वो पहुँच चुके हैं। सो उन्होंने बेनती है कि वो स्टेज पर सज करके सो उन्हों टाइम 12:30 बजे तक आप जी नूं धन धन साहब श्री गुरु नानक देव जी महाराज ते जगत माता सुलखणी जिन्हां दे विआह पुरब नूं असीं सारियां संगतां बड़ियां शरधा पूर्वक मना रही हैं। सो धन गुरु नानक देव जी महाराज के विआह पुरब के इतिहास ਅਤੇ गुरबाणी ਦੀਆਂ विचारां आप जी ਨੂੰ ਸਰਵਣ ਕਰਾਉਣਗੇ जी। सो जिन्हां संगतां ने जल पानी छकिया है वो गुरु दरबार में सजण की कृपालता करन, जिन्हां ने नहीं छकिया वो जल्दी तो जल्दी छक करके गुरु दरबार में सजो, गुरबाणी का लाहा लैके अपने जीवन में सफलता प्राप्त करिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। जैसा सतगुर सुणींदा तैसो ही मैं डीठ। बिछड़िया मेले प्रभु हर दरगह का बसीठ। हर नामो मंत्र दृढ़ाएंदा कटे हौमै रोग। नानक सतगुर तिना मिलाया जिना तुरे पया संजोग। तैंडी बंदस मैं कोई न डिठा तू नानक मन भाणा। कोल कुमाई तिस मित्र विचोले जय मिलकंत पछाणा। जैसे सर सरता सकल मैं समुंदर वड्डो मेर मैं सुमेर वड्डो जगत बखान है। तरबर विख जैसे चंदन वृख वड्डो धात मैं कनम कनक कर ऊतम कर मान है। पंछियन में हंस मृग राजन में शार्दूल। रागन में श्री राग पारस पखान है। ज्ञानन में ज्ञान पर ध्यानन में ध्यान गुर। सकल धर्म मह गृहस्थ प्रधान है। ज्ञानन में ज्ञान पर ध्यानन में ध्यान गुर।
ਸਕਲ ਧਰਮ ਮਹ ਗ੍ਰਸਤ ਪ੍ਰਧਾਨ ਹੈ। ਪਤਿਤ ਪਾਵਨ ਭਗਤ ਵਸ਼ਲ ਕਰਣ ਨਿਧਾਨ ਅੰਤਰਜਾਮੀ ਸਤਿਗੁਰੂ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾਲਤਾ ਦਇਆ ਤਰਸ ਮਹਿਰਾਮਤ ਬਖਸ਼ਿਸ਼ ਹੋਈ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਨਹਾਨ ਵਡਿਆਈ ਉਸਤਤ ਕਰਦਿਆਂ ਕਿਰਪਾ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਚਨ ਫਰਮਾਏ ਹਨ। ਆਪਾਂ ਪੜ੍ਹਦੇ ਹਾਂ। ਸਤਿਗੁਰੂ ਦੇ ਪਾਵਨ ਬੋਲ ਹਨ ਕਿ ਜਿਸ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਸਾਰ ਤੇ ਆਉਣ ਦਾ ਕਾਰਨ ਸੰਬੰਧ ਕੇਵਲ ਤੇ ਕੇਵਲ ਸੰਸਾਰ ਦਾ ਭਲਾ ਕਰਨਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਤਨੀ ਵਡਿਆਈ ਉਸਤਤ ਕਿਰਪਾ ਕਰਕੇ ਕੀਤੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਰੂਪ ਹਨ। ਸਤਿਗੁਰੂ ਮਹਾਰਾਜ ਜੀ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਤੇ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਉਹਨਾਂ ਦੀ ਵਡਿਆਈ ਉਸਤਤ ਕਰਦਿਆਂ ਉਹਨਾਂ ਦੀ ਕਰਨੀ ਦਰਸਾਈ ਹੈ ਕਿ ਉਹਨਾਂ ਨੇ ਕਿਵੇਂ ਪ੍ਰਾਪਤੀ ਕੀਤੀ। ਫਿਰ ਸਤਿਗੁਰੂ ਜੀ ਨੇ ਅਨੇਕ ਭਗਤਾਂ ਦਾ ਪਰਮੇਸ਼ਰ ਦੇ ਪਿਆਰਿਆਂ ਦਾ ਜਿੱਥੇ ਜ਼ਿਕਰ ਕੀਤਾ ਉੱਥੇ ਸੰਸਾਰ ਤੇ ਪਾਪ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਕਿ ਪਾਪ ਕਰਨ ਵਾਲੇ ਕੁਝ ਲੋਕ ਸੀ। ਉਹਨਾਂ ਲੋਕਾਂ ਨੇ ਵੀ ਜਦੋਂ ਭਗਤੀ ਦਾ ਰੁਖ ਅਖਤਿਆਰ ਕੀਤਾ ਭਗਤੀ ਵਾਲੇ ਪਾਸੇ ਤੁਰੇ ਤਾਂ ਉਹ ਵੀ ਭਗਤ ਹੋ ਗਏ। ਫਿਰ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ। ਜੇ ਪਾਪੀਆਂ ਦੀ ਗੱਲ ਕਰੀਏ ਤਾਂ ਦੋ ਪਾਪੀ ਇੱਕ ਸਰੀਰ ਕਰਕੇ ਇਸਤਰੀ ਹੈ ਇੱਕ ਸਰੀਰ ਕਰਕੇ ਪੁਰਸ਼ ਹੈ ਜਿਸ ਨੂੰ ਮਹਾਰਾਜ ਜੀ ਨੇ ਆਖਿਆ ਗਨ ਕਾ ਉਦਰੀ ਹਰ ਕਹੈ ਤੋਤ। ਦੂਸਰਾ ਜ਼ਿਕਰ ਆਇਆ ਹੈ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਇਹਨਾਂ ਸਭ ਦਾ ਜ਼ਿਕਰ ਕੀਤਾ। ਉੱਥੇ ਬਾਲਮੀਕ ਜੀ ਦਾ ਵੀ ਜ਼ਿਕਰ ਕਰਦਿਆਂ ਕਿਰਪਾ ਕੀਤੀ ਕਿ ਬਾਲਮੀਕ ਉਦਰੇ ਖੰਮ ਪ੍ਰਹਾਰ। ਫਿਰ ਇਸ ਦੇ ਨਾਲ ਹੀ ਜਿਹੜੇ ਸ਼੍ਰੋਮਣੀ ਭਗਤ ਹੋਏ ਜਿਨ੍ਹਾਂ ਦਾ ਸੰਸਾਰ ਤੇ ਸਦਾ ਜਸ ਚਮਕਦਾ ਰਹੇਗਾ ਕਿੱਡੀ ਕੁ ਪਦਵੀ ਨੂੰ ਪ੍ਰਾਪਤ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਕਿਰਪਾ ਕੀਤੀ ਅਟਲ ਭਇਓ ਧਰੂ ਜਾ ਕੈ ਸਿਮਰਨ ਆਰ ਨਿਰਭੈ ਪਦ ਪਾਇਆ। ਅਟਲ ਪਦਵੀ ਨੂੰ ਪ੍ਰਾਪਤ ਹੋ ਗਏ। ਸਦਾ ਵਾਸਤੇ ਤਾਰਾ ਮੰਡਲ ਵਿੱਚ ਸਭ ਤੋਂ ਉੱਤਮ ਨਾਮ ਕਰਕੇ ਜਾਣੇ ਜਾਂਦੇ ਸਦਾ ਜਾਣੇ ਜਾਂਦੇ ਰਹਿਣਗੇ। ਸਾਰਾ ਤਾਰਾ ਮੰਡਲ ਉਹਨਾਂ ਦੇ ਇਰਦ ਗਿਰਦ ਘੁੰਮਦਾ। ਇਹ ਸਿਮਰਨ ਦੀ ਬਰਕਤ ਪ੍ਰਾਪਤੀ ਸੀ। ਰਤਾ ਕੂ ਤਵੱਜੋ ਧਿਆਨ ਦਿਓ ਕਿਰਪਾ ਕਰਕੇ ਆਪਾਂ ਥੋੜਾ ਇਕਾਗਰ ਹੋ ਜਾਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦਾ ਜੋੜ ਮੇਲਾ ਮਨਾ ਰਹੇ ਹਾਂ। ਇਹ ਜਾਣਨਾ ਅਤਿਅੰਤ ਜ਼ਰੂਰੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਕੌਣ ਹਨ। ਸਤਿਗੁਰੂ ਮਹਾਰਾਜ ਜੀ ਦਾ ਵਿਆਹ ਵੀ ਸੰਸਾਰੀ ਵਿਆਹ ਵਰਗਾ ਹੀ ਹੋਇਆ ਜਾਂ ਉਸ ਵਿਆਹ ਵਿੱਚ ਕੁਝ ਵੱਖਰਾ ਹੈ। ਜਾਂ ਇੱਕ ਗੱਲ ਦਾ ਹੋਰ ਧਿਆਨ ਬਹੁਤ
ਸੁਰਤ ਨੂੰ ਟਿਕਾ ਕੇ ਕਰਨ ਦਾ ਯਤਨ ਕਰਨਾ ਕਿ ਸੰਸਾਰੀ ਵਿਆਹ ਜੋ ਹੈ ਕਿ ਗੁਰਮਤਿ ਦਾ ਵਿਆਹ ਵੀ ਉਹੀ ਵਿਆਹ ਹੈ ਕਿ ਗੁਰਮਤਿ ਅਨੁਸਾਰ ਵਿਆਹ ਗ੍ਰਸਤ ਵੀ ਸੰਸਾਰ ਦੇ ਕਰਮ ਵਰਗਾ ਹੀ ਹੈ ਜਾਂ ਉਸ ਤੋਂ ਕੁਝ ਵੱਖਰਾ। ਇਸ ਕਰਕੇ ਪਹਿਲਾਂ ਧਿਆਨ ਵਿੱਚ ਇਹ ਲਿਆਉਣ ਦਾ ਜ਼ਰੂਰ ਯਤਨ ਕਰਨਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਤਾਂ ਸੰਸਾਰੀ ਹਨ ਤੇ ਨਾ ਹੀ ਆਮ ਅਵਤਾਰਾਂ ਵਰਗੇ ਅਵਤਾਰੀ ਪੁਰਸ਼ ਹਨ, ਨਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਨੂੰ ਥਾਂ ਜਗ੍ਹਾ ਦੇ ਦਿੱਤੀ ਜਾ ਸਕਦੀ ਹੈ। ਕਿਉਂਕਿ ਜਦੋਂ ਆਪਾਂ ਦੋ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਵਿੱਚੋਂ, ਉਹਨਾਂ ਦੋਵਾਂ ਸ਼ਬਦਾਂ ਵਿੱਚ ਮਹਾਰਾਜ ਜੀ ਨੇ ਕਿਰਪਾ ਕਰਕੇ ਦਰਸਾਇਆ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਣ ਹਨ। ਪਹਿਲਾਂ ਜੋ ਮੈਂ ਬੇਨਤੀ ਕਰ ਰਿਹਾ ਸੀ ਉਹ ਪੂਰੀ ਕਰ ਲਈਏ, ਫਿਰ ਅੱਗੇ ਚੱਲਦੇ ਹਾਂ, ਕੁਝ ਇਤਿਹਾਸ ਦੇ ਪੱਖ ਛੂਹਣ ਦਾ ਯਤਨ ਕਰਾਂਗੇ। ਪਰ ਤੁਸੀਂ ਕਿਰਪਾ ਕਰਨੀ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨੇੜੇ ਆਉਣ ਵਾਸਤੇ ਆਪਾਂ ਸਾਰਿਆਂ ਰਲ ਮਿਲ ਕੇ ਯਤਨ ਕਰਨਾ। ਭੂਮਿਕਾ ਰੂਪ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਸਾਡੇ ਹਿਰਦੇ ਵਿੱਚ ਆ ਜਾਏ, ਫਿਰ ਸਾਨੂੰ ਸਮਝ ਆ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਹਿਰਦੇ ਵਿੱਚ ਲਿਆਉਂਦੇ ਕਿਉਂ ਹਾਂ, ਗੁਰੂ ਨਾਨਕ ਸਾਹਿਬ ਜੀ ਕੀ ਹਨ। ਕਿਉਂਕਿ ਸ਼ਾਇਦ ਸਾਡੇ ਹਿੱਸੇ ਵਿੱਚ ਹੁਣ ਇਹ ਗੱਲ ਬਹੁਤੀ ਆਈ ਹੈ ਕਿ ਸੰਸਾਰ ਦੀ ਹਰ ਵਸਤੂ ਦਾ ਜ਼ਿਕਰ ਕਰਦਿਆਂ, ਹਰ ਗੱਲ ਦਾ ਜ਼ਿਕਰ ਕਰਦਿਆਂ ਗੁਰਮਤਿ ਨੂੰ ਨਾਲ ਧੂ ਲੈਂਦੇ ਆ। ਗੁਰਮਤਿ ਨੂੰ ਨਾਲ ਧੂ ਕੇ ਦੱਸਣਾ ਇਹ ਚਾਹੁੰਦੇ ਹੁੰਦੇ ਆ ਵੀ ਗੁਰਮਤਿ ਸ਼ਾਇਦ ਇਦਾਂ ਕਰਦੀ ਹੈ। ਨਹੀਂ, ਗੁਰਮਤਿ ਦਾ ਇੱਕ ਨਵੇਕਲਾ ਰਾਹ ਤੇ ਗਾਡੀ ਰਾਹ ਹੈ। ਜਿਸ ਰਾਹ ਤੇ ਤੁਰਨਾ ਸੌਖਾ ਤਾਂ ਬਹੁਤ ਹੈ, ਪਰ ਉਹਦੀ ਮੰਜ਼ਿਲ ਸਰ ਕਰ ਲੈਣੀ ਬਹੁਤ ਔਖੀ। ਧਿਆਨ ਕਰਿਓ ਰਤਾ ਕੋ ਦੋ ਗੱਲਾਂ, ਗੁਰਮਤਿ ਦਾ ਰਾਹ ਸੌਖਾ ਬਹੁਤ ਹੈ, ਪਰ ਉਸ ਮੰਜ਼ਿਲ ਨੂੰ ਸਰ ਕਰ ਲੈਣਾ ਉਸ ਤੋਂ ਵੀ ਜ਼ਿਆਦਾ ਔਖਾ। ਕਿਉਂਕਿ ਗੁਰਮਤਿ ਨੂੰ ਰਲ ਗੱਡ ਕਰਕੇ ਵੇਖਦੇ ਆਪਾਂ, ਤੇ ਜਦੋਂ ਰਲ ਗੱਡ ਕਰਕੇ ਆਪਣੀ ਮਰਜ਼ੀ ਨਾਲ ਗੁਰਮਤਿ ਨੂੰ ਚਲਾਉਣ ਦਾ ਯਤਨ ਕਰਦੇ ਹਾਂ, ਉਹ ਗੁਰਮਤਿ ਨਹੀਂ ਹੁੰਦੀ, ਸਾਡੀ ਮਨਮਤ ਹੁੰਦੀ ਹੈ। ਹੁਣ ਦੀ ਮਨਮਤ ਨੂੰ ਲੋਕ ਗੁਰਮਤਿ ਆਖਣ ਲੱਗ ਪਏ, ਪਰ ਇਹਦਾ ਹੈ ਨਹੀਂ। ਇਸ ਕਰਕੇ ਮੈਂ ਦੋ ਬੇਨਤੀਆਂ ਕਹਿ ਕੇ ਤੁਹਾਡਾ ਧਿਆਨ ਤੇ ਮੇਰਾ ਧਿਆਨ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਏ। ਜਿੰਨਾ ਕੁ ਚਿਰ ਆਪਾਂ ਬਹਿਣਾ ਉਹਦੇ ਵਿੱਚ ਆਪਾਂ ਹਿਲਜੁਲ ਜੇ ਮੁਕਾ ਲਈਏ, ਭਾਵ ਕਿ ਆਪਣੀ ਗੱਲਬਾਤ ਖਤਮ ਕਰ ਲਈਏ। ਤੁਸੀਂ ਪਿਆਰ ਨਾਲ ਬੈਠੋ ਆ, ਥੋੜਾ ਕੁ ਬੱਚਿਆਂ ਦੀ ਭੈਣਾਂ ਦੀ ਆਵਾਜ਼ ਆਉਂਦੀ ਆ, ਇੰਨੀ ਆਵਾਜ਼ ਵੀ ਜਿਹੜੀ ਆਪਾਂ ਨੂੰ ਖਰਾਬ ਕਰਦੀ, ਡਿਸਟਰਬ ਕਰਦੀ। ਬਹੁਤ ਜ਼ੋਰ ਦੇ ਕੇ ਮੈਂ ਬੇਨਤੀ ਕਰਦਾ ਹੁੰਦਾ, ਕੋਈ ਸਰੀਰ ਭਾਵੇਂ 2 ਮਿੰਟ ਬੈਠੇ, ਪਰ ਬੈਠੇ ਧਿਆਨ ਟਿਕਾ ਕੇ, ਕੁਝ ਨਾ ਸੁਣੇ, ਉਹਦਾ ਆਪਣਾ ਮਨ ਹੈ। ਸੁਣਨ ਵਾਸਤੇ ਦੋ ਕੁ ਬੇਨਤੀਆਂ ਕਰਦੇ ਆ, ਮੈਂ ਲੰਬਾ ਕਰ ਲਿਆ ਥੋੜਾ। ਸੁਣਨ ਵਾਸਤੇ ਜਿਹੜਾ ਕਰਮ ਹੈ ਉਹ ਬਹੁਤ ਵੱਡਾ ਉੱਚਾ ਹੈ। ਤੁਸੀਂ ਹੁਣ ਆਨੰਦ ਸਾਹਿਬ ਦਾ ਪਾਠ ਕੀਤਾ, ਆਪਾਂ ਨੂੰ ਸ਼ਬਦ ਦੀ ਵਿਚਾਰ ਗੁਰੂ ਪਿਆਰੇ ਸੁਣਾ ਰਹੇ ਸੀ, ਬਹੁਤ ਸੁੰਦਰ। ਸੁਣਨ ਵਾਸਤੇ ਕਿਸੇ ਤੇ ਪਾਬੰਦੀ ਨਹੀਂ, ਬੋਲਣ ਵਾਲੇ ਤੇ ਪਾਬੰਦੀ ਹੈ। ਤੁਸੀਂ ਮੈਨੂੰ 1 ਘੰਟੇ ਦਾ ਸਮਾਂ ਦੱਸਿਆ, 12:30 ਤੱਕ ਮੈਨੂੰ ਬੋਲਣਾ ਹੀ ਪੈਣਾ ਟਾਈਮ ਪੂਰਾ ਕਰਨ ਲਈ, ਮੈਂ ਉੱਠ ਕੇ ਨਹੀਂ ਜਾ ਸਕਦਾ। ਪਰ ਤੁਹਾਨੂੰ ਇਹ ਖੁੱਲ੍ਹ ਹੈ, ਤੁਹਾਡਾ ਚਿੱਤ ਕਰਦਾ ਤੇ ਬੈਠੋ, ਨਹੀਂ ਤੇ ਭਾਵੇਂ ਹੁਣੇ ਹੀ ਜਾਓ। ਫਿਰ ਸੁਣਨ ਵਾਲੇ ਤੇ ਮਨਸਰ ਕਰਦਾ, ਮੈਂ ਸੁਣਨ ਆਇਆ, ਪ੍ਰਾਪਤੀ ਕੀ ਕਰਨੀ ਹੈ। ਕਿਉਂਕਿ ਸੁਣਨ ਵਾਲੇ ਨੂੰ ਰੁਤਬਾ ਵੱਡਾ ਮਿਲਿਆ, ਸੁਣ ਤੇ ਪੁਨੀਤ। ਕਰਨ ਵਾਲੇ ਨੂੰ ਥੱਲੇ ਰੱਖਿਆ ਮਹਾਰਾਜ ਜੀ ਨੇ। ਕਰਨ ਵਾਲੇ ਵਾਸਤੇ ਪਾਬੰਦੀ ਹੈ, ਮਜਬੂਰੀ ਬਸ ਬੋਲਣਾ ਹੀ ਪੈਣਾ। ਉਹਨੂੰ ਬੰਨ੍ਹ ਕੇ ਬਿਠਾ ਲਿਆ ਹੋਇਆ, ਜਾ ਨਹੀਂ ਸਕਦਾ। ਤੁਹਾਡੇ ਕੋਲ ਖੁਸ਼ੀ ਹੈ, ਖੁਸ਼ੀ ਜੇ ਤਾਂ ਖੁਸ਼ੀ ਨਾਲ ਬੈਠ ਕੇ ਸੁਣੋ ਤੇ ਸਾਰੇ ਪੁਨੀਤ ਹੋ ਜਾਓਗੇ।
ਤੇ ਜੇ ਸੁਣੋ ਨਾ, ਧਿਆਨ ਨਾ ਟਿਕਾਓ, ਮਜਬੂਰੀ ਬਸ ਬਹਿਣ ਦਾ ਇੱਥੇ ਫਾਇਦਾ ਨਹੀਂ। ਜੇ ਆਪਣੀਆਂ ਗੱਲਾਂ ਕਰਨੀਆਂ ਤਾਂ ਉਹ ਮਜਬੂਰੀ ਹੈ ਵੀ ਟਾਈਮ ਪਾਸ ਕਰਨਾ ਜੀ, ਪ੍ਰਸ਼ਾਦਾ ਸ਼ੁਰੂ ਹੁੰਦਾ ਉਦੋਂ ਤੱਕ ਬੈਠੋ, ਉਹ ਤੋਂ ਬਾਅਦ ਚ ਉੱਠੋ ਤੇ ਚਲੀਏ। ਇਦਾਂ ਨਹੀਂ, ਇਦਾਂ ਸੁਣਨ ਵਾਲੇ ਦੇ ਪੱਲੇ ਕੁਝ ਨਹੀਂ ਪੈਣਾ। ਜਿੰਨਾ ਚਿਰ ਬੈਠ ਗਏ ਆ ਕਿ ਨਾ ਦੂਜੇ ਦਾ ਧਿਆਨ ਖੰਡਨ ਕਰੋ, ਨਾ ਆਪਣਾ ਕਰੋ, ਨਾ ਬੋਲਣ ਵਾਲੇ ਦਾ ਕਰੋ, ਤਾਂ ਪੁਨੀਤ ਹੋਵੋਗੇ, ਤਾਂ ਸੁਣ ਤੇ ਪੁਨੀਤ। ਤੇ ਜੇ ਇੱਕ ਦੂਜੇ ਵੱਲ ਨੂੰ ਮੋਢਾ ਹੀ ਮਾਰੀ ਗਏ, ਇੱਕ ਦੂਜੇ ਵੱਲ ਨੂੰ ਵੇਖੀ ਗਏ ਵੀ ਉਹ ਉੱਠਦਾ ਤੇ ਮੈਂ ਵੀ ਉੱਠਾਂ, ਫਿਰ ਇਹਦਾ ਸੁਣਨ ਨਹੀਂ ਆਏ ਹਾਲੇ। ਫਿਰ ਪੁਨੀਤ ਹੋਣ ਦਾ ਮਨ 'ਚ ਖਿਆਲ ਨਾ ਕਰਿਓ ਵੀ ਆ ਕੇ ਬਹਿ ਕੇ ਸੁਣ ਕੇ ਸੁਣਿਆ ਕੁਝ ਵੀ ਨਹੀਂ ਤੇ ਪੁਨੀਤ ਦਾ ਪਦ ਪ੍ਰਾਪਤ ਹੋ ਜੂ, ਪੁਨੀਤ ਦੀ ਪਦਵੀ ਪ੍ਰਾਪਤ ਹੋ ਜੂ। ਨਹੀਂ ਔਖਾ। ਮੈਂ ਜੋ ਕਹਿ ਰਿਹਾ ਸੀ, ਮਹਾਰਾਜ ਜੀ ਕਿਰਪਾ ਕਰ ਦੇਣ ਕਿ ਆਪਾਂ ਨੂੰ ਇਹ ਸਮਝ ਆਵੇ ਗੁਰੂ ਨਾਨਕ ਸਾਹਿਬ ਕੌਣ ਹਨ। ਗੁਰੂ ਨਾਨਕ ਸਾਹਿਬ ਦਾ ਵਿਆਹ ਆਮ ਵਿਆਹ ਹੈ? ਨਹੀਂ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬੋਲ ਹੈ, ਅੱਗੇ ਕਰਕੇ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਨ ਵਾਸਤੇ ਤਿੰਨ ਭਗਤਾਂ ਦਾ ਜ਼ਿਕਰ ਕਰਕੇ ਫਿਰ ਫਤਿਹ ਬੁਲਾਉਣੇ, ਕਿ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਸਾਡੇ ਅੰਦਰ ਆ ਜਾਵੇ ਵੀ ਗੁਰੂ ਨਾਨਕ ਸਾਹਿਬ ਹੈ ਕੌਣ। ਕਿਉਂਕਿ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਤਾਂ ਗੱਲ ਮੁਕਾ ਦਿੱਤੀ ਹੈ। ਉਹ ਕਹਿੰਦੇ ਕਿ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਸਰੂਪ ਹਨ, ਪਰਮੇਸ਼ਰ ਹਨ। ਫਿਰ ਪਰਮੇਸ਼ਰ ਦਾ ਵਿਆਹ ਹੈ, ਉਹਨੂੰ ਜ਼ਿਕਰ ਕਰਦੇ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ। ਕੌਣ ਹੈ ਜੀ ਉਹ? ਪੁਰਖ ਏਕ ਭਗਵਾਨਾ। ਭਗਤ ਕਬੀਰ ਸਾਹਿਬ ਜੀ ਉਵੇਂ ਆਪਣੇ ਸੁਰਤ ਦੀ ਗੱਲ ਕਰਦੇ ਆ, ਪਰ ਜਦੋਂ ਸੰਸਾਰ ਵੱਲ ਵੇਖਾਂਗੇ ਤੇ ਸੰਸਾਰ ਤੇ ਮਹਾਰਾਜ ਜੀ ਨੇ ਗ੍ਰਸਤ ਧਰਮ ਤੋਰਿਆ। ਉਹ ਗ੍ਰਸਤ ਮਹਾਰਾਜ ਜੀ ਗ੍ਰਸਤ ਵਿੱਚ ਰਹਿ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਗ੍ਰਸਤ ਹੁੰਦਾ ਕੀ ਹੈ। ਤਾਂ ਸਤਿਗੁਰੂ ਕਿਰਪਾ ਕਰਦੇ ਆ, ਧੰਨ ਗੁਰੂ ਅਰਜਨ ਸਾਹਿਬ ਜੀ, ਜਿੱਥੇ ਮੈਂ ਫੇਰ ਦੁਹਰਾ ਦਿਆਂ, ਜਿੱਥੇ ਪਾਪੀਆਂ ਦਾ ਜ਼ਿਕਰ ਕਰਦੇ ਆ, ਸਰੀਰ ਪੁਰਸ਼ ਦਾ ਵੀ ਪਾਪੀ ਹੈ ਤੇ ਇਸਤਰੀ ਦਾ ਵੀ ਪਾਪੀ, ਦੋਵਾਂ ਦਾ ਜ਼ਿਕਰ ਹੈ। ਉੱਥੇ ਜਿਹੜੇ ਉੱਚ ਕੋਟੀ ਦੇ ਹੋਏ ਸੰਸਾਰ ਤੇ ਆ ਕੇ ਉਹਨਾਂ ਦਾ ਜ਼ਿਕਰ ਕਰਦੇ ਆ। ਕਬੀਰ ਧਿਆਇਓ ਏਕ ਰੰਗ, ਨਾਮ ਦਿਓ ਹਰਿ ਜੀ ਵਸੈ ਸੰਗ। ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਉਸ ਗੋਬਿੰਦ ਰੂਪ ਦਾ ਜ਼ਿਕਰ ਕਰਨਾ ਆਪਾਂ। ਤੇ ਜੇ ਆਪਣੇ ਧਿਆਨ 'ਚ ਇਹ ਗੱਲ ਆ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦਾ ਸਰੂਪ ਹਨ, ਉਹਨਾਂ ਦੇ ਵਿਆਹ ਬਾਬਤ ਬਾਤ ਪਾਉਣੀ ਆ। ਸਾਡੇ ਵਰਗਾ ਵਿਆਹ ਨਹੀਂ, ਆਪਾਂ ਤੇ ਵਿਆਹ ਹੋ ਜਾਏ ਚੰਗੇ ਭਲੇ, ਕਿਸੇ ਗਿਆਨੀ ਦੇ ਘਰ ਵੀ ਵਿਆਹ ਹੋਵੇ ਨਾ ਹੁਣ, ਉਦੋਂ ਗੁਰਮਤ ਸਾਰੀ ਭੁੱਲ ਜਾਂਦੀ, ਉਦੋਂ ਕੱਖ ਨਹੀਂ ਹੋ ਰਹਿੰਦਾ। ਹੁਣ ਇਹ ਹਾਲਾਤ ਆ, ਗਿਆਨੀ ਦੇ ਘਰ 'ਚ ਵੀ ਡੀਜੇ ਵੱਜਦਾ ਹੁਣ। ਇਹਦਾ ਅਰਥ ਹੈ ਵੀ ਸੰਸਾਰੀ ਆ, ਕੇਵਲ ਗੁਰਮਤ ਵਾਲੇ ਨਹੀਂ ਰਹੇ। ਤੇ ਗੁਰਮਤ ਨੂੰ ਨਾਲ ਘੜੀਸੀ ਜਾਂਦੇ ਆ ਵੀ ਵਿਆਹ ਆਇਆ ਤੇ ਲੋਕਾਂ ਨੂੰ ਵਿਖਾਉਣ ਵਾਸਤੇ ਅਖੰਡ ਪਾਠ ਸਾਹਿਬ ਕਰੋ। ਨਹੀਂ, ਟਾਈਮ ਹੈਗਾ ਤੇ ਸੁਖਨੀ ਸਾਹਿਬ ਕਰਕੇ ਸਾਰ ਲਓ। ਹੁਣ ਇੱਥੇ ਵਿਆਹ ਆ ਗਿਆ, ਪਰ ਸਿੱਖਾਂ ਦਾ ਵਿਆਹ ਇਵੇਂ ਦਾ ਨਹੀਂ ਸੀ। ਆਓ ਮਹਾਰਾਜ ਜੀ ਦੇ ਚਰਨਾਂ ਨਾਲ ਧਿਆਨ ਜੋੜਦੇ ਹਾਂ ਕਿ ਜਿਸ ਸਤਿਗੁਰੂ ਨੂੰ ਚੇਤੇ ਕਰਨ ਲੱਗੇ, ਉਹ ਸਤਿਗੁਰੂ ਪਰਮੇਸ਼ਰ ਦਾ ਸਰੂਪ ਹਨ, ਉਹ ਸਤਿਗੁਰੂ ਨਿਰੰਕਾਰ ਹਨ। ਉਹ ਨਿਰੰਕਾਰੀ ਜੋਤ ਸੰਸਾਰ ਤੇ ਆਈ ਹੈ। ਉਸ ਦਾ ਕੀ ਕਰਮ ਤੇ ਕਿਵੇਂ ਦੀ ਦੇਣ ਹੈ, ਕੀ ਕੁਝ ਕੀਤਾ, ਕੀ ਕੁਝ ਬੰਧਨ ਤੋੜੇ ਹੈ, ਕੀ ਕੁਝ ਕਰਕੇ ਸੰਸਾਰ ਦੇ ਉੱਤੇ ਨਵਾਂ ਨਰੂਆ ਸੱਚ ਸਿਰਜਿਆ। ਉਸ ਸੱਚ ਨੂੰ ਸਿਰਜਣ ਵਾਸਤੇ ਜਿੱਥੇ ਗ੍ਰਸਤ ਦੀ ਏਡੀ ਵੱਡੀ ਭਾਵ ਕੇ ਲੀਕ ਖਿੱਚੀ ਹੈ, ਉੱਥੇ ਸੰਸਾਰ ਦੇ ਹਜ਼ਾਰਾਂ ਬੰਧਨ ਤੋੜੇ ਹੈ। ਉਸ ਸਤਿਗੁਰੂ ਦਾ ਵਿਆਹ ਪੁਰਬ ਮਨਾ ਰਹੇ। ਤੁਸੀਂ ਸਾਰੇ ਰਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਕੱਤਰ ਹੋਏ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਸੰਪੂਰਨ ਭੋਗ ਪਏ। ਭੋਗ ਤੋਂ ਉਪਰੰਤ ਸ੍ਰੀ ਮੁਖਵਾਕ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ, ਜਿਨ੍ਹਾਂ ਦੀ ਵਿਚਾਰ ਗੁਰੂ ਪਿਆਰੇ ਸਤਿਕਾਰਯੋਗ ਗਿਆਨੀ ਭਾਈ ਅਮਰੀਕ ਸਿੰਘ ਜੀ, ਉਹਨਾਂ ਨੇ ਆਪਾਂ ਨੂੰ ਸੁਣਾ ਕਰਕੇ ਨਿਹਾਲ ਕੀਤਾ। ਆਪਾਂ ਯਤਨ ਕੀਤਾ ਉਹਨਾਂ ਨੂੰ ਸੁਣਨ ਵਾਸਤੇ ਬੈਠ ਕਰਕੇ ਮਹਾਰਾਜ ਜੀ ਦੇ ਪਾਵਨ ਬੋਲ, ਉਹ ਬੋਲ ਆਪਾਂ ਸਰਵਣ ਕਰ ਰਹੇ ਸੀ। ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਉਸ ਦੇ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਆਓ ਗੁਰੂ ਕੇ ਚਰਨਾਂ ਨਾਲ ਧਿਆਨ ਜੋੜਦਿਆਂ ਹੋਇਆਂ, ਆਪਣੀ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਟਿਕਾਉਂਦਿਆਂ ਹੋਇਆਂ
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਿਆਂ ਹੋਇਆਂ ਧਿਆਨ 'ਚ ਇਹ ਗੱਲ ਲਿਆ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ ਪਰਮੇਸ਼ਰ ਦਾ ਸਰੂਪ ਹਨ। ਕਿਵੇਂ ਦੇ ਸਰੂਪ ਹਨ? ਤਾਂ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ। ਉਹ ਕਹਿੰਦੇ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਕਿਵੇਂ ਹੋਇਆ ਜੀ? ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਹਨੇਰਾ ਦੂਰ ਹੋ ਗਿਆ, ਪਰ ਆਪਾਂ ਆਪਣੇ ਅੰਦਰ ਰਤਾ ਕੋ ਧਿਆਨ ਲਿਆਉਂਦਿਆਂ ਯਤਨ ਕਰਨਾ ਵੀ ਆਪਣਾ ਵੀ ਹੋਇਆ ਕਿ ਨਹੀਂ, ਆਪਣਾ ਵੀ ਹਨੇਰਾ ਦੂਰ ਹੋਇਆ ਕਿ ਨਹੀਂ, ਕਿ ਆਪਾਂ ਵੀ ਉਸੇ ਹਨੇਰੇ 'ਚ ਹਾਲੇ। ਤਾਂ ਮੈਂ ਇਹ ਮੁਆਫੀ ਮੰਗਦਾ ਬੇਨਤੀ ਕਰਦਾ ਕਿ ਆਪਣਾ ਸਮਾਜ 99% ਹਨੇਰੇ ਵਿੱਚ ਹੈ। ਹੁਣ ਆਪਣਾ ਸਮਾਜ 99% ਹਨੇਰੇ ਵਿੱਚ। ਇੱਕ ਅੱਧਾ ਕੋਈ ਹਰਿਆ ਬੂਟ ਰਹੇ ਉਰੀ ਵਾਲਾ ਗੱਲ ਲੱਭਦੀ ਹੈ, ਨਹੀਂ ਤਾਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੇ ਚੱਲਣ ਵਾਸਤੇ ਤਿਆਰ ਨਹੀਂ, ਸਿਰਫ ਅਖਵਾਉਣ ਵਾਸਤੇ ਤਿਆਰ ਹੈ। ਸਿੱਖ ਗੁਰੂ ਸਾਹਿਬ ਜੀ ਦੇ ਕੰਮ ਕੋਈ ਸਿੱਖਾਂ ਵਾਲਾ ਨਹੀਂ। ਆਓ ਯਤਨ ਕਰਾਂਗੇ ਇਸ ਗੱਲ ਵਿੱਚ ਲੱਭਣ ਦਾ ਕਿ ਗੁਰਮਤਿ ਕੀ ਕਹਿੰਦੀ ਹੈ, ਗੁਰੂ ਸਾਹਿਬ ਜੀ ਨੇ ਵਿਆਹ ਦਾ ਪਿਛੋਕੜ ਕੀ ਹੈ, ਮਹਾਰਾਜ ਜੀ ਦਾ ਆਨੰਦ ਕਾਰਜ ਕਿਵੇਂ ਹੋਇਆ, ਸਤਿਗੁਰੂ ਮਹਾਰਾਜ ਜੀ ਦੇ ਕੀ ਪੂਰਨੇ ਹਨ। ਗੁਰੂ ਸਾਹਿਬ ਦੇ ਚਰਨਾਂ ਨਾਲ ਧਿਆਨ ਟਿਕਾ ਕੇ ਬਹੁਤ ਅਦਬ ਪਿਆਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਦੇ ਹਾਂ। ਸਾਰੇ ਇੱਕੋ ਸੁਰ ਵਿੱਚ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਤ ਆਪਾਂ ਸਭ ਨੂੰ ਇਹ ਤਾਂ ਧਿਆਨ ਹੈ ਕਿ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਇੰ ਦੀ ਤਲਵੰਡੀ ਪਿਤਾ ਕਲਿਆਣ ਦਾਸ ਦੇ ਗ੍ਰਹਿ ਵਿਖੇ ਹੋਇਆ। ਮਹਾਰਾਜ ਜੀ ਦੇ ਪ੍ਰਕਾਸ਼ ਦੀਆਂ ਘਟਨਾਵਾਂ ਹੀ ਦੇਖੀਏ ਤਾਂ ਮਹਾਰਾਜ ਜੀ ਸੰਸਾਰ ਤੇ ਜਿਸ ਵੇਲੇ ਪ੍ਰਕਾਸ਼ ਹੋਏ ਹੈ ਉਸ ਵੇਲੇ ਵੀ ਨਵੇਕਲੀ ਗੱਲ ਹੈ। ਜਨਮ ਸਾਖੀ ਉਵੇਂ ਤਾਂ ਆਪਾਂ ਕੁਛ ਨਹੀਂ ਪੜ੍ਹਦੇ, ਇਹ ਧਿਆਨ 'ਚ ਕਰਨੀ ਗੱਲ। ਮੈਂ ਤੁਹਾਨੂੰ ਕੋਈ ਨੀਵਾਂ ਵਿਖਾਉਣ ਵਾਸਤੇ ਬੇਨਤੀ ਨਹੀਂ ਕਰਦਾ। ਜਿਸ ਕੌਮ ਨੇ ਆਪਣਾ ਫਲਸਫਾ ਛੱਡ ਦਿੱਤਾ ਹੋਵੇ, ਮੈਂ ਅਕਸਰ ਕਹਿੰਦਾ ਹੁੰਦਾ, ਜਿਸ ਕੌਮ ਨੂੰ ਆਪਣੀ ਬੋਲੀ, ਆਪਣਾ ਸੱਭਿਆਚਾਰ ਤੇ ਆਪਣੇ ਧਾਰਮਿਕ ਅਕੀਦੇ ਭੁੱਲ ਜਾਣ, ਉਹ ਕੌਮ ਨੂੰ ਕੋਈ ਨਹੀਂ ਮਾਰਦਾ ਹੁੰਦਾ। ਇਹ ਸਾਨੂੰ ਵਹਿਮ ਹੈ, ਸਾਨੂੰ ਕੋਈ ਮਾਰ ਦਊਗਾ। ਸਾਨੂੰ ਮੀਰ ਮੰਨੂ ਨਾ ਮੁਕਾ ਸਕਿਆ, ਜ਼ਕਰੀਆ ਖਾਨ ਨਾ ਮੁਕਾ ਸਕਿਆ, ਯਹੀਆ ਖਾਨ ਵਰਗੇ ਹੋ ਕੇ ਚਲੇ ਗਏ, ਅਬਦਾਲੀ ਨਾਦਰ ਵਰਗੇ ਹੋ ਕੇ ਚਲੇ ਗਏ, ਆ ਹੁਣ ਦੇ ਯੁੱਗ 'ਚ ਇੰਦਰਾ ਵਰਗੀ ਚਲੀ ਗਈ। ਆਪਾਂ ਨੂੰ ਕੋਈ ਨਹੀਂ ਮੁਕਾ ਸਕਦਾ। ਮੁਕਾ ਕੌਣ ਸਕਦਾ? ਜਿਹੜੀ ਕੌਮ ਆਪਣਾ ਇਤਿਹਾਸ, ਆਪਣੀ ਬੋਲੀ ਸਭ ਤੋਂ ਪਹਿਲਾਂ, ਆਪਣਾ ਸੱਭਿਆਚਾਰ ਤੇ ਧਰਮ ਦੀ ਮਰਿਆਦਾ ਭੁੱਲ ਜਾਏ, ਉਸ ਕੌਮ ਨੂੰ ਕੋਈ ਨਹੀਂ ਮਾਰਦਾ ਹੁੰਦਾ, ਆਪ ਮਰ ਜਾਂਦੀ ਹੁੰਦੀ ਹੈ। ਆਪਾਂ ਧਿਆਨ ਕਰਕੇ ਵੇਖਣਾ ਇਹ ਤਿੰਨੇ ਚੀਜ਼ਾਂ 'ਚੋਂ ਆਪਣੇ ਕੋਲ ਕੀ ਹੈ। ਜਿੰਨੇ ਆਪਾਂ ਸਰੀਰ ਬੈਠੇ ਹੁੰਦੇ ਸੰਗਤ ਵਿੱਚ, ਸਾਡੀ ਬਦਕਿਸਮਤੀ ਆ। ਧਿਆਨ ਨਾਲ ਸੁਣਿਓ, ਸਾਨੂੰ 35 ਦਾ ਧਿਆਨ ਨਹੀਂ ਰਿਹਾ। 35 ਦੇ ਅੱਖਰ ਕਿਸੇ ਨੂੰ ਪੁੱਛ ਲਓ ਕਿੰਨੇ ਕਿੰਨੇ ਆ ਜੀ, ਆ ਕਿੱਥੇ ਕਿੱਥੇ ਦੱਸੋ। ਤੇ ਜਪਜੀ ਸਾਹਿਬ 3 ਅੱਖਰਾਂ ਤੋਂ ਬਿਨਾਂ ਲਿਖਿਆ ਗਿਆ, ਕੇਵਲ 32 ਅੱਖਰਾਂ ਵਿੱਚ ਜਪਜੀ ਸਾਹਿਬ ਲਿਖਿਆ ਹੋਇਆ। 3 ਅੱਖਰ ਯੂਜ ਨਹੀਂ ਹੋਏ ਜਪਜੀ ਸਾਹਿਬ ਵਿੱਚ। ਪਰ ਆਪਾਂ ਨੂੰ ਉਹਨਾਂ 3 ਅੱਖਰਾਂ ਦੀ ਕੋਈ ਗਿਆਤ ਨਹੀਂ, ਨਾ ਬੋਲਣੇ ਆਉਂਦੇ ਨਾ ਸਮਝਣੇ ਆਉਂਦੇ ਆ। ਨੰਗਾ ਯਈਆਂ ਨਾਣਾ ਰਾੜਾ ਵਾਹਿਗੁਰੂ। ਇਹ ਸਾਡੀ ਬੋਲੀ ਭੁੱਲਣ ਦਾ ਕਾਰਨ ਹੈ। ਫਿਰ ਗੁਰਮਤਿ ਦੇ ਰਾਹ ਤੇ ਤੁਰ ਪੈਣਾ, ਚੱਲ ਪੈਣਾ ਬਹੁਤ ਔਖੀ ਮੰਜ਼ਿਲ ਅੱਗੇ। ਮੈਂ ਜਿੱਥੇ ਪਹਿਲਾਂ 2 ਗੱਲਾਂ ਕਹੀਆਂ ਕਿ ਰਾਹ ਬੜਾ ਸੌਖਾ, ਪਰ ਉਸ ਮੰਜ਼ਿਲ ਤੇ ਚੱਲਣਾ ਬਹੁਤ ਔਖਾ। ਦੁਖਾਂਤ ਹੈ ਸਾਡਾ ਕਿ ਇਸ ਸੌਖੇ ਕੰਮ ਨੂੰ ਛੱਡ ਕਰਕੇ ਭਟਕਦੇ ਫਿਰਦੇ, ਪਰ ਸਹੀ ਮਾਰਗ ਤੇ ਨਹੀਂ ਆ ਰਹੇ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਸਾਰ ਤੇ ਆਉਣਾ ਹੀ ਇੱਕ ਨਵੇਕਲੀ ਗੱਲ ਹੈ। ਭਾਈ ਵੀਰ ਸਿੰਘ ਜੀ ਨੂੰ ਪੜ੍ਹੋ। ਭਾਈ ਵੀਰ ਸਿੰਘ ਜੀ ਕਹਿੰਦੇ ਆ ਕਿ ਰਾਏ ਬੁਲਾਰ, ਪੰਡਿਤ ਹਰਦਿਆਲ, ਮਾਤਾ ਤ੍ਰਿਪਤਾ ਜੀ, ਇਸੇ ਪ੍ਰਕਾਰ ਪਿਤਾ ਕਲਿਆਣ ਦਾਸ ਜੀ, ਇਹਨਾਂ ਦੀ ਕੋਈ ਛੋਟੀ ਭਗਤੀ ਨਹੀਂ। ਪਿਤਾ ਕਲਿਆਣ ਦਾਸ ਦੀ ਭਗਤੀ ਤੋਂ ਪਰਮੇਸ਼ਰ ਨੇ ਖੁਸ਼ ਹੋ ਕਰਕੇ ਵਰ ਮੰਗਿਆ ਕਿ ਪਰਮੇਸ਼ਰ ਸਾਡੇ ਘਰ ਵਿੱਚ ਆਵਣ। ਤਾਂ ਅੱਗੇ ਉੱਤਰ ਮਿਲਿਆ ਕਿ ਤੁਹਾਡੀ ਜਿਹੜੀ ਭਗਤੀ ਪ੍ਰੇਮਾ ਭਗਤੀ ਨਹੀਂ, ਹਠ ਯੋਗ ਹੈ। ਪ੍ਰਾਪਤੀ ਤਾਂ ਹੋਵੇਗੀ, ਪਰ ਮਾਇਆ ਦਾ ਪਰਦਾ ਬਣਿਆ ਰਹੇਗਾ। ਪਿਤਾ ਕਲਿਆਣ ਦਾਸ ਜੀ ਦੇ ਉੱਤੇ ਮਾਇਆ ਦਾ ਪਰਦਾ ਬਣਿਆ ਰਿਹਾ। ਪੁੱਤਰ ਨੂੰ ਪੁੱਤਰ ਕਰਕੇ ਜਾਣਿਆ,
ਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਆ, ਉਹ ਕਹਿੰਦੇ ਪੁੱਤਰ ਨੂੰ ਪੁੱਤਰ ਕਰਕੇ ਜਾਣਦੇ ਰਹੇ। ਜੇ ਕਿਸੇ ਨੇ ਜਾਣਿਆ ਤੇ ਉਹ ਤਿੰਨਾਂ ਦਾ ਜ਼ਿਕਰ ਕਰਦੇ ਆ, ਤਿੰਨਾਂ ਦਾ, ਮਾਤਾ ਬੇਬੇ ਨਾਨਕੀ ਜੀ ਦਾ, ਰਾਏ ਬੁਲਾਰ ਦਾ ਤੇ ਭਾਈ ਮਰਦਾਨੇ ਦਾ। ਇਹਨਾਂ ਜਾਣਿਆ। ਆਪਾਂ ਵੀ ਇਦਾਂ ਹੀ ਜਾਣਦੇ। ਆਪਾਂ ਗੁਰੂ ਨਾਨਕ ਸਾਹਿਬ ਨੂੰ, ਸਾਨੂੰ ਆ ਕੇ ਕੋਈ ਆਖਦਾ ਅੱਜ ਸਾਇੰਸ ਨੂੰ ਪੂਜਣ ਵਾਲਾ, ਜਿਹੜੇ ਸਾਇੰਸ ਦੇ ਸਿੱਖ ਆ ਨਾ, ਦੋ ਗੱਲਾਂ ਆਖ ਦੇਣ ਆਪਾਂ ਸਾਰੇ ਉਧਰ ਨੂੰ ਤੁਰ ਪੈਂਦੇ। ਇੱਕ ਗੱਲ ਦਾ ਹੋਰ ਧਿਆਨ ਕਰਿਓ ਰਤਾਕੂ, ਕਈ ਚਿਰ ਮੈਂ ਇੱਥੇ ਸਰੀਰ ਐਸੇ ਵੇਖੇ ਆ, ਕਈ ਚਿਰ ਸ਼ਰਧਾ ਭਾਵਨਾ ਵਾਲੀ ਕਥਾ ਸੁਣਦੇ ਰਹੇ, ਬਾਣੀ ਵੀ ਬਹੁਤ ਪੜ੍ਹਦੇ ਰਹੇ, ਪਰ ਜਿੱਦਣ ਥੋੜੀ ਜੀ ਹਵਾ ਸਾਇੰਸ ਦੇ ਸਿੱਖਾਂ ਦੀ ਲੱਗੀ, ਉਦਣ ਹੀ ਬਦਲ ਗਿਆ। ਉਦਣ ਹੀ ਆਖਣ ਲੱਗ ਪਿਆ ਨਹੀਂ ਇਦਾਂ ਨਹੀਂ ਹੁੰਦੀ, ਇਦਾਂ ਥੋੜੀ ਹੋ ਸਕਦੀ ਆ, ਜਾਂ ਫਿਰ ਇਦਾਂ ਕਰਕੇ ਦਿਖਾਓ। ਇਦਾਂ ਕਹਿੰਦੇ ਆ ਕਿਉਂ ਇਦਾਂ? ਕਿਉਂਕਿ ਜਿਸ ਦੇ ਅੰਦਰ ਤਰਕ ਆ ਗਈ। ਇੱਕ ਧਿਆਨ ਕਰਿਓ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਲਿਖਿਆ, ਹਰ ਬੰਦਾ ਹੀ ਜਿਹੜਾ ਬੋਲਣ ਵਾਲਾ ਹੁਣ ਅੱਜ ਦੇ ਜ਼ਮਾਨੇ 'ਚ ਕਹਿੰਦਾ ਜੀ ਤਰਕ ਨਾਲ ਗੱਲ ਕੀਤੀ ਆ ਗੁਰੂ ਨਾਨਕ ਸਾਹਿਬ ਨੇ, ਤਰਕ ਨਾਲ। ਤੇ ਤਰਕ ਨਾਲ ਗੱਲ ਕਰਦੇ ਆ, ਆਪਾਂ ਵੀ ਤਰਕ ਨਾਲ ਕਰਦੇ ਨੇ, ਚੱਕ ਕੇ ਇੱਟ ਸਿਰ 'ਚ ਮਾਰਦੇ ਆ, ਰੋਕ ਕੇ ਵਿਖਾਓ। ਬਲੀ ਕੰਧਾਰੀ ਨੇ ਪੱਥਰ ਰੋੜਿਆ, ਮਹਾਰਾਜ ਜੀ ਨੇ ਰੋਕ ਕੇ ਵਿਖਾਇਆ, ਅੱਜ ਵੀ ਖੜੋਤਾ, ਪਾਣੀ ਚੱਲ ਰਿਹਾ। ਅਜੇ ਹੋਰ ਕਿਵੇਂ ਦੀ ਤਰਕ ਵੇਖਣੀ ਹੈ? ਨਾਨਕ ਝੀਰੇ ਜਾਓ, ਪਹਾੜੀ ਤੋਂ ਪਾਣੀ ਵਗਣ ਡਿਆ, ਸਾਰੇ ਸੰਸਾਰ ਤੇ ਰੌਲਾ ਪਿਆ ਹੋਇਆ। ਤੁਹਾਨੂੰ ਇੱਥੇ ਪਤਾ ਆ ਥੋੜਾ ਜਿਹਾ ਮੀਂਹ ਪਿਆ ਤੇ ਠੱਲ ਪਈ ਹੈ, ਨਹੀਂ ਤੇ ਪਾਣੀ ਲੋਕਾਂ ਰੋਕਤਾ ਸੀ। ਉਹ ਸਰਕਾਰ ਨੇ ਵੀ ਪਾਣੀ ਨਾ ਪਾਰਕਾਂ ਨੂੰ ਲਾਉਣਾ, ਨਾ ਫੁੱਲਾਂ ਨੂੰ ਲਾਉਣਾ, ਨਾ ਬੂਟਿਆਂ ਨੂੰ ਲਾਉਣਾ, ਰੋਕਤਾ ਸੀ ਨਾ। ਤੇ ਪਾਣੀ ਤੇ 1 ਘੰਟੇ 'ਚ ਉਹ ਪੂਰਾ ਕਰ ਸਕਦਾ, ਉਹਦੀ ਮੌਜ ਹੈ। 1 ਘੰਟਾ ਤਾਂ ਬਹੁਤ ਹੁੰਦਾ। ਸਿਆਣੇ ਆਖਦੇ ਹੁੰਦੇ ਸੀ, ਮੇਰੇ ਤੋਂ ਵੱਡੇ ਬੈਠੇ ਆ, ਕਹਿੰਦੇ ਵੀ 12 ਸਾਲਾਂ ਦੀ ਔੜ ਮੰਗ ਲਈ ਸੀ, 1 ਘੜੀ ਦਾ ਮੀਂਹ ਨਹੀਂ ਮੰਗਿਆ ਸੀ। ਆ ਤੁਸੀਂ ਪਾਕਿਸਤਾਨ ਵੇਖ ਲਓ, ਆ ਤਰਕ ਇਹਨੂੰ ਕਹਿੰਦੇ, ਤਰਕ ਕੀ ਬਣ ਡਿਆ। ਨਾਨਕ ਝੀਰੇ ਪਹਾੜੀ ਤੋਂ ਪਾਣੀ ਚੱਲੀ ਜਾਣ ਡਿਆ, ਛੋਟੀ ਤਰਕ ਹੈ। ਸਾਰੇ ਸੰਸਾਰ ਤੇ ਰੌਲਾ ਪਿਆ ਹੋਇਆ ਵੀ ਪਾਣੀ ਮੁੱਕ ਗਿਆ। ਰਹੋ ਵਿਚਾਰ, ਗੁਰੂ ਨਾਨਕ ਸਾਹਿਬ ਜੀ ਜੋ ਮਰਜ਼ੀ ਕਰ ਸਕਦੇ ਆ, ਕਿਉਂਕਿ ਰੀਠਾ ਮਿੱਠਾ ਹੈਗਾ। ਜਿਨ੍ਹਾਂ ਦਰਸ਼ਨ ਨਹੀਂ ਕੀਤੇ, ਮੈਂ ਦਰਸ਼ਨ ਕੀਤੇ ਬੜੀ ਵਾਰ, ਕਿਉਂਕਿ ਮੇਰਾ ਜਨਮ ਉੱਥੋਂ ਲਾਗੇ ਦਾ, ਨਾਨਕ ਮਾਤਾ ਸਾਹਿਬ ਦਾ। ਸਾਡਾ ਪਰਿਵਾਰ ਪਹਿਲਾਂ ਯੂਪੀ 'ਚ ਰਹਿੰਦਾ ਸੀ, ਇਸ ਕਰਕੇ ਮੇਰਾ ਜਨਮ ਉੱਥੋਂ ਦਾ। ਉਹ ਰੀਠਾ ਅੱਜ ਵੀ ਮਿੱਠਾ, ਬਾਕੀ ਰੀਠੇ ਜ਼ਹਿਰ ਵਰਗੇ ਕੌੜੇ ਆ। ਛੋਟੀ ਤਰਕ ਹੈ। ਜਿਸ ਪਿੱਪਲ ਨੂੰ ਉਡਾ ਦਿੱਤਾ, ਉਸ ਪਿੱਪਲ ਨੂੰ ਆਖ ਦਿੱਤਾ ਖੜੋ ਜਾ, ਕਿੱਧਰ ਚੱਲਾਂ। 6 ਫੁੱਟ ਉੱਚੀਆਂ ਜੜ੍ਹਾਂ ਸੀ ਉਹਦੀਆਂ। ਤੇ ਦਾਦਾ ਜੀ ਸਾਡੇ ਦੱਸਦੇ ਸੀ, ਜਦੋਂ ਅਸੀਂ ਯੂਪੀ ਕਹਿੰਦੇ ਗਏ 55 'ਚੋਂ ਚਲੇ ਗਏ ਸੀ, ਕਹਿੰਦੇ ਉਦੋਂ ਸਾਰ ਪਾਰ ਬੰਦਾ ਖੜਾ ਲੰਘ ਜਾਂਦਾ ਸੀ ਜੜ੍ਹਾਂ ਦੇ ਥੱਲਿਓਂ ਦੀ, ਇੰਨਾ ਥੱਲਿਓਂ ਖੋਖਲਾ ਸੀ। ਹੁਣ ਥੜਾ ਬਣਾਤਾ ਹੋਇਆ ਦੁਆਲੇ, ਹੁਣ ਤਾਂ ਥੜਾ ਬਣਾ ਕੇ ਉਹਨੂੰ ਉੱਚਾ ਜ਼ਿਆਦਾ ਕਰਤਾ, ਖਤਮ ਹੀ ਕਰ ਦਿੱਤਾ ਵੀ ਉਹ ਦਿਸੇ ਨਾ ਕਿਸੇ ਨੂੰ, ਉਹ ਕਰਾਮਾਤ ਸ਼ਕਤੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ, ਜਿਹੜੀ ਤਾਕਤ ਹੈ, ਉਹ ਜਨਮ ਤੋਂ ਹੀ ਵੱਡੀ ਹੈ। ਜਿਹਨੂੰ ਜ਼ਿਕਰ ਕਰਦੇ ਆ, ਜਨਮ ਸਾਖੀ ਨੇ ਬੋਲ ਆਖਿਆ, ਕਿਉਂਕਿ ਜਨਮ ਸਾਖੀ ਦਾ ਜਦੋਂ ਜ਼ਿਕਰ ਕਰਨਾ, ਤੇ ਹੁਣ ਜਨਮ ਸਾਖੀ 4 ਤਰ੍ਹਾਂ ਦੀ ਹੈ। ਉਹ 4 ਤਰ੍ਹਾਂ ਦੀ ਜਨਮ ਸਾਖੀ ਵਿੱਚੋਂ ਸਾਨੂੰ ਖਦੇੜਨ ਵਾਸਤੇ, ਸਾਨੂੰ ਭਰਮਾਉਣ ਵਾਸਤੇ ਉਹਨੇ ਆਖ ਦਿੱਤਾ ਵੀ ਇਹ ਜਨਮ ਸਾਖੀ ਆ ਵੀ ਬਨੌਟੀ ਜੀ, ਆ ਵੀ ਬਨੌਟੀ, ਅਸਲੀ ਕਿਹੜੀ ਪਤਾ ਹੀ ਨਹੀਂ। ਇਹ ਤੋਂ ਵੀ ਗਾਂਹ ਲੰਘਦਿਆਂ ਇੱਕ ਗੱਲ ਕੀਤੀ ਉਹਨਾਂ, ਉਹ ਕਹਿੰਦੇ ਜੀ ਭਾਈ ਬਾਲਾ ਹੀ ਨਹੀਂ ਹੋਇਆ ਕੋਈ। ਜੇ ਭਾਈ ਬਾਲਾ ਹੋਇਆ ਤੇ ਜਨਮ ਸਾਖੀ ਹੋਣੀ, ਜੇ ਭਾਈ ਬਾਲਾ ਹੋਇਆ ਹੈ ਨਾ, ਜਨਮ ਸਾਖੀ ਕਿੱਥੋਂ ਆਉਣੀ ਸੀ? ਕਾਰਨ ਉਸਦਾ ਕੀ ਹੈ ਕਿ ਸਭ ਤੋਂ ਪਹਿਲਾਂ ਸਾਡਾ ਜੇ ਕੋਈ ਸਰੋਤ ਹੈ ਇਤਿਹਾਸ ਦਾ, ਤਾਂ ਕੀ ਹੈ? ਉਹ ਹੈ ਜਨਮ ਸਾਖੀ। ਇਤਿਹਾਸ ਦਾ ਸਰੋਤ ਜਨਮ ਸਾਖੀ ਹੈ ਸਭ ਤੋਂ ਪਹਿਲਾਂ, ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲਾ ਜੀ ਤੋਂ ਲਿਖਾਈ ਹੈ, ਜਿਸ ਨੂੰ ਖੰਡਨ ਕਰਨ ਵਾਸਤੇ ਉਹਨਾਂ ਪੂਰਾ ਜ਼ੋਰ ਲਾਇਆ। ਕਿਉਂਕਿ ਵੇਖੋ ਉਹਨਾਂ ਦਾ ਤਰੀਕਾ ਹੈ, ਇੱਕ ਇੱਕ ਗੱਲ ਨੂੰ ਖਤਮ ਕਰਦਿਆਂ ਹੌਲੀ ਹੌਲੀ ਕਿਸੇ ਨਤੀਜੇ ਤੇ ਪਹੁੰਚਾਂਗੇ ਤਾਂ ਖਤਮ ਹੋਵੇਗੀ, ਨਹੀਂ ਤਾਂ ਉੱਦਾਂ ਨਹੀਂ। ਕਿਸੇ ਇੱਕ ਹੀ ਚੀਜ਼ ਨੂੰ ਇੱਕੋ ਦਮ ਖਤਮ ਕਰਨਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਅੱਜ ਦਾ ਜ਼ੋਰ ਨਹੀਂ ਲੱਗਾ, ਮਿਹਰਬਾਨ ਤੋਂ ਹੀ ਲੱਗਾ ਹੋਇਆ। ਮਿਹਰਬਾਨ ਨੇ ਬਰਾਬਰ ਪ੍ਰਕਾਸ਼, ਬਰਾਬਰ ਦਾ ਗ੍ਰੰਥ ਤਿਆਰ ਕੀਤਾ, ਨਹੀਂ ਕੀਤਾ। ਪਰ ਕਿਉਂਕਿ ਇੱਕ ਪਾਸੇ ਝੂਠ ਹੈ, ਝੂਠ, ਇੱਕ ਪਾਸੇ ਸੱਚ ਹੈ, ਸੱਚ ਤੇ ਝੂਠ ਦੀ ਲੜਾਈ ਹੈ। ਆਪਾਂ ਵੀ ਜਦੋਂ ਗੁਰਦੁਆਰੇ ਕਿਤੇ ਲੜਾਈ ਹੋ ਜਾਂਦੀ ਨਾ, ਮੜ ਜੀ
मैं अपने विषय तो बाहर आया, माड़ा ध्यान ਨਾਲ सुनियो दो गल्लां। ਜਦੋਂ ਗੁਰਦੁਆਰੇ 'ਚ ਮਾੜੀ ਜੀ ਲੜਾਈ ਹੋ ਜਾਂਦੀ ਹੈ ਤਾਂ 5-7 ਦਿਨ ਇੰਨਾ ਰੌਲਾ ਪੈਂਦਾ ਵੀ ਲੜਾਈ ਹੋ ਗਈ, ਲੜਾਈ। ਵੇਖੋ ਸਿੱਖਾਂ ਨੇ ਪੱਗਾਂ ਲਾਈਆਂ, ਸੱਚ ਤੇ ਝੂਠ ਦੀ ਲੜਾਈ ਹੈ। ਜਦੋਂ ਪੱਗਾਂ ਦਾ ਜ਼ਿਕਰ ਆਉਣਾ, ਮਹਾਰਾਜ ਜੀ ਨੇ ਮਸੰਦ ਪੱਗਾਂ ਸਣੇ ਹੀ ਸਾੜੇ ਹੈ। ਜਿਹੜਾ ਝੂਠ ਵਾਲੇ ਪਾਸੇ ਜਾ ਖੜੋਤਾ ਉਹਦੀ ਪੱਗ ਦਾ ਕੋਈ ਮੁੱਲ ਨਹੀਂ। ਪੱਗ ਦਾ ਮੁੱਲ ਉਦੋਂ ਤੱਕ ਹੈ ਜਦੋਂ ਤੱਕ ਪੱਗ ਗੈਰਤ ਨਾਲ ਸਿਰ ਤੇ ਰੱਖੀ ਹੋਈ ਹੈ। ਜਿੱਦਣ ਗੈਰਤ ਵਿਕ ਗਈ ਉਦੋਂ ਹਜ਼ਾਰਾਂ ਲੋਕਾਂ ਦੇ ਸਿਰ ਤੇ ਪੱਗ ਹੈ। ਕੀ ਜੈਲ ਸਿੰਘ ਦੇ ਸਿਰ ਤੇ ਪੱਗ ਨਹੀਂ ਸੀ? ਕੀ ਹੋਰ ਲੋਕਾਂ ਦੇ ਆ ਜਿਹੜੇ ਸਾਡੇ ਰਾਜ ਨੂੰ ਖਤਮ ਕਰਨ ਵਾਲੇ ਲੋਕ ਸੀ, ਡੋਗਰੇ, ਉਹਨਾਂ ਦੇ ਸਿਰ ਤੇ ਪੱਗ ਨਹੀਂ ਸੀ? ਕੀ ਪਿਰਥੀ ਚੰਦ ਦੇ ਸਿਰ ਤੇ ਪੱਗ ਨਹੀਂ ਸੀ? ਮਹਾਰਾਜ ਜੀ ਨੇ ਲੜਾਈ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਆਪਾਂ ਤੇ ਡਰੇ ਫਿਰਦੇ ਉਦਾਂ ਹੀ। ਵੇਖੋ, ਜਿਹਨੇ ਇੱਥੇ ਆ ਕੇ ਮਰਜ਼ੀ ਕਰਨੀ ਆ, ਤੇ ਜਿਹੜਾ ਇੱਕ ਸੱਚ ਤੇ ਖੜੋਤਾ ਨਾ, ਇੱਕ, ਉਹਨੇ 100 ਮੋਹਰੇ ਵੀ ਅੜ ਜਾਣਾ। ਧਿਆਨ ਕਰਿਓ, 100 ਮੋਹਰੇ ਅੜਨ ਲੱਗਿਆ ਉਹਨੇ ਦੇਰ ਨਹੀਂ ਲਾਉਣੀ, ਉਹਨੂੰ ਪਰਵਾਹ ਨਹੀਂ ਕਿਸੇ ਦੀ, ਕਿਉਂਕਿ ਸੱਚ ਤੇ ਹੈ। ਤੇ ਸੱਚ ਤੇ ਲੜ ਕੇ ਜਿੱਦਣ ਮਰ ਗਿਆ ਉਦਣ ਉਹਦਾ ਮੁੱਲ ਪੈ ਜਾਣਾ। ਤੇ ਮਹਾਰਾਜ ਜੀ ਨੇ ਦੇਖੋ ਗੁਰਬਾਣੀ ਵਿੱਚ ਲੜਾਈ ਲਿਖੀ ਆ। ਮੈਂ ਕੋਲੋਂ ਨਹੀਂ ਕਹਿੰਦਾ, ਤੁਸੀਂ ਆਖਿਓ ਨਾ ਵੀ ਕੀ ਕਹੀ ਜਾਂਦਾ। ਕਹਿਣਾ ਤਾਂ ਵਿਆਹ ਸੀ। ਗੁਰਮਤ ਦਾ ਫਲਸਫਾ ਅਨੋਖਾ ਹੈ, ਵਿਆਹ ਵੀ ਅਨੋਖਾ। ਗੁਰਮਤ ਦਾ ਹਰ ਫਲਸਫਾ ਵੱਖਰਾ ਹੈ। ਜਿਸ ਫਲਸਫੇ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ, ਜਬ ਲਗ ਖਾਲਸਾ ਰਹਿ ਨਿਆਰਾ। ਹੁਣ ਆਪਾਂ ਇੱਕ ਦੋਹਰਾ ਪੜ੍ਹਦੇ ਆ, ਪਰ ਦੋਹਰਾ ਝੂਠ ਬੋਲਦੇ। ਮਹਾਰਾਜ ਦੀ ਮੋਹਰੇ ਖੜੋ ਕੇ ਮਾਫ ਕਰਿਓ ਮੈਨੂੰ। ਮਹਾਰਾਜ ਦੇ ਇੱਥੇ ਤੁਸੀਂ ਸਾਰਿਆਂ ਵੀ ਪੜ੍ਹਨਾ, ਮੈਂ ਵੀ ਪੜ੍ਹਨਾ, ਆਪਾਂ ਝੂਠ ਬੋਲਦੇ ਸਾਰੇ। ਮਹਾਰਾਜ ਜੀ ਨੂੰ ਪਤਾ ਵੀ ਸਾਰੇ ਝੂਠ ਬੋਲਦੇ। ਹੁਣੇ ਪੜਾਂਗੇ ਸਾਰੇ ਉੱਚੀ ਆਵਾਜ਼ 'ਚ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਪੜਾਂਗੇ ਨਾ, ਤੇ ਮਹਾਰਾਜ ਜੀ ਆਪਾਂ ਨੂੰ ਇੱਥੇ ਖੜੋ ਕੇ ਪੁੱਛ ਲੈਣਾ, ਤੁਹਾਡੇ ਚੋਂ ਕਿਹੜਾ ਕਿਹੜਾ ਖਾਲਸਾ? ਮੈਨੂੰ ਵੀ ਨਾਲ ਹੀ। ਇਹ ਨਹੀਂ ਵੀ ਤੁਹਾਨੂੰ ਇਕੱਲਿਆਂ ਨੂੰ ਮੈਂ ਹੱਥ ਕਰਕੇ ਨਹੀਂ ਕੱਲਾ ਕਹਿੰਦਾ, ਇੱਧਰ ਨੂੰ ਵੀ ਕਹਿੰਦਾ, ਮੈਨੂੰ ਵੀ ਪੁੱਛਣਗੇ ਤੂੰ ਕਿਹੜਾ ਖਾਲਸਾ? ਖਾਲਸੇ ਦੀ ਡੈਫੀਨੇਸ਼ਨ, ਪਰਿਭਾਸ਼ਾ ਹੈ। ਖਾਲਸੇ ਦੇ ਕੰਮ ਵੱਖਰੇ ਆ। ਇਹ ਥੋੜੀ ਵੀ ਹੁਣ ਵਿਆਹ ਸਿੱਖ ਕਰਨ ਲੱਗਣ ਤੇ ਚੱਪੜੀਆਂ ਵੀ ਭੰਨੇ ਜਾਣ, ਡੰਡੇ ਵੀ ਵੱਢੀ ਜਾਣ ਕਿਰਪਾਨਾਂ, ਜਿਹੜੀ ਮਰਜ਼ੀ, ਜਿਹੜਾ ਜਠੇਰਿਆਂ ਦੀ ਮੜੀ ਹੋਵੇ ਉੱਥੇ ਜਾ ਕੇ ਮੱਥਾ ਵੀ ਟੇਕਣ, ਤੇ ਵਿਆਹ ਗੁਰੂ ਨਾਨਕ ਸਾਹਿਬ ਜੀ ਦਾ ਮਨਾਈਏ। ਗੁਰੂ ਸਾਹਿਬ ਜੀ ਜਿਸ ਵੇਲੇ ਪਹੁੰਚੇ ਨਾ, ਉੱਥੇ ਬਰਾਤ ਦਾ ਟਿਕਾਓ ਹੋਇਆ, ਆਨੰਦ ਮੰਗਲ ਹੋ ਰਿਹਾ, ਕਿਉਂਕਿ ਰੱਬ ਦਾ ਵਿਆਹ ਹੋਣ ਲੱਗਾ। ਤੇ ਲੋਕ ਵੇਖਣ ਆਏ ਆ, ਸਾਰਾ ਬਟਾਲਾ ਇਲਾਕਾ ਇਕੱਠਾ ਹੋਇਆ। ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਬਹੁਤ ਆਨੰਦ ਮੰਗਲ ਬਣਿਆ। ਪਰ ਜਦੋਂ ਪੰਡਤ ਜੀ ਆ ਕੇ ਬੈਠੇ ਨਾ, ਦੋਵੇਂ ਪੰਡਤ ਆਏ, ਕਿਉਂਕਿ ਮਹਾਰਾਜ ਜੀ ਦੇ ਨਾਲ ਪੰਡਤ ਹਰਦਿਆਲ ਜੀ ਵੀ ਆਏ ਆ। ਉਹਨਾਂ ਆਖਿਆ, ਮਹਾਰਾਜ ਜੀ ਹੁਣ ਆਪਾਂ ਲਾਵਾਂ ਦੀ ਤਿਆਰੀ ਕਰਨ ਲੱਗੇ, ਲਾਵਾਂ ਦੀ। ਮਹਾਰਾਜ ਜੀ ਕਹਿੰਦੇ ਹਾਂ ਕਰੋ, ਪਰ ਲਾਵਾਂ ਅੱਗ ਨਾਲ ਨਹੀਂ ਹੋਣੀਆਂ। ਦੋਵੇਂ ਜਣੇ ਇੱਕ ਦੂਜੇ ਵੱਲ ਧਿਆਨ ਕਰਕੇ ਵੇਖਦੇ, ਇਹ ਕੀ ਗੱਲ? ਪੰਡਤ ਹਰਦਿਆਲ ਨੂੰ ਤਾਂ ਪਤਾ ਵੀ ਜਨੇਊ ਨਹੀਂ ਪਾਇਆ 9 ਸਾਲ ਦੀ ਉਮਰ 'ਚ, ਤੇ ਲਾਵਾਂ ਅੱਗ ਨਾਲ ਨਹੀਂ ਹੋਣੀਆਂ। ਦੂਸਰਾ ਪੰਡਤ ਆਖਦਾ, ਜੀ ਤਾਂ ਅਨੀਤੀ ਹੋ ਗਈ, ਅਨੀਤੀ, ਇਹ ਤਾਂ ਰੀਤ ਤੋੜ ਦਿੱਤੀ ਆ। ਮਹਾਰਾਜ ਜੀ ਕਹਿੰਦੇ ਅਸੀਂ ਅੱਗ ਦੇ ਪੁਜਾਰੀ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਦਰਸਾ ਆਇਆ। ਕੀ ਦਰਸਾਇਆ? ਹੁਣ ਆਪਾਂ ਨੂੰ ਥੋੜ੍ਹੀ ਪਤਾ ਕੀ ਦਰਸਾਇਆ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਲਿਖੀ ਹੈ, ਸ਼ੇਖ ਬ੍ਰਹਮ ਨੂੰ ਤੇ ਦੁਨੀ ਚੰਦ ਧੁੱਪੜ ਨੂੰ ਸੁਣਾਈ ਆ। ਸਾਨੂੰ ਥੋੜੀ ਪਤਾ ਕਿੱਥੇ ਲਿਖਿਆ ਕਿ ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਰਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ। ਪਰ ਗੁਰੂ ਨਾਨਕ ਸਾਹਿਬ ਕੌਣ ਹੈ? ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਸ ਨਿਰੰਕਾਰ ਸਰੂਪ ਦਾ ਵਿਆਹ ਹੈ ਜਿਨ੍ਹਾਂ ਨੇ ਦਰਸਾਇਆ ਆਸਾ ਕੀ ਵਾਰ ਵਿੱਚ। ਇਹ ਸਾਰਾ ਕੁਝ ਰੱਬ ਦੇ ਭੈ ਵਿੱਚ ਚੱਲਣ ਵਾਲਾ, ਇਹਦੇ ਪੁਜਾਰੀ ਨਹੀਂ ਅਸੀਂ। ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ
ਆਪਾਂ ਸਾਰੇ ਜਦੋਂ ਵਿਆਹ ਕਰਦੇ ਕਦੇ ਇਦਾਂ ਕਰਦੇ ਨਾ। ਆਪਾਂ ਜੋ ਜਹਾਨ ਦਾ ਪੁੱਠਾ ਕੰਮ ਕਰਦੇ ਰਹੋ ਵਿਚਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਆਦਿ ਕਾਲ ਜਨਮ ਤੋਂ ਮਹਾਰਾਜ ਜੀ ਵੱਖਰੇ ਹਨ। ਜਨਮ ਸਾਖੀ ਦੀ ਬੇਨਤੀ ਕਰ ਰਿਹਾ ਸੀ। ਜੇ ਸਾਡੇ ਧਿਆਨ ਵਿੱਚ ਇਹ ਗੱਲ ਨਾ ਰਹੀ ਕਿ ਜਨਮ ਸਾਖੀ ਸਾਡਾ ਸਰੋਤ ਹੈ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਨੂੰ ਸੱਚਾ ਨਹੀਂ ਮੰਨਾਂਗੇ। ਪੜ੍ਹਨਾ ਕਿੱਥੋਂ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਤਾਂ ਅਵਤਾਰ ਵੇਲੇ ਜਿਸ ਦਾਈ ਦੌਲਤਾਂ ਦਾ ਜ਼ਿਕਰ ਜਨਮ ਸਾਖੀ ਵਿੱਚ ਆਇਆ, ਉਸਨੇ ਦਰਸਾਇਆ ਕਿ ਗੁਰੂ ਨਾਨਕ ਸਾਹਿਬ ਰੱਬ ਆਏ ਹੈ। ਜਦੋਂ ਨਾਮ ਦਾ ਜ਼ਿਕਰ ਆਇਆ, ਪੰਡਤ ਹਰਦਿਆਲ ਜੀ ਨਾਂ ਰੱਖਣ ਆਏ, ਸਾਰੀਆਂ ਲਗਾ ਮਾਤਰਾ ਜੋਤਿਸ਼ ਵਿਦਿਆ ਅਨੁਸਾਰ ਵੇਖ ਕਰਕੇ ਨਾਨਕ ਨਾਮ ਨਿਕਲਿਆ। ਇਹ ਗੱਲ ਕੁਝ ਆਪਾਂ ਪ੍ਰਚਲਿਤ ਕਰ ਲਈ ਵੀ ਪਹਿਲਾਂ ਨਾਨਕੀ ਦਾ ਨਾਮ ਨਾਨਕੀ ਸੀ ਤੇ ਤਾਂ ਨਾਨਕ ਰੱਖ ਦਿੱਤਾ। ਇਹਦਾ ਨਾਂ ਨਹੀਂ ਸੀ ਰੱਖਿਆ ਜਾਂਦਾ। ਰਹੋ ਵਿਚਾਰ। ਇਹਦਾ ਮਹਾਰਾਜ ਸਾਹਿਬ ਜੀ ਦਾ ਨਾਮਕਰਨ ਹੋਇਆ। ਜਦੋਂ ਨਾਮਕਰਨ ਹੋਇਆ ਤਾਂ ਪਿਤਾ ਕਲਿਆਣ ਦਾਸ ਨੇ ਪੁੱਛਿਆ ਸੀ, ਜੀ ਨਾਮ ਨਾ ਹਿੰਦੂਆਂ ਵਾਲਾ ਨਾ ਮੁਸਲਮਾਨਾਂ ਵਾਲਾ? ਤੇ ਪੰਡਿਤ ਹਰਦਿਆਲ ਨੇ ਦੱਸਿਆ ਸੀ, ਜੀ ਜੋਤਿਸ਼ ਵਿਦਿਆ ਅਨੁਸਾਰ ਹਿੰਦਸਿਆਂ ਤੋਂ ਨਾਮ ਇਹ ਬਣਦਾ, ਜੋ ਬਣਦਿਆਂ ਮੈਂ ਬਣਾ ਦਿੱਤਾ। ਇਸ ਅਨੁਸਾਰ ਇਹ ਨਾਂ ਰੱਖਿਆ ਗਿਆ। ਫਿਰ ਮਹਾਰਾਜ ਜੀ ਵੇਖੋ, ਬਾਲ ਉਮਰ ਵਿੱਚ ਮਹਾਰਾਜ ਜੀ ਨੇ ਕੌਤਕ ਕੀਤੇ ਆ। ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਲਿਖੇ, ਆਪ ਲਿਖੇ ਆ, ਕਿਉਂਕਿ ਗੁਰਬਾਣੀ ਉਚਾਰੀ ਹੈ ਉਹਨਾਂ ਨੂੰ ਯੋਗ ਉੱਤਰ ਦੇਣ ਲਈ। ਜੇ ਪਾਂਧੇ ਕੋਲ ਗੋਪਾਲ ਕੋਲ ਪੜ੍ਹਨ ਗਏ ਆ ਤੇ ਉਹਨੂੰ 35 ਪੜ੍ਹਾਈ ਆ, ਉਹਨੂੰ ਦੱਸਿਆ, ਫਿਰ ਪੱਟੀ ਲਿਖ ਕੇ ਦੱਸੀ ਹੈ। ਉਦੋਂ ਤਾਂ ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਹੈ, 5-6 ਸਾਲ ਹੈ। 5-6 ਸਾਲ ਦੀ ਉਮਰ ਵਿੱਚ ਕਹਿੰਦੇ ਆ, ਸੱਸਾ ਸੋਏ ਸ੍ਰਿਸ਼ਟ ਜਨ ਸਾਜੀ, ਸਭਨਾ ਸਾਹਿਬ ਏਕ ਭਇਆ। ਦੂਸਰਾ ਸ਼ਬਦ ਉਚਾਰ ਕੇ ਸ੍ਰੀ ਰਾਗ ਦਾ ਆਖਿਆ, ਕਹਿੰਦੇ ਅਸਲ ਵਿੱਚ ਜਾਲ ਮੋਹ ਘਾਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਰਮ ਕਰ ਚਿੱਥ ਲਿਖਾਰੀ, ਗੁਰ ਪੁਛ ਲਿਖ ਵਿਚਾਰ। ਲਿਖ, ਕਹਿੰਦੇ ਅਸਲ ਜੇ ਤੂੰ ਚੱਕਰ 'ਚ ਪੈ ਗਿਆ ਪਾਂਦੇ, ਕੀ ਲਿਖ? ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ। ਜੇ ਮੌਲਵੀ ਕੋਲ ਪੜ੍ਹਨ ਗਏ ਤਾਂ ਉਹਨੂੰ ਵੀ ਦੱਸਦੇ ਆ, ਯਕ ਏਕ, ਕਹਿੰਦੇ ਰੱਬ ਇੱਕ ਹੈ। ਫਿਰ ਕਹਿੰਦੇ ਸੁਣ ਮੇਰੀ, ਸੁਣ ਲਾਗੇ ਹੋ ਕੇ। ਹੈਰਾਨ ਹੋ ਗਿਆ ਉਹ, ਕਹਿੰਦਾ ਏਡੇ ਏਡੇ ਅੱਖਰ ਕਿੱਥੋਂ ਨਿਕਲ ਆਏ? ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਇੱਕ ਹੈ, ਤੂੰ ਭਰਮ 'ਚ ਪਿਆ ਹੋਇਆ। ਜਾ ਕਰਕੇ ਉਹਨੇ ਦੱਸਿਆ, ਜੀ ਮੈਂ ਪੜ੍ਹਾ ਨਹੀਂ ਸਕਦਾ ਇਹਨਾਂ ਨੂੰ, ਇਹ ਤੇ ਪੜ੍ਹਾਉਣ ਆਏ ਆ। ਪਿਤਾ ਕਲਿਆਣ ਦਾਸ ਜੀ ਕਹਿੰਦੇ ਐਡੀ ਕੀ ਗੱਲ ਹੋ ਗਈ? ਕਹਿੰਦੇ ਮੈਨੂੰ ਨਹੀਂ ਪਤਾ, ਪਰ ਮੈਂ ਨਹੀਂ ਪੜ੍ਹਾ ਸਕਦਾ। ਕੁਝ ਸਰੀਰ ਹੁਣ ਕਹਿਣ ਲੱਗ ਪਏ, ਮਹਾਰਾਜ ਜੀ ਵਿਦਿਆ ਪੜ੍ਹਨ ਗਏ। ਨਹੀਂ, ਵਿਦਿਆ ਪੜ੍ਹਨ ਨਹੀਂ ਗਏ, ਪੜ੍ਹਾਉਣ ਗਏ ਆ। ਪੜ੍ਹੀ ਥੋੜ੍ਹੀ ਕਿਸੇ ਤੋਂ। ਇੰਨੀ ਛੋਟੀ ਉਮਰ ਵਿੱਚ ਪੱਟੀ ਲਿਖ ਦੇਣੀ, ਤੇ ਪੱਟੀ ਆਪਾਂ ਤੇ ਪੜ੍ਹਦੇ ਨਹੀਂ ਨਾ ਕਦੇ ਉਹ ਪੱਟੀ ਆਸਾ ਰਾਗ ਦੀ, ਆਪਾਂ ਨੂੰ ਕੀ ਪਤਾ ਕਿੱਥੇ ਲਿਖੀ। ਸਤਿਗੁਰੂ ਕਿਰਪਾ ਕਰਦੇ ਆ। ਮਹਾਰਾਜ ਜੀ ਜੇ ਗਣਿਤ ਵਿਦਿਆ ਪੜ੍ਹਨ ਜਾਂਦੇ ਤੇ ਗਣਿਤ ਦੁਆਰਾ ਉਹਨੂੰ ਉੱਤਰ ਦਿੰਦੇ ਆ। ਤੇ ਫਿਰ ਸਤਿਗੁਰੂ ਦੇ ਜੋ ਕੌਤਕ ਤਲਵੰਡੀ ਦੇ ਆ, ਉਹਨਾਂ ਤਲਵੰਡੀ ਕੌਤਕਾਂ ਵਿੱਚੋਂ ਇੱਕ ਕੌਤਕ ਕਹਿ ਕੇ ਮੈਂ ਅੱਗੇ ਆਉਣਾ। ਰਾਏ ਬੁਲਾਰ ਨੂੰ ਜਦੋਂ ਸਮਝ ਆ ਗਈ ਨਾ ਕਿ ਗੁਰੂ ਨਾਨਕ ਸਾਹਿਬ ਰੱਬ ਹੈ, ਕਦੋਂ ਸਮਝ ਆਈ? ਇੱਕ ਗੱਲ ਧਿਆਨ ਕਰਨੀ ਰਤਾ ਕੋ, ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਸਾਰਿਆਂ ਦਾ ਤਰਕ ਵਿੱਚ ਹੈ। ਅਸੀਂ ਹਰ ਚੀਜ਼ ਨੂੰ ਅੱਖੀਂ ਵੇਖਣਾ ਚਾਹੁੰਦੇ ਹਾਂ, ਪਰ ਵੇਖਣ ਵਾਸਤੇ ਯਤਨ ਕਰਨਾ ਪੈਂਦਾ। ਕੀ ਗੁਰੂ ਗ੍ਰੰਥ ਸਾਹਿਬ ਵਿੱਚ ਤਰਕ ਲਿਖੀ ਹੈ? ਨਾ। ਮਹਾਰਾਜ ਜੀ ਕਹਿੰਦੇ ਨਹੀਂ, ਤਰਕ ਨਹੀਂ ਕਰਨੀ। ਭਗਤ ਨਾਮਦੇਵ ਜੀ ਦਾ ਇੱਕ ਬੋਲ ਧਿਆਨ ਨਾਲ ਸੁਣਨਾ। ਉਹ ਕਹਿੰਦੇ ਤਰਕ ਨਾ ਚਾ ਭਰਮੀਆਂ ਚਾ। ਹੁਣ ਆਪਾਂ ਇੱਥੇ ਆ ਕੇ ਵੀ ਤਰਕ ਕਰਦੇ, ਤੇ ਤਰਕ ਕਰਦੇ ਕਿਤੇ ਮੈਂ ਇੱਕ ਬੇਨਤੀ ਹੋਰ ਕਰਦਾ ਹੁੰਦਾ ਕਿ ਗੁਰੂ ਅੰਗਦ ਸਾਹਿਬ ਜੀ ਦਾ ਬੋਲ ਚੇਤੇ 'ਚ ਕਰਕੇ ਆਇਆ ਕਰੀਏ। ਸਾਰੇ ਗੁਰਦੁਆਰੇ ਆਏ ਆ, ਮਹਾਰਾਜ ਜੀ ਨੂੰ ਨਮਸਕਾਰ ਕਰਨ ਆਏ, ਮੱਥਾ ਟੇਕਣ ਆਏ। ਮੱਥਾ ਟੇਕਣ ਦਾ ਅਰਥ ਹੈ ਕੋਈ, ਪਰ ਸਲਾਮ ਜਵਾਬ ਦੋਵੇਂ ਕਰੇ। ਧਿਆਨ ਨਾਲ ਸੁਣਿਓ ਰਤਾ ਕੋ। ਸਲਾਮ ਕਰਦੀ ਹੁੰਦੀ ਹੈ, ਨਮਸਕਾਰ ਕਰਨੀ। ਸਲਾਮ ਜਵਾਬ, ਤੇ ਸਲਾਮ ਕਰਕੇ ਪੁੱਛਣਾ ਹੁੰਦਾ ਦੇਗ ਨੂੰ ਭੋਗ ਲੱਗਦਾ ਕਿ ਨਹੀਂ ਲੱਗਦਾ, ਇਹਨੂੰ ਕਹਿੰਦੇ ਜਵਾਬ ਮੰਗਣਾ। ਬਹੁਤ ਸਾਰੀਆਂ ਚੀਜ਼ਾਂ ਤੇ ਤਰਕ ਕਰਕੇ ਦੱਸਣਾ ਵੀ ਆਹ ਗੁਰਮਤ ਨਹੀਂ ਹੁੰਦੀ। ਰਤਾ ਕੋ ਧਿਆਨ ਕਰਿਓ, ਰਤਾ ਕੋ ਟਿਕਾ ਕਰੀਏ।
ਬਹੁਤ ਚੀਜ਼ਾਂ ਤੇ ਧਿਆਨ ਟਿਕਾ ਕੇ ਕਹਿਣਾ ਹੁੰਦਾ ਇਹ ਹੁੰਦਾ ਨਹੀਂ, ਹੁੰਦਾ ਨਹੀਂ। ਗੁਰਮਤਿ ਵਿੱਚ ਹਰ ਕੁਝ ਹੁੰਦਾ, ਪਰ ਉਹਨੂੰ ਜਾਣਨ ਵਾਸਤੇ ਯਤਨ ਕਰਨਾ ਪੈਂਦਾ। ਰਤਾ ਕੁਝ ਸਮਝਾਉਣ ਵਾਸਤੇ ਦੋ ਬੇਨਤੀਆਂ ਹੋਰ ਕਰਦਾ। ਸੁਖਮਨੀ ਸਾਹਿਬ ਵਿੱਚ ਦੋ ਗੱਲਾਂ ਆਈਆਂ। ਬਿਨਾਂ ਸਮਝਣ ਤੋਂ, ਬਿਨਾਂ ਸਿਆਣੇ ਹੋਣ ਤੋਂ ਸਭ ਕੁਝ ਝੂਠ ਨਜ਼ਰ ਆਉਂਦਾ। ਜਦੋਂ ਸੱਚ ਵਾਲੇ ਪਾਸੇ ਆ ਜਾਈਏ ਸਾਰਾ ਕੁਝ ਸੱਚ ਨਜ਼ਰ ਆਉਂਦਾ। ਬਿਨ ਬੂਝੇ ਮਿਥਿਆ ਸਭ ਪਏ। ਬਿਨਾਂ ਜਾਣੇ ਤੋਂ ਸਭ ਕੁਝ ਝੂਠ ਹੈ। ਕਿਵੇਂ ਝੂਠ ਹੈ? ਸਵਾਲ ਕਰੀਏ ਕਿਵੇਂ ਝੂਠ ਹੈ? ਜਿਸ ਸਰੀਰ ਨੇ ਕਦੇ ਜਪਜੀ ਸਾਹਿਬ ਨਹੀਂ ਨਾ ਪੜ੍ਹਿਆ, ਜਿੰਨੀ ਮਰਜ਼ੀ ਉਹ ਤੋਂ ਕਥਾ ਕਰਾ ਲਓ ਖੜੋ ਕੇ, ਜਿੰਨਾ ਮਰਜ਼ੀ ਲੈਕਚਰ ਸੁਣ ਲਓ। ਆ ਜਿੰਨੇ ਲੈਕਚਰ ਦੇਣ ਵਾਲੇ ਆ ਧਿਆਨ ਕਰਿਓ, ਸਾਡੇ ਧਰਮ ਵਿੱਚ ਜਿੰਨੇ ਲੈਕਚਰ ਦੇਣ ਵਾਲੇ ਆ ਉਹਨਾਂ ਨੂੰ ਪੁੱਛੋ ਜਪਜੀ ਸਾਹਿਬ ਪੜ੍ਹਦੇ ਆ? ਮੇਰਾ ਖਿਆਲ ਨਹੀਂ ਕੋਈ 2-4 ਨੂੰ ਛੱਡ ਕੇ ਕਵੇ ਅਸੀਂ ਪੜ੍ਹਦੇ ਆ। ਤੇ ਲੈਕਚਰ ਭਾਵੇਂ ਘੰਟਿਆਂ ਵੱਧ ਹੀ ਕਰਾ ਲਓ ਸਿੱਖੀ ਤੇ। ਉਹਦੇ ਲਈ ਇੱਕ ਬੇਨਤੀ ਕਰਦਾ, ਵੇਖਿਓ ਸੁੱਕਾ ਲੈਕਚਰ ਜਿਹੜਾ ਹੁੰਦਾ, ਸੁੱਕਾ ਲੈਕਚਰ, ਸੁੱਕਾ ਗਿਆਨ, ਖੁਸ਼ਕ ਗਿਆਨ ਹੁੰਦਾ। ਜਿਹੜਾ ਖੁਸ਼ਕ ਗਿਆਨ ਹੁੰਦਾ ਉਹ ਤੁਹਾਡੇ ਅੰਦਰ ਖੁਸ਼ਕੀ ਪੈਦਾ ਕਰਕੇ ਰੱਬ ਤੋਂ ਦੂਰ ਲੈ ਜਾਊਗਾ। ਜਿਸ ਗਿਆਨ ਵਿੱਚ ਨਾਮ ਹੈ ਉਹ ਨਾਮ ਪਰਮੇਸ਼ਰ ਦੇ ਕੋਲ ਲੈ ਆਊਗਾ। ਗੁਰਮੁਖਾਂ ਆਪਾਂ ਨੂੰ ਸਮਝਾਇਆ ਵੀ ਨਾਮ ਵੇਖੋ ਕੀ ਕਰ ਦਿੰਦਾ। ਤੇ ਨਾਮ ਦੇ ਅਰਥ ਕਰਦਿਆਂ ਉਹਨੇ ਦੱਸੇ ਸੀ ਵੀ ਨਾਮ ਜਪਣ ਵਾਲਿਆਂ ਦੀਆਂ ਕੁੱਲਾਂ ਤਰ ਜਾਂਦੀਆਂ, ਨਾਮ ਜਪਣ ਵਾਲਿਆਂ ਦੇ ਕਿਲਵਿਖ ਪਾਪ ਮੁੱਕ ਜਾਂਦੇ ਆ। ਕੀ ਕਿਸੇ ਦੇ ਮੁੱਕੇ ਆ? ਸਵਾਲ ਤਾਂ ਇਹ ਪੈਦਾ ਹੁੰਦਾ, ਕਿਸੇ ਦੇ ਮੁੱਕੇ ਆ? ਫਿਰ ਉਹ ਨਹੀਂ ਆਪਾਂ ਵੇਖਦੇ, ਕਿਉਂਕਿ ਹੁਣ ਟਿਕਟੌਕ ਤਾਂ ਭੈਣਾਂ ਵੀ ਵੇਖੀ ਜਾਂਦੀਆਂ, ਕੱਲਾ ਵੇਖਦੀਆਂ ਨਹੀਂ ਸਾਰੀਆਂ ਬਣਾਉਣ ਲੱਗ ਪਈਆਂ। ਕੋਈ ਭਾਵੇਂ ਭੈਣ ਬਚੀ ਹੋਊਗੀ, ਨਹੀਂ ਤਾਂ ਮੈਂ ਖਿਆਲ ਕਰਦਾ ਕੋਈ ਨਹੀਂ ਬਚੀ, ਮਾਫ ਕਰਿਓ ਮੈਨੂੰ। ਰੋਟੀ ਖਾਂਦੇ ਆ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਆਪਣਾ ਜਲੂਸ ਕੱਢਿਆ ਪਿਆ ਆਪਾਂ, ਇਹਨੂੰ ਮਾਫ ਕਰਿਓ। ਖੁਸ਼ਕ ਗਿਆਨ ਮਾਰ ਦਿੰਦਾ, ਨਾਮ ਜਪਣ ਵਾਲਾ ਗਿਆਨ ਕੋਲ ਲੈ ਆਉਂਦਾ। ਪਰ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਵੇਖਣੀਆਂ ਨਹੀਂ ਹੁੰਦੀਆਂ। ਆਪਾਂ ਆ ਤਰਨਤਾਰਨ ਸਾਹਿਬ ਦੇ ਕੋਲ ਦੇ ਪਿੰਡ ਦਾ ਨੌਜਵਾਨ ਜਿਹਨੂੰ ਕੋਹੜ ਹੋ ਗਿਆ ਸੀ, ਆਪਾਂ ਕਵਾਂਗੇ ਜੀ ਤੁਸੀਂ ਕਹਿੰਦੇ ਹੋ ਨਾਮ ਜਪਿਆ ਕਿਲਵਿਖ ਪਾਪ ਚਲੇ ਜਾਂਦੇ ਆ, ਦੂਰ ਹੋ ਜਾਂਦੇ, ਹੋਏ ਕਿਸੇ ਦੇ? ਕਿਉਂਕਿ ਉਵੇਂ ਤਾਂ ਹਜ਼ਾਰਾਂ ਦੇ ਹੋਏ, ਕਰੋੜਾਂ ਦੇ ਹੋਏ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਰ ਹੁਣ ਆ ਨੌਜਵਾਨ ਬੱਚਾ ਸੀ, ਉੱਥੋਂ ਦਾ ਕੋਹੜ ਹੋ ਗਿਆ ਸੀ, ਉਹਨੂੰ ਉਹਦੇ ਸਰੀਰ ਸਾਰੇ ਚੋਂ ਪਾਕ ਵਗਦੀ ਸੀ। PGI ਉਹਦਾ ਇਲਾਜ ਚੱਲਿਆ ਤੇ ਉਹਨਾਂ ਨੇ ਪਤਾ ਕੀ ਆਖਿਆ ਡਾਕਟਰਾਂ ਨੇ, ਵੀ ਜਿੰਨਾ ਚਿਰ ਦਵਾਈ ਖਾਂਦਾ ਰਹੇਗਾ ਠੀਕ ਰਵੇਂ, ਠੀਕ ਰਵੇਂ, ਨਹੀਂ ਤੇ ਪਤਾ ਨਹੀਂ ਕੀ ਹੋਣਾ। ਜਦੋਂ ਫਿਰ ਬਾਹ ਮੁੱਕ ਜਾਂਦੀ ਨਾ, ਬਾਹ ਮੁੱਕ ਜਾਂਦੀ, ਬੰਦਾ ਜਿੰਨਾ ਚਿਰ ਨਰੋਆ ਤੇ ਸਾਫ ਸੁਥਰਾ ਠੀਕ ਠਾਕ ਹੈ ਉਹਨਾਂ ਚਿਰ ਹੀ ਤਰਕ ਕਰਦਾ, ਉਹਨਾਂ ਚਿਰ ਹੀ ਟਪੂਸੀਆਂ ਮਾਰਦਾ। ਤੇ ਮਾਰਨ ਦਾ ਕਾਰਨ ਹੈ ਹੰਕਾਰ। ਹੰਕਾਰ। ਮਹਾਰਾਜ ਜੀ ਦੇਖੋ 4 ਟਕੇ ਕੋਲ ਆ ਜਾਣ ਨਾ, ਮਹਾਰਾਜ ਜੀ ਦਾ ਇੱਕ ਬੋਲ ਹੈ, ਆਪਣੇ ਕੋਲ ਪੈਸੇ ਹੋ ਗਏ ਆ ਗੁਜ਼ਾਰੇ ਜੋਗੇ ਸਾਰਿਆਂ ਕੋਲ, ਜਿਚਰ ਇਹੋ ਮਨ ਲਹਿਰੀ ਵਿੱਚ ਹੈ। ਕਹਿੰਦੇ ਜਦੋਂ ਮਨ ਕੋਲ ਸਾਰਾ ਕੁਝ ਹੈਗਾ ਨਾ, ਘਰ ਹੈਗਾ, ਗੱਡੀ ਹੈਗੀ, ਨਿਆਣੇ ਹੈਗੇ, 4 ਟਕੇ ਕੋਲ ਹੈਗੇ ਆ, ਜੋ ਜੀ ਕਰਦਾ ਖਰੀਦ ਲੈਂਦੇ ਆ, ਜੋ ਜੀ ਕਰਦਾ ਖਾ ਲੈਂਦੇ ਆ, ਉਦੋਂ ਤੱਕ ਰੱਬ ਕਿੱਥੋਂ ਚੇਤੇ ਆਉਣਾ? ਉਦੋਂ ਤੱਕ ਕੀ ਚੇਤੇ ਆਉਂਦਾ? ਉਦੋਂ ਤੱਕ ਜਿਚਰ ਇਹੋ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਉਦੋਂ ਤੱਕ ਕਿਸੇ ਨੂੰ ਪੁੱਛ ਕੇ ਵੇਖ ਲਓ, ਕੀਲਾ ਨਹੀਂ ਠੁਕਿਆ ਹੋਇਆ। ਹੁਣ ਆਪਣੇ ਧੌਣ 'ਚ ਕੀਲਾ ਨਹੀਂ ਠੁਕਿਆ ਹੋਇਆ, ਲੋਹੇ ਦਾ ਸਰੀਆ ਵੜ ਗਿਆ, ਇੰਨਾ ਹੰਕਾਰ ਹੋ ਗਿਆ। ਜਦੋਂ ਕੁਝ ਭੀੜ ਪੈਂਦੀ ਫਿਰ ਪਤਾ ਲੱਗਦਾ। ਤੇ ਉਹ ਬੱਚਾ ਪਤਾ ਕੀ ਆਖਦਾ, ਉਹ ਕਹਿੰਦਾ ਕੋਈ ਚਾਰਾ ਨਾ ਚੱਲਿਆ ਤੇ ਬਾਬੇ ਭੋਲਾ ਸੋਹਣਾ ਨੂੰ ਆਖਿਆ ਕਿਸੇ ਨੇ ਫੋਨ ਲਾਓ ਸਰਹਾਲੀ ਵਾਲਿਆਂ ਨੂੰ। ਉਹਨਾਂ ਨੂੰ ਫੋਨ ਲਾਇਆ, ਉਹ ਕਹਿੰਦੇ ਬਾਬਾ ਜੀ ਮੈਨੂੰ ਮੇਰੇ ਸਰੀਰ ਨੂੰ ਕੋਹੜ ਹੋ ਗਿਆ ਹੋਇਆ, ਠੀਕ ਨਹੀਂ ਹੁੰਦਾ। ਕਹਿੰਦੇ ਤੇਰਾ ਪਿੰਡ ਕਿਹੜਾ? ਕਹਿੰਦਾ ਜੀ ਤਰਨਤਾਰਨ ਸਾਹਿਬ ਦੇ ਨਾਲ ਨੇੜੇ ਆ, ਮੈਨੂੰ ਨਾਂ ਭੁੱਲ ਗਿਆ ਪਿੰਡ ਦਾ, ਇਹ ਫੇਸਬੁੱਕ ਤੇ ਹੈਗਾ, ਹੁਣ ਵੀ ਵੇਖ ਲਿਓ, ਸਰੀਰ ਵਿਖਾਉਂਦਾ ਆਪਣਾ। ਕੀ ਆਂਦਾ ਫਿਰ ਉਹ ਕੀ ਅੱਗੇ ਕੀ ਕਹਿੰਦੇ? ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਕੋਹੜੀਆਂ ਨੂੰ ਤਾਰਨ ਵਾਸਤੇ ਤਰਨਤਾਰਨ ਬਣਾਇਆ। ਤੂੰ ਜਾ ਜਿੱਥੇ ਪੈਰ ਧੋ ਕੇ ਅੰਦਰ ਜਾਂਦੇ ਆ ਲੋਕ, ਉੱਥੇ ਇਸ਼ਨਾਨ ਕਰ, ਉੱਥੇ ਇਸ਼ਨਾਨ ਕਰਕੇ ਘਰ ਨੂੰ ਆ ਜਾਣਾ। ਬਸ ਸਰੋਵਰ 'ਚ ਨਹੀਂ ਕਰਨਾ, ਉੱਥੇ ਕਰਨਾ। ਕੁਝ ਦਿਨਾਂ 'ਚ ਸਰੀਰ ਕੰਚਨ ਵਰਗਾ ਹੋ ਗਿਆ, ਸੋਨੇ ਵਰਗਾ ਜਿੱਦਾਂ ਦਾ ਸੀ।
ਇਹਨੂੰ ਕਹਿੰਦੇ ਸ਼ਰਧਾ ਵਾਲਾ ਗਿਆਨ। ਜਿੱਥੇ ਡਾਕਟਰੀ ਮੁੱਕ ਜਾਂਦੀ ਹੈ ਉੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ। ਦੋ ਬਚਨ ਧਿਆਨ ਨਾਲ ਸੁਣਿਓ, ਕਿਉਂਕਿ ਮੈਂ ਗੱਲ ਜਿਹੜੀ ਕਹਿਣ ਲੱਗਾ, ਜਦੋਂ ਆਪਾਂ ਕਹਿਣਾ ਨਾ ਮਹਾਰਾਜ ਜੀ ਨੇ ਕਿਆਰਾ ਹਰਾ ਕਰਤਾ, ਗੁਰਦੁਆਰਾ ਕਿਆਰਾ ਸਾਹਿਬ ਹੈ, ਜਦੋਂ ਆਪਾਂ ਇਹ ਦੱਸਣਾ ਵੀ ਰਾਏ ਬੁਲਾਰ ਦੀ ਸ਼ਰਧਾ ਕਿੱਦਾਂ ਬਣੀ, ਆਪਣੀ ਬਣਦੀ ਹੈ। ਆਪਾਂ ਸਿਰਫ ਵਿਆਹ ਮਨਾ ਰਹੇ ਕਿ ਮਹਾਰਾਜ ਜੀ ਦੇ ਵਿਆਹ ਦਾ ਆਪਾਂ ਨੂੰ ਪਤਾ ਵੀ ਵਿਆਹ ਦਾ ਮਤਲਬ ਕੀ ਸੀ। ਮਹਾਰਾਜ ਜੀ ਕਿਰਪਾ ਕਰਨੇ, ਦੋ ਬੋਲ ਦੇਖੋ ਸੁਖਮਨੀ ਸਾਹਿਬ ਸਾਰੇ ਪੜ੍ਹਦੇ ਹੋ, ਇਹ ਦੋਵੇਂ ਚੀਜ਼ਾਂ ਧਿਆਨ 'ਚ ਲਿਆਉਣੀਆਂ। ਬਿਨ ਬੂਝੇ ਮਿਥਿਆ ਸਭ ਭਏ। ਬਿਨਾਂ ਬੁੱਝਣ ਤੋਂ ਸਭ ਕੁਝ ਝੂਠ ਨਜ਼ਰ ਆਉਂਦਾ। ਕਿਸੇ ਨੂੰ ਪੁੱਛ ਕੇ ਵੇਖ ਲਓ, ਇਦਾਂ ਹੁੰਦੀ? ਨਹੀਂ ਜੀ, ਇਦਾਂ ਨਹੀਂ ਹੁੰਦੀ। ਆ ਜਿਹੜੇ ਆਪਾਂ ਨੂੰ ਹੁਣ ਕਹਿਣ ਲੱਗੇ ਨਾ ਵੀ ਆ ਹਰਿਮੰਦਰ ਸਾਹਿਬ ਦਾ ਸਰੋਵਰ ਨਹੀਂ ਹੁੰਦਾ, ਉਹਨਾਂ ਦਾ ਮਕਸਦ ਹੈ ਕੋਈ, ਉਹਨਾਂ ਨੂੰ ਪੈਸੇ ਮਿਲਦੇ ਆ। ਆ ਰਾਤ ਗਿਆਨੀ ਜੀ ਆਏ, ਮੈਂ ਉਹਨਾਂ ਦੇ ਕੋਲ ਸੀ, ਉਹਨਾਂ ਨੇ ਦੱਸਿਆ ਮੈਂ ਕੈਨੇਡਾ ਕਹਿੰਦੇ ਜਦੋਂ ਗਿਆ ਨਾ ਪਹਿਲੀ ਵਾਰ, ਤੇ ਕੁਝ ਸਰੀਰ ਆਏ ਮੈਨੂੰ ਆ ਕੇ ਕਹਿਣ ਲੱਗੇ ਵੀ ਗਿਆਨੀ ਜੀ ਸਾਡੇ ਨਾਲ ਚਲੋਗੇ, ਤੁਹਾਡੇ ਨਾਲ ਗੱਲ ਕਰਨੀ। ਕਹਿੰਦੇ ਹਾਂ ਚਲੀਏ। ਚਲੋ। ਕਹਿੰਦੇ ਇੱਕ ਬਹੁਤ ਵੱਡਾ ਹਾਲ ਸੀ, ਕੁਰਸੀਆਂ ਲੱਗੀਆਂ, ਚਾਦਰ ਵਿਛੀ ਇੱਕ ਕੁਰਸੀ ਤੇ ਵੱਡੀ ਸਾਰੀ, ਤੇ ਕਹਿੰਦੇ ਇੱਥੇ ਬੈਠੋ। ਕਹਿੰਦੇ ਨਹੀਂ ਮੈਂ ਨਹੀਂ ਇੱਥੇ ਬਹਿਣਾ, ਤੁਸੀਂ ਬੈਠੋ। ਕਹਿੰਦੇ ਨਾ ਜੀ ਬੈਠੋ ਤੁਸੀਂ, ਇਹ ਤੁਹਾਡੇ ਲਈ ਹੈ। ਬਹੁਤ ਪਿਆਰ ਸਤਿਕਾਰ ਨਾਲ ਕਹਿੰਦੇ ਜੀ 2 ਕਰੋੜ ਰੁਪਈਆ ਦੇਵਾਂਗੇ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਤੁਸੀਂ ਦਸਮ ਬਾਣੀ ਨੂੰ ਮੰਨਦੇ? ਕਹਿੰਦੇ ਹਾਂ ਮੰਨਦੇ। ਕਹਿੰਦੇ ਜੀ ਸਿਰਫ ਇੰਨੀ ਗੱਲ ਕਹਿਣੀ ਵੀ ਸਾਰੀ ਨਹੀਂ ਗੀ ਬਾਣੀ, ਵਿੱਚੋਂ ਕੁਝ ਹੈ ਨਹੀਂ ਗੀ, ਸਿਰਫ ਇੰਨੀ ਗੱਲ ਹੀ ਕਹਿਣੀ ਜੀ, 2 ਕਰੋੜ ਰੁਪਈਆ ਦੇਵਾਂਗੇ। ਕਹਿੰਦੇ ਨਹੀਂ ਤੁਸੀਂ ਗਲਤ ਦੁਕਾਨ ਤੇ ਆ ਗਏ, ਇੱਦਾਂ ਨਹੀਂ ਹੋਣੀ। 5 ਮਿੰਟ ਨਹੀਂ ਕਹਿੰਦੇ ਲਾਏ ਤੇ ਮੈਨੂੰ ਗੁਰਦੁਆਰੇ ਛੱਡ ਗਏ। 2 ਕਰੋੜ ਰੁਪਈਆ ਸਿਰਫ ਇੰਨੀ ਗੱਲ ਕਹਿਣ ਦਾ ਵੀ ਦਸਮ ਬਾਣੀ ਨਹੀਂ। ਹੁਣ ਤੁਸੀਂ ਆਪਾਂ ਧਿਆਨ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਕਦੇ ਧਿਆਨ 'ਚ ਕੀਤਾ ਇਹ ਪੰਕਤੀਆਂ ਕਿੱਥੇ ਆਉਂਦੀਆਂ? ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਸੱਚ ਕੀ ਹੈ? ਸੱਚ ਕੀ ਹੁੰਦਾ? ਸੱਚ ਦੀ ਗੱਲ ਕਰਨ ਵਾਲਿਆਂ ਨੂੰ ਕਦੇ ਕਿਸੇ ਨੇ ਕੁਰਸੀ ਤੇ ਨਹੀਂ ਬਹਾਉਣਾ, ਧਿਆਨ ਕਰ ਲਿਓ। ਸੱਚ ਬੋਲਣ ਵਾਲਾ ਹਮੇਸ਼ਾ ਹੀ ਜਾਂ ਜਮੂਰਾਂ ਨਾਲ ਨੋਚਿਆ ਜਾਂਦਾ, ਜਾਂ ਜ਼ਹਿਰ ਦਾ ਪਿਆਲਾ ਪੀਣਾ ਪੈਂਦਾ, ਜਾਂ ਭੁੱਖੇ ਰਹਿਣਾ ਪੈਂਦਾ, ਜਾਂ ਗਲਾ ਵੱਢ ਕੇ ਚੌਂਕ 'ਚ ਟੰਗ ਦਿੱਤਾ ਜਾਂਦਾ, ਜਾਂ ਫਿਰ ਤੱਤੀ ਤਵੀ ਹੈ। ਸੱਚ ਬੋਲਣ ਵਾਸਤੇ ਕੋਈ, ਸੱਚ ਬੋਲਣ ਵਾਲੇ ਨਾਲ ਕੋਈ ਖੜਾਉਂਦਾ ਵੀ ਨਹੀਂ, ਤੇ ਸੱਚ ਬੋਲਣ ਵਾਲੇ ਨੂੰ ਇਹ ਸਜ਼ਾ ਭੁਗਤਣੀ ਪੈਂਦੀ ਆ। ਸੱਚ ਹੁੰਦਾ, ਉਹਨੂੰ ਪਤਾ ਜੇ ਸੱਚ ਬੋਲ ਕੇ ਮਰ ਵੀ ਗਿਆ ਸੰਸਾਰ ਤੇ ਸਦਾ ਜਿਉਂਦਾ ਰਹੂੰਗਾ। ਹੁਣ ਬੁੱਝਣ ਵਾਲੇ ਵਾਸਤੇ ਕੀ ਹੈ ਜੀ? ਬੁੱਝਣ ਹਾਰ ਕੋ ਸਤ ਸਭ ਸੋਏ। ਜਿਹਨੇ ਬੁੱਝ ਲਿਆ ਉਹਦੇ ਵਾਸਤੇ ਸਾਰਾ ਕੁਝ ਸੱਚ ਹੈ, ਪਰ ਬੁੱਝਣ ਵਾਸਤੇ ਯਤਨ ਕਰਨਾ ਪੈਂਦਾ, ਤੜਕੇ ਉੱਠਣਾ ਪੈਂਦਾ, ਨਹਾਉਣਾ ਪੈਂਦਾ, ਕਿਤੇ ਘੜੀ ਚੌਂਕੜੀ ਮਾਰ ਕੇ ਬਹਿਣਾ ਪੈਂਦਾ। ਕੱਲਾ ਗਿਆਨ ਘੋਟਣ ਨਾਲ ਗੱਲ ਨਹੀਂ ਬਣਦੀ। ਕੱਲਾ ਗਿਆਨ ਖੁਸ਼ਕ ਗਿਆਨ ਹੁੰਦਾ ਜਿਹੜਾ ਰੱਬ ਤੋਂ ਦੂਰ ਲੈ ਜਾਂਦਾ। ਤੇ ਉਹ ਖੁਸ਼ਕ ਗਿਆਨ ਕੀ ਪੈਦਾ ਕਰਦਾ, ਪਹਿਲਾਂ ਉਹ ਬੇਨਤੀ ਕਰਦਾ। ਦੇਖੋ ਖੁਸ਼ਕ ਗਿਆਨ ਬਹੁਤ ਸੀ ਪ੍ਰਿੰਸੀਪਲ ਗੰਗਾ ਸਿੰਘ ਕੋਲ, ਬਹੁਤ ਪੱਠੇ ਪਾਏ ਜਾ ਕਰਕੇ ਉਹਦੇ ਆਸ਼ਰਮ 'ਚ ਬਹਿ ਕੇ ਗਾਂਧੀ ਨੂੰ। ਪਰ ਜਿਸ ਵੇਲੇ ਸੰਤ ਬਾਬਾ ਅਤਰ ਸਿੰਘ ਜੀ ਨੇ ਕਪੂਰਥਲੇ ਪੁੱਛ ਲਿਆ ਨਾ, ਰਾਜੇ ਦੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਹੋਇਆ, ਬੇਗਮਪੁਰਾ ਸ਼ਹਿਰ ਕੋ ਨਾਮ, ਇਹਦੇ ਅਰਥ ਕੀਤੇ। ਇਹਦੇ ਅਰਥ ਕਰਕੇ ਜਦੋਂ ਥੱਲੇ ਉਤਰੇ, ਸੰਤ ਵੀ ਬੈਠੇ ਸੀ ਸੰਤ ਅਤਰ ਸਿੰਘ ਜੀ, ਪਿੱਠ ਤੇ ਹੱਥ ਮਾਰ ਕੇ ਪੁੱਛਦੇ ਆ, ਪ੍ਰਿੰਸੀਪਲ ਜੀ ਅਰਥ ਬੜੇ ਕਮਾਲ ਕੀਤੇ, ਕਦੇ ਮਾਣੇ ਵੀ ਹੈ? ਅੱਗਿਓਂ ਪ੍ਰਿੰਸੀਪਲ ਦਾ ਉੱਤਰ ਪਤਾ ਕੀ ਸੀ? ਨਾ ਜੀ ਇਹ ਤਾਂ ਉਦਾਂ ਹੀ ਲਿਖਿਆ, ਮਹਾਰਾਜ ਜੀ ਨੇ ਉਦਾਂ ਹੀ ਦ੍ਰਿਸ਼ਟਾਂਤ ਦਿੱਤਾ, ਇਦਾਂ ਹੈ ਥੋੜੀ। ਸੰਤ ਹੱਸ ਪਏ, ਕਹਿੰਦੇ ਨਾ ਪ੍ਰਿੰਸੀਪਲ ਜੀ ਇਦਾਂ ਹੈਗਾ। ਕਿਰਪਾ ਦੇ ਘਰ ਵਿੱਚ ਆ ਗਿਆ ਤੇ ਥਾਪੀ ਦੇ ਕੇ ਆਖਿਆ, ਨਹੀਂ ਧਿਆਨ ਕਾਲ ਜਰਾ ਕਿ ਧਿਆਨ ਟਿਕਾਓ, ਪਤਾ ਲੱਗ ਜੂ ਇਦਾਂ ਹੈਗਾ। ਤੇ ਪ੍ਰਿੰਸੀਪਲ ਸਾਹਿਬ ਜਿਹੜੇ ਕੱਲਾ ਗਿਆਨ ਘੋਟਦੇ ਸੀ, ਜਦੋਂ ਕਿਰਪਾ ਵਰਤੀ ਨਾ, ਜਦੋਂ ਬੁੱਝਣ ਹਾਰ ਕੋ ਸਤ ਸਭ ਸੋਏ ਹੋਇਆ, ਉਦੋਂ ਉਹ ਪ੍ਰਿੰਸੀਪਲ ਇੱਕ ਪੰਕਤੀ ਦੇ 7 ਦਿਨ ਅਰਥ ਕਰਕੇ ਅਖੀਰ ਨੂੰ ਪਤਾ ਕੀ ਕਹਿੰਦੇ? ਕਹਿੰਦੇ ਅਜੇ ਮੁੱਕੇ ਨਹੀਂ। ਉਹਨੂੰ ਕਹਿੰਦੇ ਨਾਮ 'ਚ ਭਿੱਜਾ ਗਿਆਨ। ਤੇ ਜਦੋਂ ਆਪਾਂ ਹੁਣ ਗੱਲ ਕਰਨੀ ਵੀ ਰਾਏ ਬੁਲਾਰ ਨੂੰ ਕਿੱਦਾਂ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਰੱਬ ਹੈ, ਕਿਉਂਕਿ ਸ਼ਿਕਾਇਤ ਆਈ ਹੈ ਰਾਏ ਬੁਲਾਰ ਕੋਲ ਵੀ ਮਹਾਰਾਜ ਜੀ ਉੱਥੇ ਖੇਤ 'ਚ ਜਾ ਕੇ ਸੌਂ ਜਾਂਦੇ ਆ ਤੇ ਪਸ਼ੂ ਛੱਡੇ ਹੁੰਦੇ ਆ ਖੁੱਲੇ, ਉਹ ਸਾਡੇ ਅੱਜ ਸਾਡੀ ਫਸਲ ਖਾ ਗਏ, ਫਸਲ। ਕਿਉਂਕਿ ਰਾਏ ਹਾਕਮ ਹੈ ਇਲਾਕੇ ਦਾ, ਰਾਏ ਬੁਲਾਰ ਜੀ
ਜਦੋਂ ਸ਼ਿਕਾਇਤ ਆਈ, ਸ਼ਿਕਾਇਤ ਆਉਂਦਿਆਂ ਰਾਏ ਬੁਲਾਰ ਕਹਿੰਦੇ ਜਾਓ ਵੇਖ ਕੇ ਆਓ। ਤਾਂ ਜਿਹੜੇ ਬੰਦੇ ਕਰਿੰਦੇ ਭੇਜੇ ਕਾਰੀ ਆਪਣੇ ਭਾਵ ਕੇ ਰੱਖੇ ਹੋਏ ਅਹਿਲਕਾਰ, ਉਹਨੇ ਜਾ ਕੇ ਜਦੋਂ ਵੇਖਿਆ ਵੀ ਇੱਥੇ ਤੇ ਕੋਈ ਫਸਲ ਨਹੀਂ ਖਾਧੀ ਹੋਈ। ਫਿਰ ਮਹਾਰਾਜ ਜੀ ਵੀ ਸੁੱਤੇ ਪਏ ਆ, ਉਹਨਾਂ ਵੇਖਿਆ ਵੀ ਛਾਂ ਸੱਪ ਦੀ ਹੋਈ ਹੈ। ਸੱਪ ਖੜੋਤਾ, ਛਾਂ ਕਰਕੇ ਖੜੋਤਾ। ਰਾਏ ਨੂੰ ਆ ਕੇ ਇਦਾਂ ਹੀ ਦੱਸਦੇ ਆ ਤੇ ਰਾਏ ਆਪ ਘੋੜੀ ਤੇ ਚੜ੍ਹ ਕੇ ਜਾਂਦਾ, ਘੋੜੀ ਤੇ ਚੜ੍ਹ ਕੇ ਵੇਖਦਾ। ਮਹਾਰਾਜ ਜੀ ਜਿੱਥੇ ਹੁੰਦੇ ਆ ਜਾ ਕੇ ਫਿਰ ਮਾਇਆ ਰੱਖ ਕੇ ਮੱਥਾ ਟੇਕ ਕੇ ਕਹਿੰਦਾ, ਹੈ ਬਹੁਤ ਕੁਝ ਭਜ ਰੱਬ ਦਾ ਦਿੱਤੀ ਔਲਾਦ ਨਹੀਂ, ਰੱਬ ਦੀ ਦਿੱਤੀ ਔਲਾਦ ਨਹੀਂ ਰਾਏ ਜੀ। ਮਹਾਰਾਜ ਜੀ ਨੂੰ ਕਹਿੰਦਾ, ਸਤਿਗੁਰੂ ਰਾਏ ਕੋਲ ਹੈ ਸਾਰਾ ਕੁਝ, ਹਾਕਮ ਆ, ਇੰਨੀ ਜ਼ਮੀਨ ਜਾਇਦਾਦ ਹੈ, ਮਹਿਲ ਮਾੜੀਆਂ, ਪਰ ਔਲਾਦ ਨਹੀਂ। ਸਤਿਗੁਰੂ ਪਿਆਰ ਦੇ ਘਰ ਵਿੱਚ ਆ ਕੇ ਕਹਿੰਦੇ, ਰਾਏ ਪੁੱਤਰ ਆਵੇਗਾ ਅਗਲੇ ਸਾਲ। ਹੁਣ ਸਤਕਾਰ ਵੇਖਿਓ, ਸਤਕਾਰ ਜਨਮ ਸਾਖੀ ਕਹਿੰਦੀ ਇਹ ਗੱਲ। ਪੁੱਤਰ ਆ ਗਿਆ ਤੇ ਪੁੱਤਰ ਦਾ ਜੱਗ ਕੀਤਾ, ਖੁਸ਼ੀ ਕੀਤੀ। ਮਹਾਰਾਜ ਜੀ ਉਮਰ ਛੋਟੀ ਹੈ, ਧਿਆਨ ਨਾਲ ਸੁਣਿਓ, ਮਹਾਰਾਜ ਜੀ ਉਮਰ ਛੋਟੀ ਹੈ, ਕਾਜੀ ਵੀ ਆਏ ਹੋਏ ਆ, ਪੰਡਿਤ ਵੀ ਆਏ ਹੋਏ ਆ ਸਾਰੇ, ਪਰ ਮਹਾਰਾਜ ਜੀ ਲਈ ਇੱਕ ਆਸਣ ਰੱਖਿਆ ਹੋਇਆ ਸਪੈਸ਼ਲ। ਮਹਾਰਾਜ ਜੀ ਦੀ ਉਡੀਕ ਹੋ ਰਹੀ ਹੈ, ਸਤਿਗੁਰੂ ਆਏ ਆ। ਰਾਏ ਜੀ ਹੱਥ ਜੋੜ ਕੇ ਕਹਿੰਦੇ, ਇੱਥੇ ਬੈਠੋ। ਜਦੋਂ ਬੈਠਣ ਲੱਗਦੇ ਆ, ਉਦੋਂ ਕਾਜੀ ਕੁਝ ਕੰਨ 'ਚ ਕਹਿਣ ਲੱਗਦਾ, ਤੇ ਜਦੋਂ ਕਾਜੀ ਕਹਿਣ ਲੱਗਦਾ ਨਾ, ਕਾਜੀ ਨੂੰ ਰੋਕ ਕੇ ਅੱਗਿਓਂ ਹੱਥ ਮੋਹਰੇ ਮੂੰਹ ਕਰਕੇ ਰਾਏ ਜੀ ਕੀ ਕਹਿੰਦੇ ਆ, ਕਾਜੀ ਕੋਈ ਇੱਕ ਵੀ ਗੁਸਤਾਖੀ ਵਾਲਾ ਅੱਖਰ ਨਾ ਬੋਲੀ, ਕਿਉਂਕਿ ਮੇਰੇ ਕੰਨ ਸੁਣ ਨਹੀਂ ਸਕਦੇ। ਆ ਜੀ ਕਪਾਨੋਂ ਨੇ ਮੂਹਰੇ ਅੱਗੇ ਨਾ ਗੇਟ ਤੇ ਗੱਡੀ ਲਾ ਦਿੱਤੀ ਹੋਈ ਕਿਸੇ ਗੁਰਮੁਖ ਨੇ, ਚਿੱਟੇ ਰੰਗ ਦੀ ਫੋਰਡ ਫੇਸਤਾ 444 SW, ਜਿਸ ਗੁਰਮੁਖ ਪਿਆਰੇ ਦੀ ਗੱਡੀ ਹੈ 444 SW ਫੋਰਡ ਫੇਸਤਾ। ਉਹ ਬੋਲਦਾ, ਜੀ ਜਿਹੜੀ ਵੀ ਸਰੀਰ ਦੀ ਹੈਗੀ ਹੈ ਉਹ ਕਿਰਪਾ ਕਰਕੇ ਜਾਓ, ਗੱਡੀ ਬਦਲ ਦਿਓ ਜੀ ਛੇਤੀ ਕਰਕੇ। ਧਿਆਨ ਕਰਿਆ ਕਰੀਏ ਜੀ, ਅਸਲ ਵਿੱਚ ਨਾ ਇਹ ਆਪਾਂ ਬਹੁਤ ਕੋਈ ਚੀਜ਼ਾਂ ਦਾ ਧਿਆਨ ਨਹੀਂ ਕਰਦੇ। ਇਹ ਲੋਕਾਂ ਵਿੱਚ ਇੱਕ ਸਮਝ ਹੈ ਕਿ ਉਹ ਕੰਮ ਨਹੀਂ ਕਰਦੇ ਜਿੱਥੇ ਕੁਝ ਗਲਤ ਹੋਣਾ ਹੋਵੇ। ਆਪਾਂ ਸਿੱਖਦੇ ਨਹੀਂ ਕੁਝ। ਦੁਨੀਆ ਵਿੱਚ ਇੱਕੋ ਇੱਕ ਕੌਮ ਹੈ ਜਿਹਦੇ ਕੋਲ ਸਭ ਤੋਂ ਵੱਡਾ ਖਜ਼ਾਨਾ ਹੈ ਆਪਾਂ ਕੋਲ। ਆਪਣੇ ਵਰਗਾ ਨਾ ਸੱਭਿਆਚਾਰ, ਨਾ ਪਹਿਰਾਵਾ, ਨਾ ਹੀ ਗਿਆਨ ਕਿਸੇ ਕੋਲ ਨਹੀਂ। ਤੁਸੀਂ ਆਪਾਂ ਤਾਂ ਆਪਣਾ ਧਰਮ ਨਹੀਂ ਨਾ ਪੜ੍ਹਦੇ ਉੱਦਾਂ, ਕਿਉਂਕਿ ਬੋਲਣ ਵਾਲਿਆਂ ਨੂੰ ਕਿੰਨਾ ਕੁਛ ਪੜ੍ਹਨਾ ਪੈਂਦਾ, ਜਾਣਾ ਪੈਂਦਾ ਦੂਜੇ ਲੋਕਾਂ ਵਿੱਚ। ਇੱਕ ਚੀਜ਼ ਕਿਸੇ ਨੂੰ ਉਹਨਾਂ ਨੂੰ ਚੁੱਕ ਕੇ ਫੜਾਓ ਤੇ 4 ਵਾਰ ਤੁਹਾਡਾ ਧੰਨਵਾਦ ਕਰਦੇ ਆ। ਇਹ ਨਹੀਂ ਵੀ ਸਾਰੇ ਦੁੱਧ ਧੋਤੇ ਆ ਸਾਰਾ 100%, ਪਰ ਫਿਰ ਵੀ 80-90% ਲੋਕ ਚੰਗੇ ਆ। ਆਪਾਂ ਬਹੁਤ ਥੋੜਾ ਖਿਆਲ ਕਰਿਆ ਕਰੀਏ, ਖਿਆਲ ਘੱਟ ਕਰਦੇ ਆ। ਜਿਹੜੇ ਹਾਲਾਤ ਮੈਂ ਕਈ ਵਾਰੀ ਆ ਨੌਜਵਾਨਾਂ ਦੇ ਖਾਸ ਕਰ ਵੇਖਦਾ, ਮੈਂ ਪਿੱਛੇ ਤੁਹਾਨੂੰ ਇੱਕ ਛੋਟੀ ਗੱਲ ਕਹਿ ਦਿੰਦਾ। ਇੱਕ ਥਾਂ ਹੀ ਕਥਾ ਕਰਨ ਜਾਣਾ ਪਿਆ, ਇੱਕ ਵੀਕ ਛੱਡ ਕੇ 2 ਵਾਰ ਲਗਾਤਾਰ। ਦੋਨੇ ਵਾਰ ਜਦੋਂ ਮੈਂ ਗਿਆ ਤੇ ਦੋਨੇ ਵਾਰ ਹੀ ਨੌਜਵਾਨਾਂ ਦੀ ਟੋਕਰੀ ਮੋਹਰੇ ਰੱਖੀ ਸੀ। ਇਹ ਚਿੰਤਾ ਦਾ ਵਿਸ਼ਾ ਹੈ। ਆਪਣੇ ਕੋਲ ਸਮਝ ਨਹੀਂ ਰਹੀ ਚੰਗਾ ਕੀ ਤੇ ਮਾੜਾ ਕੀ। ਆਪਾਂ ਸਾਰਾ ਦੋਸ਼ ਸਰਕਾਰ ਨੂੰ ਦੇਈ ਜਾਂਦੇ। ਆ ਜਿਹੜੀ ਸਾਡੇ ਮੂੰਹ ਤੇ ਕੈਂਚੀ ਫਿਰਦੀ ਹੈ, ਸਰਕਾਰ ਨਹੀਂ ਫੇਰਦੀ, ਮਾਫ ਕਰਿਓ ਮੈਨੂੰ। ਆਪਾਂ ਬਚਣ ਵਾਸਤੇ ਨਾ ਆਪਣਾ ਭਾਰ, ਆਪਣੇ ਸਿਰ ਤੋਂ ਭਾਰ ਚੱਕਣ ਦੀ ਖਾਤਰ ਦੂਜੇ ਸਿਰ ਭਾਰ ਸਿੱਟਣ ਵਾਸਤੇ ਸਾਰਾ ਦੋਸ਼ ਦੂਜਿਆਂ ਤੇ ਮੜੀ ਜਾਂਦੇ ਆ। ਜਿੰਨੀ ਨੌਜਵਾਨੀ ਜਦੋਂ ਕਈ ਵਾਰੀ ਬੋਲਦੀ ਆ ਨਾ, ਹੁਣ ਮੈਨੂੰ ਮਾਫ ਕਰਿਓ ਵੀ ਗੁਰਦੁਆਰਿਆਂ ਨੇ ਜੋੜਿਆ ਨਹੀਂ ਜੀ। ਇੱਥੇ ਹਰ ਹਫ਼ਤੇ ਬਾਜਾਂ ਮਾਰ ਮਾਰ ਆਖੀ ਦਾ ਮਿੰਤ ਨਾਲ ਹੀ ਕੇਸ ਦਾੜੀ ਰੱਖ ਲਓ। ਕੋਈ ਰੱਖਦਾ? ਇੱਥੇ ਆਏ ਕਿਸੇ ਨੌਜਵਾਨ ਨੂੰ ਕਿਹਾ ਜਾਂਦਾ ਤੂੰ ਬਾਹਰ ਚਲਿਆ ਜਾ। ਇਕੱਲੇ ਆਪਣੇ ਇਟਲੀ 'ਚ 5-10 ਗੈਂਗ ਆ ਆਪਣੇ ਮੁੰਡਿਆਂ ਦੇ। ਕਾਹਦੇ ਵਾਸਤੇ ਹੈ? ਕਦੇ ਸੋਚ ਕੇ ਵੇਖਿਆ ਕਿਸ ਵਾਸਤੇ ਹੈ? ਦਿਹਾੜੀ ਸਾਰੇ ਕਰਦੇ ਆ, ਦਿਹਾੜੀ ਕਰਕੇ ਰੋਟੀ ਖਾਣੇ। ਗੈਂਗ ਕਾਹਦੇ ਬਣਾਏ ਆ?
ਕਿਹੜੀ ਜੰਗ ਜਿੱਤਣੀ ਹੈ ਪਤਾ ਤੇ ਲੱਗੇ ਨਾ। ਆਪਾਂ ਰਾਹ ਗਲਤ ਚੁਣ ਲਿਆ ਹੋਇਆ। ਆਪਾਂ ਕਸੂਰ ਅਸਲ ਵਿੱਚ ਨਾ ਆਪਣਾ ਨਹੀਂ ਮੰਨਦੇ, ਆਪਣਾ ਕਸੂਰ ਦੂਜੇ ਦੇ ਸਿਰ ਮੜੀ ਜਾਂਦੇ, ਸਾਰੇ ਦਾ ਸਾਰਾ, ਸਾਰੇ ਦਾ ਸਾਰਾ। ਹਰ ਧਾਰਮਿਕ ਅਦਾਰੇ ਨੂੰ ਮਾੜਾ ਕਹਿੰਦੇ ਆ, ਹਰ ਧਾਰਮਿਕ ਅਦਾਰੇ ਤੇ ਉਂਗਲ ਚੁੱਕਦੇ ਆ, ਹਰ ਧਾਰਮਿਕ ਬੰਦੇ ਤੇ ਉਂਗਲ ਚੁੱਕਦੇ ਆ। ਕਦੇ ਆਪਣੇ ਵੱਲ ਨੂੰ ਉਂਗਲ ਕਰਕੇ ਪੁੱਛਦੇ ਨਹੀਂ ਮੈਂ ਸਵੇਰੇ ਉੱਠ ਕੇ ਕੀ ਕਰਦਾ, ਮੇਰਾ ਯੋਗਦਾਨ ਕੀ ਹੈ, ਮੈਂ ਕਿਸ ਵਾਸਤੇ ਜੀਉ ਰਿਹਾ। ਕਿਸੇ ਧਾਰਮਿਕ ਅਦਾਰੇ ਵਾਸਤੇ ਗੁਰੂ ਕਲਗੀਧਰ ਜੀ ਨੇ ਪੁੱਤਰ ਵਾਰੇ ਆ? ਨਹੀਂ, ਕੌਮ ਵਾਸਤੇ ਵਾਰੇ ਆ, ਤੇ ਕੌਮ ਵਿੱਚ ਆਪਾਂ ਸਾਰੇ ਆਉਨੇ। ਆਪਾਂ ਦੇਣਦਾਰ ਸਾਰੇ ਗੁਰੂ ਸਾਹਿਬ ਦੇ, ਇੱਕ ਨਹੀਂ, ਧਾਰਮਿਕ ਅਦਾਰਾ ਨਹੀਂ ਇਕੱਲਾ। ਹਾਂ, ਧਾਰਮਿਕ ਅਦਾਰਿਆਂ ਦੀ ਕੁਝ ਜ਼ਿੰਮੇਵਾਰੀ ਹੈ, ਜਿਨ੍ਹਾਂ ਤੋਂ ਲੀ ਤੋਂ ਲੈ ਗਈ ਹੋਈ ਗੱਲ, ਉਹਨਾਂ ਦੀ ਕੋਈ ਜ਼ਿੰਮੇਵਾਰੀ, ਪਰ ਸਾਰੀ ਨਹੀਂ। ਆਪਾਂ ਸਾਰੇ ਦਾ ਸਾਰਾ ਬੋਝ ਦੂਜੇ ਤੇ ਸੁੱਟ ਕਰਕੇ ਕਹਿੰਦੇ ਨਾ ਜੀ ਜੋੜਦਾ ਨਹੀਂ ਕੋਈ। ਮੈਂ ਤਾਂ ਹੈਰਾਨ ਹੁੰਦਾ। ਮੈਂ ਇੱਕ ਥਾਂ ਗਿਆ, ਉਹ ਨੌਜਵਾਨ ਮੈਨੂੰ ਕਹਿੰਦੇ ਜੀ ਜੋੜਦੇ ਨਹੀਂ, ਹੱਥ ਨਹੀਂ ਮਿਲਾਉਂਦੇ ਤੁਸੀਂ। ਮੈਂ ਕਹਿੰਦਾ ਮੈਂ ਜੱਫੀ ਪਾ ਲੈਣਾ। ਜਦੋਂ ਜੱਫੀ ਵੀ ਪਾ ਲਈ ਉਹ ਫਿਰ ਵੀ ਮੇਰੇ ਨਾਲ ਲੜੀ ਜਾਣ। ਮੈਂ ਉਹਨਾਂ ਨੂੰ ਹੱਥ ਜੋੜ ਕੇ ਆਖਿਆ ਭਰਾਓ ਇਦੋਂ ਵੱਧ ਮੈਂ ਕੀ ਕਰ ਸਕਦਾ, ਮੈਂ ਤਾਂ ਤੁਹਾਨੂੰ ਜੱਫੀ 'ਚ ਵੀ ਲੈ ਲਿਆ, ਮੇਰਾ ਕੀ ਕਸੂਰ ਆ। ਤੁਹਾਡਾ ਰੋਸ ਜਿਹੜਾ ਉਹ ਜਾਇਜ਼ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਬੋਲ ਸੁਣਿਓ 52 ਅੱਖਰੀ 'ਚ, ਰੋਸ ਨਾ ਕਾਹੂ ਸੰਗ ਕਰੋ। ਆਪਣਾ ਸਾਰਾ ਰੋਸ ਦੂਜਿਆਂ ਤੇ ਹੈ, ਆਪਣਾ ਆਪ ਵਿਚਾਰਨਾ ਪੈਂਦਾ। ਜੇ ਕੋ ਬੁੱਝੈ ਹੋਵੇ ਸਚਿਆਰ, ਬੁੱਝਣ ਵਾਸਤੇ ਇੱਕ ਕੰਮ ਨਹੀਂ ਕਰਦੇ, ਸਚਿਆਰ ਕਿੱਦਾਂ ਹੋਣਾ। ਧਿਆਨ ਨਾਲ ਸ਼ਲੋਕ ਸੁਣਿਓ, ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ, ਹੋਏ ਨਿਮਾਨਾ ਜਗ ਰਹੋ, ਨਾਨਕ ਨਦਰੀ ਪਾਰ। ਆਪਾਂ ਸਾਰਾ ਰੋਸ ਦੂਜਿਆਂ ਤੇ ਕਰ ਰਹੇ ਹਾਂ, ਰਹੋ ਵਿਚਾਰ। ਸਤਿਗੁਰੂ ਮਹਾਰਾਜ ਜੀ ਦੇ ਅੜੀਕ ਹੋ ਰਹੀ ਹੈ, ਸਤਿਗੁਰੂ ਪਹੁੰਚੇ ਆ। ਕਾਜੀ ਨੇ ਕੁਝ ਬਚਨ ਕਹਿਣਾ ਚਾਹਿਆ, ਕੀ ਕਹਿਣਾ ਚਾਹੁੰਦਾ, ਕਿਉਂਕਿ ਕਾਜੀ ਵੇਖੋ ਇਸਲਾਮ ਧਰਮ ਨੂੰ ਮੰਨਦਾ, ਇਸਲਾਮ ਧਰਮ ਦੀ ਸ਼ਰ੍ਹਾ ਹੈ, ਉਸ ਸ਼ਰ੍ਹਾ ਵਿੱਚੋਂ ਪੱਕੇ ਹੈ। ਕਾਫਰ ਨੂੰ ਮੰਨਦੇ ਨਹੀਂ, ਦੂਜਿਆਂ ਨੂੰ ਕਾਫਰ ਕਦ ਸੱਦਦੇ, ਸਾਰਿਆਂ ਨੂੰ ਕਾਫਰ ਸੱਦਦੇ। ਤੇ ਰਾਏ ਜੀ ਦਾ ਵੇਖਿਓ ਕਰਮ। ਆਪਾਂ ਤਾਂ ਹੁਣ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਰੂਪਾਂ ਨੂੰ ਜੋ ਮਰਜ਼ੀ ਕੋਈ ਕਰੇ, ਆਪਾਂ ਨੂੰ ਥੋੜੀ ਕੋ ਲੱਗਦਾ। ਪਰ ਰਾਏ ਜੀ ਕਹਿੰਦੇ ਹੱਥ ਤੇ ਮੂੰਹ ਤੇ ਹੱਥ ਰੱਖ ਦਿੱਤਾ, ਕਹਿੰਦੇ ਕਾਜੀ ਇੱਕ ਵੀ ਅੱਖਰ ਐਸਾ ਨਾ ਬੋਲੀ ਜਿਸ ਕਰਕੇ ਮੇਰੇ ਕੰਨ ਸੁਣਨ ਨਾ ਤੇ ਤੈਨੂੰ ਇੱਥੋਂ ਭੇਜਣਾ ਪਵੇ। ਮੈਂ ਗੁਰੂ ਸਾਹਿਬ ਜੀ ਦੇ ਸਬੰਧ 'ਚ ਕੁਝ ਸੁਣ ਨਹੀਂ ਸਕਦਾ। ਕਾਜੀ ਚੁੱਪ ਹੋ ਗਿਆ। ਮੈਂ ਤਾਂ ਪਹਿਲਾਂ ਭੂਮਿਕਾ 'ਚ ਬੇਨਤੀਆਂ ਕੀਤੀਆਂ ਸੀ ਵੀ ਗੁਰੂ ਨਾਨਕ ਸਾਹਿਬ ਜੀ ਕੌਣ ਹੈ, ਇਹ ਪਛਾਣਨ ਦੀ ਲੋੜ ਹੈ। ਜਿੱਦਣ ਆਪਾਂ ਨੂੰ ਇਹ ਪਹਿਚਾਣ ਆ ਗਈ ਗੁਰੂ ਨਾਨਕ ਸਾਹਿਬ ਜੀ ਹੈ ਕੌਣ ਹੈ ਨਾ, ਉਦਣ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਾਂਗੇ, ਵਰਨਾ ਮੰਨਣ ਲਈ ਤਿਆਰ ਨਹੀਂ। ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਕਮਾਈ ਕਰਨੀ ਨੂੰ ਮੰਨਦੇ ਆ ਨਹੀਂ। ਧਿਆਨ ਕਰਿਓ, ਸਤਿਗੁਰੂ ਆ ਕੇ ਬੈਠ ਗਏ ਆ, ਬੈਠ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਬੈਠਦਿਆਂ ਹੱਥ ਜੋੜ ਕੇ ਰਾਏ ਜੀ ਉੱਠੇ ਆ, ਤੇ ਉੱਠ ਕੇ ਕੀ ਕਹਿੰਦੇ ਆ, ਧਿਆਨ ਨਾਲ ਸੁਣਿਓ। ਇਹ ਖਰੜਾ ਬੋਲਦਾ, ਅੱਜ ਵੀ ਪਾਕਿਸਤਾਨ ਦੀ ਉਭਾਉ ਕੇ ਅਦਾਲਤ ਵਿੱਚੋਂ ਕੇਸ ਜਿੱਤਿਆ, ਆਪਣੇ ਆਪ ਹੀ ਜਿੱਤ ਹੋਇਆ। ਕੀ ਕੇਸ ਜਿੱਤ ਹੋਇਆ ਕਿ ਕੀ ਬਣਿਆ, ਉਹਨਾਂ ਲੋਕਾਂ ਨੇ ਕੇਸ ਕਰ ਦਿੱਤਾ ਸੀ। ਆ ਹੁਣ ਥੋੜੇ ਚਿਰ ਦੀ ਗੱਲ ਹੈ, 74 ਦੀ ਗੱਲ ਹੈ, ਕਿ ਜਿਹੜੀ ਜ਼ਮੀਨ ਸਾਡੇ ਨਾਂ ਹੋਵੇ, ਸਾਡੀ ਹੈ। ਕਿਉਂਕਿ ਭੱਟੀਆਂ ਦੀ ਬੋਲਦੀ ਸੀ ਸਾਰੀ, ਉਹ ਕਹਿੰਦੇ ਜੀ ਸਾਡੀ ਹੈ ਜ਼ਮੀਨ। ਪਰ ਜਦੋਂ ਸੁਪਰੀਮ ਕੋਰਟ 'ਚ ਕੇਸ ਗਿਆ ਨਾ, ਲੰਬੀ ਗੱਲ ਨਾ ਕਰਾਂ, ਸੁਪਰੀਮ ਕੋਰਟ ਦੇ ਜੱਜਾਂ ਦਾ ਪੈਨਲ ਬੈਠਾ, ਤੇ ਪੈਨਲ ਨੇ ਜਿਹੜੇ ਲੋਕ ਤਰੀਕ ਭੁਗਤਣ ਗਏ ਉਹਨਾਂ ਨੂੰ ਆਖਿਆ ਆਪਣੇ ਵੱਡਿਆਂ ਨੂੰ ਨਾਲ ਲੈ ਕੇ ਆਇਓ ਅਗਲੀ ਤਰੀਕ ਤੇ। ਆਪਣੇ ਵੱਡਿਆਂ ਨੂੰ ਨਾਲ ਲੈ ਕੇ ਗਏ, ਇਲਾਕੇ 'ਚੋਂ ਇਕੱਠੇ ਕਰਕੇ ਸਿਆਣੇ ਬੰਦੇ। ਦੁਪਹਿਰ ਦੇ ਵੇਲੇ ਲੰਚ ਟਾਈਮ, ਜੱਜ ਪਿੱਛੇ ਬੈਠੇ ਸੀ ਘਾਹ ਤੇ ਭਾਵ ਕੇ ਪਾਰਕ ਵਿੱਚ, ਉੱਥੇ ਬਿਠਾਲ ਕੇ ਕਹਿੰਦੇ ਵੀ ਜੇ ਤੁਸੀਂ ਕੇਸ ਵਾਪਸ ਨਾ ਲਿਆ, ਇਸ ਜ਼ਮੀਨ ਦਾ ਤੁਹਾਡੇ ਕੋਲੋਂ ਜਿਹੜਾ ਕਬਜ਼ਾ ਉਹ ਵੀ ਛੁੱਟ ਜਾਣਾ। ਉਹ ਕਹਿੰਦੇ ਕਿਉਂ ਕਹਿੰਦੇ ਇਸ ਕਰਕੇ ਕਿ ਤੁਸੀਂ ਕੇਸ ਹਾਰ ਜਾਣਾ। ਅੱਗਿਓਂ ਪੁੱਛਦੇ ਕਿਉਂ, ਅਸੀਂ ਕਿਉਂ ਹਾਰ ਜਾਣਾ, ਅਸੀਂ ਮਾਲਕ ਹਾਂ। ਕਹਿੰਦੇ ਨਹੀਂ ਤੁਸੀਂ ਨਹੀਂ ਮਾਲਕ, ਮਾਲਕ ਗੁਰੂ ਨਾਨਕ ਸਾਹਿਬ ਜੀ ਹੈ। ਅੱਗਿਓਂ ਪਤਾ ਕੀ ਕਹਿੰਦੇ, ਕਹਿੰਦੇ ਦੇਖੋ ਜੀ, ਕਹਿੰਦੇ ਜ਼ਮੀਨ ਤੁਹਾਡੇ ਕੋਲ ਆਈ ਕਿੱਥੋਂ, ਕਹਿੰਦੇ ਜੀ ਸਾਡੇ ਵੱਡਿਆਂ ਦੀ। ਕਹਿੰਦੇ ਜੇ ਵੱਡਿਆਂ ਦੀ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਨਾਂ ਕਿੱਦਾਂ ਗਈ।
ਕਹਿੰਦੇ ਜੀ ਰਾਏ ਜੀ ਜਿਹੜੇ ਸੀ ਉਹ ਦਿਮਾਗ ਕਰਕੇ ਥੋੜੇ ਹਿੱਲ ਗਏ ਸੀ, ਉਹਨਾਂ ਨੇ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਕਰਤੀ। ਕਹਿੰਦੇ ਕਿੰਨੀ ਕੀਤੀ? ਕਹਿੰਦੇ ਜੀ ਅੱਧੀ। ਕਹਿੰਦੇ ਜੇ ਹਿੱਲ ਗਏ ਸੀ ਦਿਮਾਗ ਕਰਕੇ, ਸਾਰੀ ਕਿਉਂ ਨਾ ਕਰਤੀ? ਅੱਧੀ ਕਿਉਂ ਕੀਤੀ? ਫਿਰ ਉਹਨਾਂ ਚੋਂ ਸਿਆਣਾ ਜੱਜ ਉਹ ਕਹਿੰਦੇ ਨਾ, ਤੁਸੀਂ ਰੱਬ ਨਾਲ ਮੱਥਾ ਲਾ ਲਿਆ। ਰਾਏ ਜੀ ਨੇ ਜ਼ਮੀਨ ਦਿੱਤੀ ਕਿਸ ਕਰਕੇ? ਕਿਉਂਕਿ ਪੁੱਤਰ ਹੋ ਗਿਆ, ਤੇ ਰਾਏ ਜੀ ਨੇ ਪੁੱਤਰ ਦੀ ਖੁਸ਼ੀ ਵਿੱਚ ਜਦੋਂ ਐਲਾਨ ਕੀਤਾ ਉੱਥੇ ਆਖਿਆ ਅੱਜ ਤੋਂ ਅੱਧੀ ਜਾਇਦਾਦ ਗੁਰੂ ਨਾਨਕ ਸਾਹਿਬ ਜੀ ਦੇ ਨਾਮ। ਇਹ ਅਕੀਦਾ ਸੀ ਰਾਏ ਬੁਲਾਰ ਜੀ ਦਾ ਮਹਾਰਾਜ ਜੀ ਦੇ ਉੱਤੇ। ਜਦੋਂ ਮਹਾਰਾਜ ਜੀ ਦੀ ਸ਼ਾਦੀ ਦਾ ਸਮਾਂ ਤੈਅ ਹੋਇਆ, ਸਤਿਗੁਰੂ ਸੁਲਤਾਨਪੁਰ ਆ ਗਏ। ਸੁਲਤਾਨਪੁਰ ਆ ਕੇ ਮੋਦੀ ਦੀ ਕਾਰ ਕਰਨ ਲੱਗ ਪਏ। 2-3 ਵਾਰ ਹਿਸਾਬ ਹੋਇਆ, 3 ਵਾਰ ਹਿਸਾਬ 'ਚ ਪੈਸੇ ਵੱਧ ਨਿਕਲੇ ਆ। ਦੌਲਤ ਖਾਨ ਨੂੰ ਸੋਚਣਾ ਪੈ ਗਿਆ ਇਹ ਕੀ ਬਣਿਆ। ਦੌਲਤ ਖਾਨ ਝੁਕ ਗਿਆ। ਝੁਕੇ ਹੋਏ ਦੌਲਤ ਖਾਨ ਨੇ ਆਖਿਆ ਮੈਨੂੰ ਮਾਫ ਕਰ ਦਿਓ, ਗਲਤੀ ਹੋ ਗਈ, ਕਾਰ ਕਰੋ। ਸਤਿਗੁਰੂ ਆਖਿਆ ਨਹੀਂ, ਕਾਰ ਨਹੀਂ ਹੁਣ ਕਰਨੀ, ਹੁਣ ਰੱਬ ਦੀ ਕਰਾਂਗੇ, ਹੁਣ ਤੇਰੀ ਨਹੀਂ ਕਰਨੀ। ਇੱਥੇ ਰਹਿੰਦੇ ਆ ਮਹਾਰਾਜ ਜੀ ਆਪਣੇ ਭੈਣ ਕੋਲ ਰਹਿੰਦੇ ਆ, ਬੇਬੇ ਜੀ ਕੋਲ। ਇੱਥੇ ਭਾਈਆ ਜੈਰਾਮ ਜੀ ਜਿਹੜੇ ਮਹਾਰਾਜ ਦੇ ਜੀਜੇ ਆ, ਉਹਨਾਂ ਰਿਸ਼ਤਾ ਇਹ ਕਰਵਾਇਆ। ਇਸ ਬਟਾਲੇ ਪਿੰਡ ਨੂੰ ਪਹਿਲਾਂ ਪੱਖੋ ਕੇ ਰੰਧਾਵੇ ਕਿਹਾ ਜਾਂਦਾ ਸੀ, ਹੁਣ ਬਟਾਲਾ ਸ਼ਹਿਰ ਹੈ। ਇੱਥੋਂ ਦੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਖੱਤਰੀ, ਚੌਣੇ ਗੋਤ ਉਹਨਾਂ ਦਾ। ਉਹਨਾਂ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ। ਇਹ ਰਿਸ਼ਤਾ ਭਾਈਆ ਜੈਰਾਮ ਜੀ ਰਾਹੀਂ ਤੈਅ ਹੋਇਆ। ਇੱਥੇ ਹੀ ਸਗਨ ਆਇਆ ਸੁਲਤਾਨਪੁਰ। ਇੱਥੇ ਸਗਨ ਪੈ ਕੇ ਮਹਾਰਾਜ ਜੀ ਨੇ ਕਿਰਪਾ ਕੀਤੀ। ਸਗਨ ਤੋਂ ਇੱਥੋਂ ਹੀ ਬਰਾਤ ਗਈ, ਹੁਣ ਵੀ ਜਾਂਦੀ ਹੈ ਨਾ। 1 ਸਾਲ ਮਹਾਰਾਜ ਜੀ ਦਾ ਰਿਸ਼ਤਾ ਹੋਇਆ ਰਿਹਾ। ਅਗਲੇ ਸਾਲ ਵਿਆਹ ਰੱਖਿਆ ਗਿਆ। ਇੱਥੋਂ ਬਰਾਤ ਚੜ੍ਹੀ। ਜਿਸ ਵੇਲੇ ਪਤਾ ਕਲਿਆਣ ਦਾਸ ਜੀ ਤੁਰਨ ਲੱਗੇ ਤਲਵੰਡੀ ਤੋਂ ਵਿਆਹ ਵਾਸਤੇ, ਤੇ ਰਾਏ ਜੀ ਨੂੰ ਜਾ ਕੇ ਮਿਲੇ ਆ। ਗੁਰਪ੍ਰਤਾਪ ਵਿੱਚ ਇਹ ਬੋਲ ਆਏ ਆ ਗੁਰੂ ਨਾਨਕ ਪ੍ਰਕਾਸ਼ ਵਿੱਚ। ਜਦੋਂ ਕਲਿਆਣ ਦਾਸ ਜੀ, ਪਿਤਾ ਕਲਿਆਣ ਦਾਸ ਜੀ ਆਏ ਨਾ, ਤੇ ਰਾਏ ਨੂੰ ਦੱਸ ਕੇ ਆਏ ਆ, ਇੱਕ ਅੱਖਰ ਮੂੰਹੋਂ ਨਿਕਲ ਗਿਆ ਕਿ ਤੁਹਾਡੇ ਦਾਸ ਦਾ ਵਿਆਹ ਹੈ। ਰਾਏ ਜੀ ਇੰਨਾ ਖਫਾ ਹੋ ਗਏ, ਇੰਨਾ ਗੁੱਸੇ ਹੋ ਗਏ। ਕਹਿੰਦੇ ਤੁਹਾਨੂੰ ਕਿੰਨੀ ਵਾਰ ਸਮਝਾਇਆ ਕਿ ਤੁਹਾਡਾ ਪੁੱਤਰ, ਤੁਸੀਂ ਪੁੱਤਰ ਜਾਣਿਆ ਹੋਇਆ, ਪੁੱਤਰ ਨਹੀਂ, ਰੱਬ ਹੈ। ਮੇਰੇ ਸਨਮੁਖ ਇਹ ਗੱਲ ਨਹੀਂ ਕਰਨੀ। ਤੁਸੀਂ ਇਤਿਹਾਸ ਸੁਣਿਆ ਹੋਣਾ, ਜਿਸ ਵੇਲੇ ਸੱਚਾ ਸੌਦਾ ਕਰਨ ਗਏ ਮਹਾਰਾਜ ਜੀ ਨੇ ਇੱਕ ਚਪੇੜ ਮਾਰ ਦਿੱਤੀ ਸੀ ਮਹਾਰਾਜ ਜੀ ਦੇ। ਰਾਏ ਜੀ ਨੂੰ ਇਹ ਪਤਾ ਲੱਗਾ ਸੀ। ਜਦੋਂ ਰਾਏ ਜੀ ਨੂੰ ਪਤਾ ਲੱਗਾ, ਚਪੇੜ ਮਾਰੀ, ਤੇ ਰਾਏ ਜੀ ਨੇ ਕਲਿਆਣ ਦਾਸ ਨੂੰ ਬੁਲਾ ਕਰਕੇ ਆਖਿਆ ਸੀ ਪਿਤਾ ਜੀ ਨੂੰ ਕਿ ਤੁਸੀਂ ਠੀਕ ਨਹੀਂ ਕੀਤਾ, ਤੁਸੀਂ ਰੱਬ ਦੇ ਚਪੇੜਾਂ ਮਾਰੀਆਂ। ਤੁਹਾਡਾ ਕੋਈ ਨੁਕਸਾਨ ਹੋ ਗਿਆ, ਦੱਸੋ ਕੀ ਹੋਇਆ? 20 ਰੁਪਈਆਂ ਦਾ ਹੋਇਆ ਬਸ। ਜੇ 20 ਦਾ ਹੋਇਆ ਤੇ ਦੱਸੋ ਕਿੰਨੇ 20 ਲੈਣੇ ਆ? ਪਰ ਹੱਥ ਨਹੀਂ ਚੁੱਕਣਾ, ਨਾ ਕੌੜਾ ਬੋਲਣਾ, ਜੋ ਕਰਨ ਉਹ ਕਰਨ ਦੇਣਾ। ਇਹ ਪਹਿਚਾਣ ਉਹਨਾਂ ਦੁਆਰਾ ਹੋਈ ਆਪਾਂ ਨੂੰ ਕਰਨੀ ਪੈਣੀ ਹੈ। ਜੇ ਨਾ ਕੀਤੀ ਤਾਂ ਆਪਣੇ ਲਈ ਸਿਰਫ ਗੁਰੂ ਨਾਨਕ ਸਾਹਿਬ ਹੈ, ਇਦੋਂ ਗਾਂ ਕੁਝ ਨਹੀਂ। ਮੈਨੂੰ ਮਾਫ ਕਰਿਓ, ਇਦੋਂ ਗਾਂ ਆਪਾਂ ਕੁਝ ਨਹੀਂ ਮੰਨਦੇ। ਇਦੋਂ ਗਾਂ ਤਾਂ ਸਿਰਫ ਆਪਾਂ ਇਹ ਮੰਨਦੇ ਵੀ ਮਹਾਰਾਜ ਜੀ ਦਾ ਪੁਰਬ ਆਇਆ ਤੇ ਉਦੋਂ ਜਲੇਬੀਆਂ ਕੱਢ ਕੇ ਖਾ ਲਈਆਂ, ਵਿਆਹ ਆਇਆ ਤੇ ਉਦੋਂ ਖਾ ਲਈਆਂ, ਉਦੋਂ ਗਾਂ ਇੱਕ ਪੈਰ ਵੀ ਨਹੀਂ ਤੁਰੇ। ਇਹ ਨਾ ਕਿਉਂ ਵੀ ਸਦਿਆ ਤੇ ਅਸੀਂ ਵਿਆਹ ਪੁਰਬ ਮਨਾਉਣ ਲਈ ਸੀ, ਸਾਨੂੰ ਹੀ ਕਹੀ ਜਾਂਦਾ ਕੁਝ, ਤੁਹਾਨੂੰ ਨਹੀਂ ਕਹਿੰਦਾ। ਮੈਂ ਆਪਣੇ ਆਪ ਨੂੰ ਵੀ ਕਹਿੰਦਾ, ਆਪਾਂ ਤੁਰੇ ਨਹੀਂ ਗਾਂ। ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸਾਡੇ ਤੋਂ ਕੋਲ ਪੁੱਛੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੀ ਐਸਾ ਸੰਸਾਰ ਤੇ ਕਰ ਦਿੱਤਾ ਕਿ ਸੰਸਾਰ ਦੇ ਲੋਕਾਂ ਨੂੰ ਝੁਕਣਾ ਪੈ ਗਿਆ। ਵੇਖੋ, ਭਾਈ ਗੁਰਦਾਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਰਦੇ ਤਾਂ ਫਿਰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲੋਕੀ ਉੱਦਾਂ। ਭਾਈ ਗੁਰਦਾਸ ਕਹਿੰਦੇ ਬਾਬੇ ਡਿੱਠੀ ਪ੍ਰਿਥਵੀ ਨਵਾਂ ਖੰਡ ਜਿੱਥੋਂ ਤੱਕ ਆਹੀ। ਕਹਿੰਦੇ ਬਾਬੇ ਨੇ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਵੇਖ ਲਈ, ਤੇ ਦੇਖ ਕੇ ਕੀਤਾ ਕੀ? ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਫਿਰ ਬਾਬੇ ਨੇ ਕੀਤਾ ਕੀ? ਬਾਬੇ ਨੇ ਕਹਿੰਦੇ ਗੜ ਬਗਦਾਦ ਨਿਵਾਇਕ, ਮੱਕਾ ਮਦੀਨਾ ਸਭੇ ਨਿਵਾਇਆ, ਜਿੱਤੀ 9 ਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ।
ਉਸ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜਾਣਨ ਵਾਸਤੇ ਯਤਨ ਕਰਾਂਗੇ ਫੇਰ ਤਾਂ ਕੋਈ ਗੱਲ ਬਣੂਗੀ। ਨਹੀਂ ਤਾਂ ਜੇ ਇੱਥੇ ਤੱਕ ਸੀਮਤ ਰਹੇ ਤਾਂ ਇਹ ਨਹੀਂ ਕਿ ਇਹਦਾ ਫਲ ਨਹੀਂ, ਫਲ ਹੈ, ਪਰ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਸਿੱਖ ਆਪਾਂ ਸਿੱਖ ਰਹੇ ਨਹੀਂ, ਕਿਉਂਕਿ ਗੁਰੂ ਸਾਹਿਬ ਦੀ ਗੱਲ ਨਹੀਂ ਮੰਨਦੇ। ਤਾਂ ਰਾਏ ਜੀ ਕੋਲੋਂ ਜਦੋਂ ਤੁਰਨ ਲੱਗੇ, ਰਾਏ ਜੀ ਤੋਂ ਇਹ ਬਚਨ ਨਿਕਲਿਆ ਗਿਆ ਜੀ ਤੁਹਾਡੇ ਦਾਸ ਦਾ ਵਿਆਹ ਹੈ। ਰਾਏ ਜੀ ਆਖਦੇ ਨਾ, ਇਹ ਬਚਨ ਨਹੀਂ ਆਖਣਾ, ਕਦੇ ਵੀ ਨਹੀਂ ਆਖਣਾ। ਮੈਂ ਉਹਨਾਂ ਦਾ ਦਾਸ ਹਾਂ, ਕੱਲਾ ਮੈਂ ਨਹੀਂ ਦਾਸ। ਵੇਖੋ ਗੁਰਪ੍ਰਤਾਪ 'ਚ ਬੋਲ ਆਏ, ਗੁਰੂ ਨਾਨਕ ਪ੍ਰਕਾਸ਼ 'ਚ ਕੀ ਇਹ ਕਹਿੰਦੇ ਆ, ਕਹਿੰਦੇ ਮੈਂ ਨਹੀਂ ਦਾਸ, ਕੁੱਲ ਸ੍ਰਿਸ਼ਟੀ ਉਹਨਾਂ ਦੀ ਦਾਸ ਹੈ, ਕੁੱਲ ਸ੍ਰਿਸ਼ਟੀ ਉਹਨਾਂ ਦੇ ਪੈਰਾਂ ਵਿੱਚ ਨਿਉਂਦੀ ਹੈ। ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਆਪਾਂ ਨੂੰ ਸੁਣਨ ਨੂੰ ਕਹਿਣ ਨੂੰ ਛੋਟੀਆਂ ਲੱਗਦੀਆਂ। ਵੇਖੋ ਕਿਸੇ ਦੂਜੇ ਇਸਲਾਮ ਕਿਸੇ ਧਰਮ 'ਚ ਜਾ ਕੇ ਗੱਲ ਕਰਨ ਵਾਸਤੇ ਅੱਜ ਆਪਾਂ ਜੁਰਤ ਨਹੀਂ ਕਰ ਸਕਦੇ, ਪਰ ਜਦੋਂ ਬਗਦਾਦ ਗਏ ਤੇ ਕੋਈ ਛੋਟਾ ਪੀਰ ਨਹੀਂ ਦਸਤਗੀਰ, ਛੋਟਾ ਪੀਰ ਨਹੀਂ ਦਸਤਗੀਰ, ਦਸਤਗੀਰ ਦਾ ਹੁਕਮ ਚੱਲਦਾ। ਜਿਸ ਵੇਲੇ ਆ ਕਰਕੇ ਦੋ ਸਰੀਰਾਂ ਨੇ ਸੁਣ ਕੇ ਆਏ ਆ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਕੀਰਤਨ ਹੋ ਰਿਹਾ, ਰਬਾਬ ਵੱਜ ਰਹੀ ਹੈ। ਰਾਏ ਨੂੰ ਆ ਕੇ ਦਸਤਗੀਰ ਨੂੰ ਦੱਸਦੇ ਆ, ਕਾਫਰ ਆਏ ਹੋਏ ਆ, ਕੀਰਤਨ ਹੋ ਰਿਹਾ। ਜਿਹੜੇ ਕੀਰਤਨ ਨੂੰ, ਸਾਜ਼ ਨੂੰ ਆਪਾਂ ਸੁਣਨਾ ਪਸੰਦ ਨਹੀਂ ਕਰਦੇ, ਉਹ ਸਾਜ਼ ਵੱਜ ਰਹੇ ਆ। ਦਸਤਗੀਰ ਨੇ ਸਾਰੇ ਸ਼ਹਿਰ ਨੂੰ ਹੁਕਮ ਦੇ ਦਿੱਤਾ, ਚਲੋ ਪੱਥਰ ਲੈ ਕੇ, ਦੋਵਾਂ ਹੱਥਾਂ 'ਚ ਪੱਥਰ ਫੜੇ ਆ, ਦੋਵਾਂ ਹੱਥਾਂ 'ਚ, ਧਿਆਨ ਕਰਿਓ, ਦੋਵਾਂ ਹੱਥਾਂ 'ਚ ਪੱਥਰ ਫੜੇ ਆ। ਸਾਰਾ ਸ਼ਹਿਰ ਤੁਰ ਪਿਆ। ਜਿੱਥੇ ਮਹਾਰਾਜ ਜੀ ਬਾਹਰ ਬੈਠੇ ਆ ਕਰਕੇ ਕਹਿੰਦੇ ਸੰਗਸਾਰ ਕਰੋ, ਪੱਥਰ ਮਾਰੋ। ਜਦੋਂ ਪੱਥਰ ਮਾਰਨ ਲੱਗੇ ਆ, ਕੀ ਹੋਇਆ ਕਹਿੰਦੇ ਜੜ ਹੋ ਗਿਆ, ਸਾਰੇ ਹੱਥ ਉੱਥੇ ਖੁੱਲ ਗਏ। ਬੋਲਦੇ ਨਹੀਂ, ਨਾ ਬੋਲਦੇ ਆ, ਜ਼ਬਾਨ ਬੰਦ ਹੋ ਗਈ, ਹੱਥ ਜਿੱਥੇ ਉੱਥੇ ਖੜੋ ਗਏ। ਜਦੋਂ ਇਹ ਖੜੋ ਗਏ, ਫਿਰ ਦਸਤਗੀਰ ਨੇ ਵੇਖਿਆ ਕੀ ਹੋਇਆ। ਫਿਰ ਅੰਦਰੋਂ ਫੁਰਨਾ ਬਣਿਆ ਦਸਤਗੀਰ ਦਾ, ਅੰਦਰੋਂ ਅਰਦਾਸ ਨਿਕਲੀ। ਇਹ ਵੀ ਆਪਣੇ ਅੰਦਰ ਸੋਚ ਕੇ ਜਾਂਦਾ ਕਿ ਅੱਲਾ, ਇਹ ਕੌਣ ਲੋਕ ਹੈ ਏਡੀ ਦੂਰ ਆ ਕੇ ਵੀ ਕੀਰਤਨ ਕਰਨ ਲੱਗ ਪਏ, ਇਹਨਾਂ ਨੂੰ ਡਰ ਨਹੀਂ, ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ, ਕਿਰਪਾ ਕਰਕੇ ਦਿਖਾਓ ਇਹ ਕੌਣ ਹੈ। ਤੇ ਸੁਰਤ ਕਰਕੇ ਵੇਖਿਆ, ਇਹ ਤੇ ਅੱਲਾ ਦਾ ਹੀ ਰੂਪ ਹੈ, ਇਹ ਤੇ ਰੱਬ ਹੀ ਹੈ। ਦਸਤਗੀਰ ਪੈਰੀਂ ਪਿਆ ਤੇ ਆਖਿਆ ਜੀ ਨਾ ਸਾਰਿਆਂ ਨੂੰ ਮਾਫ ਕਰ ਦਿਓ। ਮਹਾਰਾਜ ਜੀ ਨੇ ਆਖਿਆ ਠੀਕ ਹੈ, ਭਾਵ ਕੇ ਸਾਰੇ ਠੀਕ ਹੋ ਜਾਣਗੇ। ਠੀਕ ਹੋ ਗਿਆ, ਸਾਰੇ ਬੈਠ ਗਏ। ਸਿਰ ਸਵਾਲ ਕਰਨੇ ਸ਼ੁਰੂ ਕੀਤੇ ਦਸਤਗੀਰ ਨੇ। ਫਿਰ ਮਹਾਰਾਜ ਜੀ ਨੂੰ ਲੈ ਕੇ ਵੀ ਆਇਆ, ਸਾਰਾ ਕੁਝ ਕੀਤਾ, ਪਰ ਮਹਾਰਾਜ ਜੀ ਦੀ ਅਜ਼ਮਤ ਦੇਖ ਕਰਕੇ ਪੁੱਛਦਾ ਸਤਿਗੁਰੂ ਕੀ ਅਜ਼ਮਤ ਹੈ ਆਪ ਵਿੱਚ। ਮਹਾਰਾਜ ਜੀ ਨੇ ਆਖਿਆ ਸਾਡੇ ਵਿੱਚ ਤਾਂ ਸਿਰਫ ਨਾਮ ਦੀ ਅਜ਼ਮਤ ਹੈ। ਮੈਂ ਬਹੁਤਾ ਲੰਬਾ ਨਾ ਜਾਵਾਂ। ਸਤਿਗੁਰੂ ਨੇ ਕੁਝ ਐਸੇ ਬਚਨ ਕਹੇ, ਭਾਈ ਗੁਰਦਾਸ ਨੇ ਵੀ ਕਹੇ ਆ ਕਿ ਸਤਿਗੁਰੂ ਦਾ ਕਰਮ ਜੋ ਹੈ ਸੰਸਾਰ ਤੇ, ਉਹ ਸੰਸਾਰ ਤੋਂ ਨਵੇਕਲਾ ਸੀ, ਤਾਂ ਸੰਸਾਰ ਦੇ ਲੋਕਾਂ ਨੇ ਮੱਥਾ ਟੇਕਿਆ ਤੇ ਦਸਤਗੀਰ ਨੂੰ ਵੀ ਟੇਕਣਾ ਪਿਆ। ਫਿਰ ਦਸਤਗੀਰ ਨੇ ਸਵਾਲ ਕੀਤਾ, ਜੀ ਤੁਸੀਂ ਕਹਿੰਦੇ ਹੋ ਪਾਤਾਲਾਂ ਪਾਤਾਲ ਲੱਖ, ਪਰ ਕੁਰਾਨ ਵਿੱਚ ਲਿਖਿਆ ਹੋਇਆ 7 ਹੀ ਹੈ, ਇਹ ਤੋਂ ਵੱਧ ਨਹੀਂ। ਕਿੱਡਾ ਉੱਤਰ ਦਿੰਦੇ ਸਤਿਗੁਰੂ, ਐਡਾ ਚੰਗਾ। ਕਹਿੰਦੇ ਦਸਤਗੀਰ ਅਸੀਂ ਮੁਹੰਮਦ ਸਾਹਿਬ ਨੂੰ ਗਲਤ ਨਹੀਂ ਕਹਿੰਦੇ, ਉਹਨਾਂ ਦੀ ਪਹੁੰਚ ਉੱਥੇ ਤੱਕ ਸੀ, ਉਹਨਾਂ ਨੇ ਉਹਨਾਂ ਦੱਸਿਆ। ਸਾਨੂੰ ਰੱਬ ਨੇ ਜਿੱਥੇ ਤੱਕ ਪਹੁੰਚ ਦਿੱਤੀ ਹੈ ਅਸੀਂ ਉਹਨਾਂ ਦੱਸਿਆ। ਫਿਰ ਅੱਗਿਓਂ ਕਹਿੰਦਾ ਜੀ ਦਿਖਾ ਸਕਦੇ ਹੋ? ਵਿਖਾ ਸਕਦੇ ਹੋ? ਮਹਾਰਾਜ ਜੀ ਕਹਿੰਦੇ ਹਾਂ ਵਿਖਾ ਸਕਦੇ। ਕਹਿੰਦੇ ਫਿਰ ਮਹਾਰਾਜ ਜੀ ਚਲੋ, ਕਹਿੰਦੇ ਜੀ ਮੇਰਾ ਸਰੀਰ ਬਿਰਦਾ, ਮੇਰਾ ਬੱਚਾ ਲੈ ਜਾਓ। ਭਾਈ ਗੁਰਦਾਸ ਲਿਖਦੇ, ਨਾਲ ਲੇਤਾ ਬੀਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਫਿਰ ਉਹਨੂੰ ਮਹਿਸੂਸ ਹੋਇਆ। ਫਿਰ ਮਹਾਰਾਜ ਜੀ ਕਹਿੰਦੇ ਜਾ ਕੇ ਕੀ ਦੱਸੇਗਾ ਆਪਣੇ ਪਿਤਾ ਨੂੰ? ਕੋਈ ਨਿਸ਼ਾਨੀ ਲੈ ਲਾ ਇੱਥੋਂ। ਭਾਰ ਕੱਚ ਕੌਲ ਪ੍ਰਸਾਦ ਦਾ ਕੜਾ ਪ੍ਰਸ਼ਾਦ ਵਰਤ ਰਿਹਾ ਉੱਥੇ ਵੀ। ਭਾਰ ਕੱਚ ਕੌਲ ਪ੍ਰਸਾਦ ਦਾ, ਧੁੜੋਂ ਪਤਾਲੋਂ ਲਈ ਕੜਾਹੀ। ਜਦੋਂ ਆਏ ਆ ਕੇ ਦੱਸਿਆ, ਵਿਖਾਇਆ, ਕਹਿੰਦੇ ਆ ਛਕੋ ਜੀ ਪ੍ਰਸ਼ਾਦ।
ਪੀਰ ਜੀ ਹੈਰਾਨ ਹੋ ਗਏ ਕਿ ਐਡੀ ਪਹੁੰਚ ਦੇ ਮਾਲਕ ਇਉਂ ਹੀ ਨਹੀਂ ਮੱਥਾ ਟੇਕਿਆ, ਕੋਈ ਕਾਰਨ ਹੈ। ਉਹਦਾ ਕਾਰਨ ਕੀ ਹੈ? ਕਾਰਨ ਉਹਦਾ ਇਹੀ ਹੈ ਕਿ ਸਤਿਗੁਰੂ ਪਰਮੇਸ਼ਰ ਸਰੂਪ ਹੈ, ਜੋ ਮਰਜ਼ੀ ਕਰ ਦੇਣ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜਦੋਂ ਚੱਲੇ ਆਏ ਆ, ਸੁਲਤਾਨਪੁਰ ਪਹੁੰਚੇ, ਤਿਆਰੀ ਹੋਈ ਆ, ਤਿਆਰੀ ਹੋ ਕੇ ਬਰਾਤ ਚੜ੍ਹੀ ਆ, ਬਰਾਤ ਪਹੁੰਚੀ ਆ ਬਟਾਲੇ। ਬਟਾਲੇ ਸਵਾਗਤ ਕੀਤਾ ਗਿਆ ਬਰਾਤ ਦਾ। ਪਹਿਲਾਂ ਬੇਨਤੀ ਕੀਤੀ ਟੂਕ ਮਾਤਰ, ਫਿਰ ਵਿਆਹ ਦਾ ਸੰਬੰਧ, ਦੋ ਕੁ ਬੇਨਤੀਆਂ ਕਰਦਾ ਸਮਾਂ ਹੋ ਗਿਆ। ਵਿਆਹ ਦਾ ਸੰਬੰਧ ਆਪਾਂ ਜਿਸ ਤਰੀਕੇ ਨਾਲ ਜਾਣ ਲਿਆ ਉਹ ਨਹੀਂਗਾ। ਇੱਕ ਤਾਂ ਇਹ ਭਗਤ ਕਬੀਰ ਸਾਹਿਬ ਜੀ ਦੇ ਬੋਲ ਧਿਆਨ ਵਿੱਚ ਰੱਖਣੇ ਕਿ ਤਨ ਰੈਨੀ ਮਨ ਪੁਨਰਪ ਕਰਹੁ ਪਾਂਚੋਂ ਤਤ ਬਰਾਤੀ, ਰਾਮ ਰਾਏ ਸਿਉ ਭਾਵਰ ਲਾਇਹੁ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਅਖੀਰ ਵਿੱਚ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਕੀ ਕਿਰਪਾ ਕੀਤੀ ਹੈ, ਜਿਹੜੀ ਸੁਰਤ ਹੈ ਜਦੋਂ ਇਹਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਤੇ ਵਿਆਹੀ ਗਈ। ਫਿਰ ਮਹਾਰਾਜ ਜੀ ਨੇ ਕਿਹਾ ਅਸਲ ਵਿੱਚ ਜਿਹੜੀ ਸੁਰਤ ਪਰਮੇਸ਼ਰ ਨਾਲ ਵਿਆਹੀ ਗਈ ਉਹ ਕਦੀ ਰੰਡੀ ਨਹੀਂ ਹੁੰਦੀ, ਕਿਉਂਕਿ ਸਰੀਰ ਪਤੀ ਮਰ ਜਾਏ ਤਾਂ ਇਸਤਰੀ ਨੂੰ ਰੰਡੀ ਕਹਿਣ ਲੱਗ ਪੈਂਦੇ ਆ। ਬੰਦੇ ਵਾਸਤੇ ਕੋਈ ਸ਼ਬਦ ਨਹੀਂ ਬਣਿਆ ਐਡਾ ਖਾਸ। ਕਿਉਂ? ਇਹਦਾ ਕਾਰਨ ਹੈ ਕਿਉਂਕਿ ਪੁਰਖ ਪ੍ਰਧਾਨ ਸਮਾਜ ਹੈ, ਉਸ ਦੇ ਵਿੱਚ ਜਿਹੋ ਜਿਹੇ ਅੱਖਰ ਘੜੇ ਗਏ ਉਹੋ ਜਿਹੇ ਘੜ ਲੈ, ਜਿਵੇਂ ਦੇ ਅੱਖਰ ਬਣੇ ਉਵੇਂ ਦੇ ਬਣਾ ਲੈ। ਉਵੇਂ ਦੇ ਬਣਾਉਂਦਿਆਂ ਹੀ ਇਹ ਮਰਿਆਦਾ ਆਪ ਤੈਅ ਕਰ ਲਈ ਕਿ ਜੇ ਬੰਦਾ ਮਰ ਜਾਂਦਾ ਤੇ ਇਸਤਰੀ ਨੂੰ ਚੁੱਕ ਕੇ ਵਿੱਚ ਮਾਰੋ। ਸਤਿਗੁਰੂ ਨੇ ਆਖਿਆ ਸਤੀਆਂ ਇਹ ਨਾ ਆਖੀਐ। ਫਿਰ ਜਿਹੜੀ ਇਸਤਰੀ ਪਰਮੇਸ਼ਰ ਨਾਲ, ਇਹ ਜੀਵ ਰੂਪ ਇਸਤਰੀ ਪਰਮੇਸ਼ਰ ਨਾਲ ਵਿਆਹੀ ਗਈ, ਉਹਨੂੰ ਮਹਾਰਾਜ ਜੀ ਨੇ ਕਹਿੰਦੇ ਆ ਹਰ ਕੀ ਨਾਰ ਸੋ ਸਰਬ ਸੁਹਾਗਣ, ਸਦਾ ਸੁਹਾਗਣ। ਕਹਿੰਦੇ ਸਦਾ ਵਾਸਤੇ ਉਹ ਸੁਹਾਗਣ ਹੋ ਜਾਂਦੀ ਹੈ। ਪਰ ਸੁਹਾਗਣ ਦਾ ਚਿਹਨ ਕੀ ਹੈ? ਕੀ ਇਸਤਰੀ ਦਾ ਭਾਵ ਕਿ ਚਿਹਨ, ਬਾਹਰੀ ਚਿਹਨ ਵੇਖ ਕਰਕੇ ਇਸਤਰੀ ਜਿਹੜੀ ਹੈ ਉਹ ਵਿਆਹੁਤਾ ਇਸਤਰੀ ਹੈ ਕਿ ਜਾਂ ਕੋਈ ਅੰਦਰ ਦੀ ਗੱਲ ਵੀ ਹੈ? ਹੁਣ ਤਾਂ ਕਿਉਂਕਿ ਆਪਣੇ ਕੋਲ ਹੈ, ਜੇ ਬੱਚੀ ਵਿਆਹਣੀ ਹੈ ਉਹ ਹਾਰ ਸ਼ਿੰਗਾਰ ਕਰੇ ਤਾਂ ਉਹ ਸੁਹਾਗਣ ਦਿਸਦੀ ਹੈ, ਹਾਰ ਸ਼ਿੰਗਾਰ ਕਰਕੇ ਸੁਹਾਗਣ ਨਹੀਂ। ਜੇ ਹਾਰ ਸ਼ਿੰਗਾਰ ਕਰਕੇ ਸੁਹਾਗਣ ਹੈ ਤਾਂ ਜਦੋਂ ਪਤੀ ਮਰ ਜਾਂਦਾ ਫਿਰ ਵੀ ਹਾਰ ਸ਼ਿੰਗਾਰ ਕਰ ਲੈ, ਫਿਰ ਕਿਉਂ ਨਹੀਂ ਕਰਦੀ? ਹਾਰ ਸ਼ਿੰਗਾਰ ਕਰਕੇ ਸੁਹਾਗਣ ਨਹੀਂ। ਮਹਾਰਾਜ ਜੀ ਦਾ ਬੋਲ ਧਿਆਨ ਨਾਲ ਸੁਣਿਓ, ਕਿਉਂਕਿ ਬੀਬੀਆਂ ਵਾਸਤੇ ਬਹੁਤ ਜ਼ਰੂਰੀ ਹੈ। ਬੀਬੀਆਂ ਨੇ ਆਪਣਾ ਅਕੀਦਾ ਛੱਡ ਦਿੱਤਾ ਹੋਇਆ, ਮਰਿਆਦਾ ਛੱਡ ਦਿੱਤੀ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ। ਜੇ ਸੁਹਾਗਣ ਇਸਤਰੀ ਹੈ ਤੇ ਉਹਦਾ ਚਿਹਨ ਚੱਕਰ ਕੀ ਹੈ? ਕੀ ਬਾਹਰਲਾ ਸ਼ਿੰਗਾਰ ਹੈ? ਨਹੀਂ। ਬਾਹਰਲਾ ਸ਼ਿੰਗਾਰ ਪਾਪ ਨੂੰ ਜਨਮ ਦੇ ਸਕਦਾ, ਧਰਮ ਨੂੰ ਨਹੀਂ। ਜੇ ਸੁਹਾਗਣ ਇਸਤਰੀ ਦਾ ਸੁਹਾਗ ਕਾਇਮ ਹੈ ਤਾਂ ਉਹ ਸੁਹਾਗਣ ਹੈ। ਜੇ ਇਸ ਜੀਵ ਆਤਮਾ ਦਾ ਮਿਲਾਪ ਨਾਮ ਨਾਲ ਹੈ, ਗੁਰੂ ਨਾਲ ਹੈ, ਤਾਂ ਇਹ ਆਤਮਾ ਸੁਹਾਗਣ ਹੈ, ਵਰਨਾ ਪਤਾ ਨਹੀਂ ਕਿੱਥੇ ਕਿੱਥੇ ਤੁਰੀ ਫਿਰਦੀ। ਜਿਹੜੀ ਇਸਤਰੀ ਆਪਣਾ ਧਰਮ ਛੱਡ ਜਾਏ ਤੇ ਜਿੱਥੇ ਮਰਜ਼ੀ ਜਾ ਬੈਠੇ, ਉਸ ਇਸਤਰੀ ਨੂੰ ਵੱਧ ਚੱਲਣ ਆਖਿਆ, ਗੁਰਬਾਣੀ ਨੇ ਵੀ ਆਖਿਆ। ਉਹ ਫਿਰ ਬੋਲ ਆਪਾਂ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਉਹ ਘਰ ਘਰ ਹੰਡਾ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜਾ ਉਸ ਵੀ ਲੱਛਣ ਲਾਇਆ। ਪਰ ਹੁਣ ਮਾਤਾ ਸੁਲੱਖਣੀ ਜੀ ਦਾ ਵਿਆਹ ਗੁਰੂ ਨਾਨਕ ਸਾਹਿਬ ਨਾਲ ਹੋ ਰਿਹਾ, ਉਹ ਸਦਾ ਵਾਸਤੇ ਸੁਹਾਗਣ ਹੋ ਗਏ। ਅੱਜ ਵੀ ਮਾਤਾ ਹੀ ਸੁਲੱਖਣੀ ਹੈ। ਅੱਜ ਵੀ ਮਾਤਾ ਨੂੰ ਮਾਤਾ ਹੀ ਕਹਿ ਕੇ ਪੁਕਾਰਾਂਗੇ। ਅੱਜ ਵੀ ਵਿਆਹ ਮਨਾਇਆ ਹੀ ਜਾਂਦਾ। ਕਿਉਂ? ਕਿਉਂਕਿ ਮਿਲਾਪ ਪਰਮੇਸ਼ਰ ਨਾਲ ਹੋ ਗਿਆ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸਖ ਅੰਦਰ ਸੱਚ, ਮੁਖ ਉਜਲਾ ਖਸਮੈ ਮਾਹੇ ਸਮਾਹੇ। ਤਾਂ ਸਵਾਲ ਕਰਕੇ ਪੁੱਛਦੀ ਹੈ ਸੁਹਾਗਣ ਕਿ ਤੇਰਾ ਪਤੀ ਤੇਰੇ ਤੇ ਕਿਵੇਂ ਖੁਸ਼ ਹੈ? ਤੇ ਉਹ ਕਹਿੰਦੀ ਹੈ ਮੇਰਾ ਪਤੀ ਮੇਰੇ ਤੇ ਤਾਂ ਖੁਸ਼ ਹੈ, ਮੈਂ ਪਤੀ ਦੇ ਹੁਕਮ 'ਚ ਚੱਲਦੀ। ਉਸ ਸੁਹਾਗ ਨੂੰ, ਉਸ ਵਿਆਹ ਨੂੰ ਵਿਆਹ ਆਖਦੇ ਆ। ਸਮਾਂ ਹੋ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਬਰਾਤ ਢੁੱਕੀ ਹੈ। ਬਰਾਤ ਢੁੱਕਣ ਤੋਂ ਫਿਰ ਉਹ ਹੀ ਸਵਾਲ ਪੈਦਾ ਹੋਇਆ ਕਿ ਬੇਦੀ ਦੀਆਂ ਲਾਵਾਂ ਹੋਣਗੀਆਂ। ਸਤਿਗੁਰੂ ਆਖਿਆ ਨਹੀਂ,
ਫਿਰ ਉਹਨਾਂ ਇੱਕ ਸਕੀਮ ਕਰੀ ਹੈ ਸਿਆਣਿਆਂ ਰਲ ਕੇ ਵੀ ਬਰਾਤ ਉੱਦਾਂ ਮੋੜੀ ਤੇ ਨਰਾਦਰੀ ਹੋਵੇਗੀ ਸਮਾਜ ਵਿੱਚ, ਕੋਈ ਸਕੀਮ ਲੜਾਓ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨਾਲ ਵੀ ਲੜਾਈ ਮਾਂ ਸਾਹਿਬ, ਉਹਨਾਂ ਆਖਿਆ ਜੀ ਮੁੱਢ ਪੱਟ ਦਿਓ ਤਾਂ ਵਿਆਹ ਕਰ ਦਿੰਦੇ। ਸਤਿਗੁਰੂ ਆਖਿਆ ਸੋਚ ਲਓ, ਮੁੱਢ ਪੱਟ ਦਿੰਦੇ ਆ ਪਰ ਜੜ੍ਹਾਂ ਪੁੱਟੀਆਂ ਜਾਣੀਆਂ। ਕੀਲਾ ਪੁੱਟ ਦਿੰਦੇ ਆ ਕਿਉਂਕਿ ਹੁਣ ਕੀਲਾ ਘੜਿਆ ਨਾ ਹੈ ਮੁੱਢ ਫਲਾਹ ਦਾ ਉਹ ਪਹਿਲਾਂ ਥੱਲੇ। ਸਤਿਗੁਰੂ ਨੇ 3 ਵਾਰ ਬਚਨ ਆਖੇ ਪਿੰਡ ਵਾਲਿਆਂ ਨੂੰ, ਵੇਖੋ ਧਿਆਨ ਕਰੋ, ਜੜ੍ਹਾਂ ਨਾ ਪਟਾਓ ਆਪਣੀਆਂ। ਹਟੇ ਨਹੀਂ, ਜਦੋਂ ਨਾ ਹਟੇ ਨਾ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਨੇਜਾ ਹੱਥ 'ਚ ਫੜਿਆ। ਹੁਣ ਮੁੱਢ ਪੱਟਣਾ ਮਹਾਰਾਜ ਜੀ ਨੇ ਘੋੜਾ ਉੱਥੇ ਚੜ੍ਹਾਈ ਕਰ ਗਿਆ ਸੀ। ਉਹ ਸਤਿਗੁਰੂ ਘੋੜੇ ਤੇ ਸਵਾਰ ਹੋਏ, ਸਵਾਰ ਹੋ ਕੇ ਮਹਾਰਾਜ ਜੀ ਨੇ ਮੁੱਢ ਵਿੱਚ ਫਲਾਹ ਦੇ ਮੁੱਢ ਵਿੱਚ ਵਰਸ਼ਾ ਮਾਰਿਆ, ਮੁੱਢ ਜੜ੍ਹਾਂ ਸਮੇਤ ਪੱਟ ਕੇ ਬਾਹਰ ਰੱਖ ਦਿੱਤਾ। ਘੋੜਾ ਪਰ ਚੜ੍ਹਾਈ ਕਰ ਗਿਆ ਕਿਉਂਕਿ ਘੋੜੇ ਦਾ ਜ਼ੋਰ ਲੱਗ ਗਿਆ। ਮੁੱਢ ਪੱਟਣਾ ਇੰਨਾ ਜਦੋਂ ਬਚਨ ਹੋਇਆ, ਇੰਨੇ ਬਚਨ ਹੁੰਦਿਆਂ ਮਹਾਰਾਜ ਬਾਬਾ ਬੁੱਢਾ ਜੀ ਨੂੰ ਆਖਿਆ, ਭਾਈ ਗੁਰਦਾਸ ਨੂੰ ਕਹਿੰਦੇ ਆਓ ਚਲੀਏ, ਝੂਠਿਆਂ ਦਾ ਪਿੰਡ ਹੈ, ਜੜ੍ਹਾਂ ਪਟਾ ਲਈਆਂ ਇਹਨਾਂ ਨੇ ਆਪਣੀਆਂ। ਸਤਿਗੁਰੂ ਚੱਲ ਪਏ ਵਾਪਸ। ਮਾਤਾ ਜੀ ਆਏ ਹੈ, ਮਾਤਾ ਗੰਗਾ ਜੀ ਆਏ ਹੈ, ਫਿਰ ਆਪ ਆ ਕੇ ਚਰਨਾਂ ਤੇ ਡਿੱਗ ਕੇ ਕਿਹਾ, ਮਹਾਰਾਜ ਜੀ ਮੇਰਾ ਥੋੜੀ ਕੋਈ ਕਸੂਰ ਹੈ, ਝੂਠ ਤੇ ਘਰਦਿਆਂ ਬਾਕੀਆਂ ਪਿੰਡ ਵਾਲਿਆਂ ਬੋਲਿਆ, ਚੌਧਰੀਆਂ ਬੋਲਿਆ। ਆਪਾਂ ਅੱਜ ਵੀ ਆਪਾਂ ਨੂੰ ਆ ਜਿਹੜਾ ਚਿਹਰਾ ਮੋਹਰਾ ਸਾਡਾ ਦੀਦਾ, ਇਹ ਨਹੀਂ ਚੰਗਾ ਲੱਗਦਾ। ਏਡਾ ਵਿਆਹ ਕਰਨਾ ਹੋਵੇ ਟਾਈ ਸ਼ਾਈ ਚਾਹੀਦੀ ਹੈ, ਸਿਹਰਾ ਲੱਗਾ ਹੋਵੇ, ਕਲਗੀ ਲੱਗੀ ਹੋਵੇ, ਫਿਰ ਵਿਆਹ ਮੰਨਦੇ, ਉੱਦਾਂ ਵਿਆਹ ਹੀ ਨਹੀਂ ਮੰਨਦੇ ਆਪਾਂ। ਤੇ ਮਹਾਰਾਜ ਜੀ ਦੇ ਨਾਲ ਭਾਈ ਜੇਠਾ ਜੀ ਵਰਗੇ, ਭਾਈ ਵਿਧੀ ਚੰਦ, ਬਾਬਾ ਬੁੱਢਾ, ਸਾਰੇ ਚੋਲਿਆਂ ਵਾਲੇ, ਉਹ ਕਹਿੰਦੇ ਭਾਈਆਂ ਜਿਹਾਂ ਨੂੰ ਕੁੜੀ ਦੇ ਦੇਣੀ ਹੈ ਤੁਸੀਂ। ਸਮਾਜ ਤੇ ਲਾਹਣਤ ਆ ਗਈ ਹੈ, ਲਾਹਣਤ ਧਿਆਨ ਕਰਿਓ, ਮੈਨੂੰ ਮਾਫ ਕਰਿਓ। ਜੇ ਸਮਾਜ 'ਚ ਲਾਹਣਤ ਨਾ ਆਉਂਦੀ ਤੇ ਜਿੱਥੇ ਆਪਾਂ ਜੀ ਰਹੇ ਨਰਕ 'ਚ ਜਿਉਂਦੇ ਨਾ। ਭਾਈ ਨਾਲ ਬੱਚੀ ਵਿਆਹਣ ਤੋਂ ਗੁਰੇਜ਼ ਕਰਦੇ ਆ ਤੇ ਸ਼ਰਾਬੀ ਨੂੰ ਤੇ ਚਿੱਟੇ ਵਾਲੇ ਨੂੰ ਵਿਆਹ ਦਿੰਦੇ ਆ। ਪੁੱਛਦੇ ਵੀ ਨਹੀਂ, ਬਾਹਰੋਂ ਗਿਆ ਚਿੱਟਾ ਪੀਂਦਾ। ਕਿੰਨੀਆਂ ਦੁਖੀ ਫਿਰਦੀਆਂ, ਕੋਈ ਨਾ ਕੋਈ ਫੋਨ ਦੂਏ ਤੀਏ ਇੱਥੇ ਮੈਨੂੰ ਆਇਆ ਹੁੰਦਾ ਵੀ ਸਾਡਾ ਰੌਲਾ ਚੱਲ ਰਿਹਾ ਜੀ, ਸਾਡੀ ਲੜਾਈ ਹੋ ਗਈ ਹੈ, ਉਹ ਸ਼ਰਾਬ ਪੀਂਦਾ, ਮੈਨੂੰ ਕੁੱਟਦਾ ਮਾਰਦਾ। ਤੇ ਭੈਣੋ ਤੁਸੀਂ ਵੀ ਸੁਣਿਓ, ਤੁਸੀਂ ਵੀ ਜਿੰਨਾ ਚਿਰ ਕੋਈ ਸ਼ਰਾਬੀ ਸ਼ਰਾਬ ਪੀਂਦਾ ਉਹਨਾਂ ਚਿਰ ਤੇ ਅੰਮ੍ਰਿਤ ਛਕਣ ਨੂੰ ਤਿਆਰ ਹੁੰਦੀਆਂ, ਕਿਉਂਕਿ ਅੰਮ੍ਰਿਤ ਸੰਚਾਰ 'ਚ ਲੱਗਣ ਦਾ ਮੌਕਾ ਮਿਲਦਾ। ਮੈਂ ਬੇਨਤੀ ਕਰਦਾ, ਐਸੇ ਕਈ ਗੁਰੂ ਕੇ ਸਿੱਖ ਮਿਲ ਜਾਂਦੇ ਆ ਜਿਹੜੇ ਅੰਮ੍ਰਿਤ ਛਕਣ ਲਈ ਤਿਆਰ, ਬੀਬੀ ਨਹੀਂ ਮੰਨਦੀ, ਬੀਬੀ ਨਹੀਂ ਮੰਨਦੀ। ਰਹੋ ਵਿਚਾਰ। ਇਉਂ ਸਤਿਗੁਰੂ ਮਹਾਰਾਜ ਜੀ ਨੇ ਉੱਤਰ ਦਿੰਦਿਆਂ ਆਖਿਆ, ਨਹੀਂ ਭਾਈ ਬੇਦੀ ਨਾਲ ਲਾਵਾਂ ਨਹੀਂ ਹੋਣੀਆਂ। ਕਿਸ ਨਾਲ ਹੋਣੀਆਂ? ਫਿਰ ਮਹਾਰਾਜ ਜੀ ਨੇ ਕਿਹਾ ਗੁਰਬਾਣੀ ਨਾਲ ਹੋਣੀਆਂ। ਮਹਾਰਾਜ ਜੀ ਨੇ ਮੂਲ ਮੰਤਰ ਲਿਖ ਕਰਕੇ ਚੌਂਕੀ ਦੇ ਉੱਤੇ ਉੱਚੇ ਥਾਂ ਰੱਖ ਕੇ ਲਾਵਾਂ ਲਈਆਂ। ਪਰ ਸਕੀਮ ਉਹੀ ਘੜੀ ਜਿਹੜੀ ਗੁਰੂ ਅਰਜਨ ਸਾਹਿਬ ਜੀ ਨਾਲ ਵਾਪਰੀ ਵੀ ਕੰਧ ਹੈ ਲਾ ਕੇ, ਹੁਣ ਆਪਾਂ ਕੰਧ ਦੇ ਦਰਸ਼ਨ ਕਰਦੇ, ਹੁਣ ਤੋਂ ਕੰਧ ਚਲੋ ਨਾ ਸ਼ੀਸ਼ੇ 'ਚ ਮੜ ਦਿੱਤੀ ਇਤਿਹਾਦ। ਉਹ ਤੇ ਸਾਡੀ ਬਦਕਿਸਮਤੀ ਹੈ ਵੀ ਜਿਨ੍ਹਾਂ ਸਰੀਰਾਂ ਨੇ ਆ ਕੇ ਪ੍ਰਬੰਧ ਸਾਂਭਣਾ ਹੁੰਦਾ ਉਹਨੇ ਪਤਾ ਨਹੀਂ ਕੀ ਕਰਨਾ, ਵਰਨਾ ਉਹ ਕੰਧ ਉਦਾਂ ਹੀ ਖੜੋਤੀ ਹੁੰਦੀ। ਹਾਂ ਸ਼ੀਸ਼ੇ 'ਚ ਮੜ ਦਿੰਦੇ ਚੰਗੀ ਗੱਲ ਸੀ, ਪਰ ਉਹਦੇ ਦੁਆਲੇ ਥੜਾ ਬਣਾ ਕੇ ਬੰਦ ਹੀ ਕਰ ਦਿੱਤੀ। ਫਿਰ ਮਾਈ ਨੇ ਆ ਕੇ ਆਖਿਆ, ਪੁੱਤਰ ਤੂੰ ਇੱਥੇ ਬਰਾਤ ਲੈ ਕੇ ਆਇਆ, ਇੱਥੇ ਕੁਝ ਹੋਰ ਸਕੀਮ ਚੱਲ ਰਹੀ ਹੈ, ਕੰਧ ਤੇਰੇ ਉੱਤੇ ਸੁੱਟ ਦੇਣੀ ਆ। ਅੱਗੇ ਸਤਿਗੁਰੂ ਮੁਸਕਰਾ ਕੇ ਕਹਿੰਦੇ, ਮਾਤਾ ਚਿੰਤਾ ਨਾ ਕਰੋ ਤੁਸੀਂ, ਜਦੋਂ ਤੱਕ ਸ੍ਰਿਸ਼ਟੀ ਰਹੂ ਉਦੋਂ ਤੱਕ ਇਹ ਕੰਧ ਰਹੂ, ਰਹਿਣੀ ਵੀ ਹੈ। ਇਹ ਸਾਡੀ ਕਮਜ਼ੋਰੀ ਹੈ। ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਮਰਿਆਦਾ ਗ੍ਰਸਤ ਦੀ ਉੱਥੋਂ ਤੋਰੀ, ਉਸ ਗ੍ਰਸਤ ਵਿੱਚੋਂ ਆਪਾਂ ਇੱਕ ਤੱਥ ਕੱਢ ਲੈਣਾ। ਅੱਜ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਗ। ਫਿਰ ਗ੍ਰਸਤੀ ਹੁੰਦਾ ਕੀ ਹੈ? ਸੋ ਗਿਰਹੀ ਜੋ ਨਿਗਰੋਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਕੀ ਗ੍ਰਸਤੀ ਪਾਪ ਕਰ ਸਕਦਾ? ਤੇ ਦਖਣੇ ਕੀ ਵਾਰ ਦਾ ਬਚਨ ਪੜੋ, ਕਿਆ ਗਲ ਆਇਓ ਭੂਸ਼, ਪਰ ਬੇਲ ਨਾ ਜੋ ਹੀ ਕੰਤ ਕੋ, ਨਾਨਕ ਫੁੱਲਾਂ ਸੰਦੀ ਬਾੜ, ਖਿੜਿਆ ਹਬ ਸੰਸਾਰ ਜਿਉ। ਤੇ ਇਸਤਰੀ ਕੀ ਪਰਨ ਕਰਦੀ ਹੈ ਆਪਣੇ ਪਤੀ ਦੇ ਸੰਬੰਧ ਵਿੱਚ? ਮਹਾਰਾਜ ਜੀ ਨੇ ਦਰਸਾਇਆ, ਜੇਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ, ਹਰ ਛੋਡਨ ਸੇ ਦੁਰਜਨਾ ਪੜੋ ਦੋਜਕ ਕੇ ਸੂਲ।
ਕਹਿੰਦੇ ਆਪਣੇ ਆਪਣੇ ਪਿਆਰਿਆਂ ਨੂੰ ਛੱਡ ਕੇ ਆਈ ਐ, ਮਾਂ ਪਿਓ ਨੂੰ, ਤੇਰੇ ਲੜ ਲੱਗੀ ਐ, ਜੇ ਤੈਨੂੰ ਛੱਡ ਦਿੱਤਾ ਤੇ ਨਰਕ 'ਚ ਪੈ ਜਾਗੀ। ਇਹ ਇਸਤਰੀ ਧਰਮ ਹੈ, ਪਤੀ ਧਰਮ। ਇਹ ਨਹੀਂ ਕਿ ਇਸਤਰੀ ਲਈ ਹੈ, ਪਤੀ ਲਈ ਵੀ ਹੈ। ਪਹਿਲਾ ਜਿਹੜਾ ਬਚਨ ਪੜਿਆ ਧਿਆਨ ਨਾਲ ਸੁਣਿਓ, ਕਹਿੰਦੇ ਕਮਲਿਆ ਸੰਸਾਰ ਦੇ ਉੱਤੇ ਅਨੇਕ ਤਰ੍ਹਾਂ ਦਾ ਰੂਪ ਤੁਰਿਆ ਫਿਰਦਾ, ਆਪਣੀ ਇਸਤਰੀ ਨੂੰ ਛੱਡ ਕਰਕੇ ਦੂਜੇ ਪਾਸੇ ਨਹੀਂ ਝਾਕਣਾ। ਕਿਆ ਗੱਲ ਆਇਓ ਭੂਸ਼, ਪਰ ਬੇਲ ਨਾ ਜੋਹੀ ਕੰਤ ਕੂ। ਨਾਨਕ ਜੇ ਇਸ ਧਰਮ ਤੇ ਰਵੇਂਗਾ, ਫੁੱਲਾਂ ਸੰਦੀ ਬਾੜ, ਕਹਿੰਦੇ ਸੰਸਾਰ ਫੁੱਲਾਂ ਵਰਗਾ ਨਜ਼ਰ ਆਵੇਗਾ। ਤੇ ਜੇ ਪਾਪ ਕਰਦਾ ਤੁਰਿਆ ਫਿਰੇ ਤਾਂ ਪਾਪ ਕਰਦਿਆਂ ਨੂੰ ਮਹਾਰਾਜ ਜੀ ਨੇ ਦਰਸਾਇਆ, ਧਿਆਨ ਨਾਲ ਸੁਣਿਓ, ਇੰਨਾ ਇਹ ਬਚਨ ਪੜ੍ਹ ਕੇ ਸਮਾਪਤੀ ਕਰਦਾ। ਮਹਾਰਾਜ ਜੀ ਨੇ ਪਾਪ ਕਰਨ ਵਾਲਿਆਂ ਨੂੰ ਦਰਸਾਇਆ, ਚਾਹੇ ਇਸਤਰੀ ਹੈ ਚਾਹੇ ਬੰਦਾ, ਜਿਸ ਨੇ ਆਪਣਾ ਗ੍ਰਸਥ ਧਰਮ ਛੱਡ ਦਿੱਤਾ, ਪਾਪ ਕਰਦਾ, ਦੂਜਿਆਂ ਭਾਵ ਕੇ ਘਰਾਂ ਨੂੰ ਤੱਕਦਾ ਜਾ ਕੇ, ਉਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਐ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ, ਘੜੀ ਮੋਹਤ ਰੰਗ ਮਾਣਾ ਫਿਰ ਬਹੁਰ ਬਹਿਰ ਪਛਤਾਵੈ। ਫਿਰ ਮਹਾਰਾਜ ਜੀ ਨੇ ਇਥੋਂ ਅਗਲੀ ਗੱਲ ਕਹਿ ਦਿੱਤਾ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣਾ। ਬਹੁਤ ਕੌੜੇ ਬੋਲ ਗੁਰੂ ਅਰਜਨ ਸਾਹਿਬ ਜੀ ਨੇ ਕਹਿੰਦਿਆਂ ਆਖਿਆ ਕਿ ਅਸਲ ਵਿੱਚ ਜੇ ਸੰਸਾਰ ਦੀ ਮਰਜ਼ਾਦਾ ਛੱਡ ਕੇ ਪਾਪ ਕਰਨ ਲੱਗ ਪਿਆ, ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤੋ ਕੌਣ ਪੜਦਾ ਤੇਰਾ ਟਾਕੈ। ਕਹਿੰਦੇ ਤੇਰਾ ਪੜਦਾ ਕੋਈ ਨਹੀਂ ਕੱਢ ਸਕਦਾ ਜੇ ਪਾਪ ਕਰੇ ਤਾਂ। ਪਰ ਗ੍ਰਸਥ ਧਰਮ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਨੇ ਕਈ ਪ੍ਰਮਾਣ ਦੇ ਕਰਕੇ ਕਿਰਪਾ ਕੀਤੀ। ਪਹਿਲਾਂ ਮੰਗਲ ਰੂਪ ਵਿੱਚ ਆਪਾਂ ਬਚਨ ਪੜ੍ਹਿਆ ਸੀ, ਅਖੀਰ ਵਿੱਚ ਕਹਿ ਦਿੱਤਾ ਕਿ ਸਕਲ ਧਰਮ ਮਹਿ ਗ੍ਰਸਥ ਪ੍ਰਧਾਨ ਹੈ। ਜੇ ਦੂਸਰੀ ਗੱਲ ਕਹਿੰਦੇ ਆਖਿਆ, ਦੇਖੋ ਘਰ ਵਿੱਚ ਰਹਿ ਕਰਕੇ ਭਗਤੀ ਕਰਨ ਦਾ ਉਪਦੇਸ਼ ਦਿੱਤਾ, ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ। ਆਪ ਮਹਾਰਾਜ 10 ਸਰੂਪ 9 ਸਰੂਪ ਗ੍ਰਸਤੀ ਹੋਏ, ਅੱਗੇ ਸਤਿਗੁਰਾਂ ਨੇ ਗ੍ਰਸਥ ਧਰਮ ਦਿੱਤਾ। ਉਹ ਗ੍ਰਸਥ ਦੇ ਕਰਕੇ ਮਹਾਰਾਜ ਜੀ ਨੇ ਆਖਿਆ, ਪਰ ਗ੍ਰਸਥ ਧਰਮ ਤੇ ਖੜੋ ਕੇ ਰੱਖਣਾ, ਪਾਪ ਕਰਨ ਵਾਸਤੇ ਗ੍ਰਸਥ ਨਹੀਂ, ਧਰਮ ਕਮਾਉਣ ਵਾਸਤੇ ਗ੍ਰਸਥ ਹੈ। ਉਸ ਗ੍ਰਸਥ ਧਰਮ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਤੋਰਨ ਵਾਸਤੇ ਆਪ ਵਿਆਹ ਕਰਕੇ ਉਸ ਵਿਆਹ ਦੀ ਮਰਜ਼ਾਦਾ ਵਧੀ। ਉਸ ਮਰਜ਼ਾਦਾ ਤੋਂ ਅੱਗੇ ਮਹਾਰਾਜ ਜੀ ਨੇ ਕਿਰਪਾ ਕਰਕੇ 9 ਸਰੂਪਾਂ ਵਿੱਚ ਮਰਜ਼ਾਦਾ ਦਰਸਾਈ। ਉਹ ਦਰਸਾਈ ਚੱਲਦੀ ਹੋਈ ਮਰਜ਼ਾਦਾ ਲਾਵਾਂ ਤੱਕ ਆਈ। ਚੌਥੇ ਪਾਤਸ਼ਾਹ ਜੀ ਨੇ ਲਾਵਾਂ ਕਰਕੇ ਵਿਆਹ ਕਰਾਇਆ, 4 ਲਾਵਾਂ ਦੀ ਮਰਜ਼ਾਦਾ ਦੇ ਦਿੱਤੀ। ਉਸ ਮਰਜ਼ਾਦਾ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵਿਆਹ ਦੇ ਸੰਬੰਧ ਵਿੱਚ ਆਨੰਦ ਕਾਰਜ ਬਣਾ ਦਿੱਤਾ। ਉਸ ਆਨੰਦ ਕਾਰਜ ਨੂੰ ਆਪਾਂ ਹੁਣ ਆਨੰਦ ਕਾਰਜ ਇਸ ਕਰਕੇ ਕਹਿੰਦੇ ਤਾਂ ਆਨੰਦ ਕਾਰਜ ਹੈ ਕਿਉਂਕਿ ਸੰਸਾਰ ਤੇ ਰਹਿੰਦੇ ਆ ਜਿਹੜਾ ਗ੍ਰਸਤੀ ਆਨੰਦ ਵਿੱਚ ਰਹਿੰਦਾ ਉਹਦੇ ਲਈ ਆਨੰਦ ਕਾਰਜ ਹੈ। ਜੇ ਧਰਮ ਛੱਡ ਜਾ ਫਿਰ ਆਨੰਦ ਕਾਰਜ ਨਹੀਂ। ਸੋ ਇੰਨੀ ਬੇਨਤੀ ਕਰਦਾ, ਖਿਮਾ ਦਾ ਜਾਚਕ ਹਾਂ, ਹੋਈ ਬੇਨਤ ਭੁੱਲ ਚੁੱਕਦੀ। ਗੁਰੂ ਸਾਹਿਬ ਜੀ ਨੇ ਆਪ ਸਰਬੱਤ ਸੰਗਤਾਂ ਨੇ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਅਸੀਸ ਬਖਸ਼ਣੀ। ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਬਾਣ ਆਵੇ, ਇਹ ਸਾਰਿਆਂ ਜੋਦੜੀ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਜਾਣਾ, ਯਤਨ ਕਰਨਾ ਕਿ ਸਾਨੂੰ ਕੁਝ ਨਾ ਕੁਝ ਇੱਕ ਅੱਖਰ ਸਮਝ ਵਿੱਚ ਆ ਜਾਏ, ਜਿਸ ਕਰਕੇ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਏ, ਅਸੀਂ ਧਰਮੀ ਬਣ ਜਾਈਏ, ਅਸੀਂ ਸਿੱਖ ਬਣ ਜਾਈਏ। ਅਸੀਂ ਸਿੱਖ ਬਣ ਕੇ ਮਹਾਰਾਜ ਜੀ ਦੀ ਸਿੱਖਿਆ ਤੇ ਚੱਲਣ ਦਾ ਯਤਨ ਕਰੀਏ। ਉਹ ਸਿੱਖਿਆ ਜਿਸ ਨੂੰ ਮਹਾਰਾਜ ਜੀ ਨੇ ਆਖਿਆ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਣਗੇ। ਸੋ ਇੰਨੀ ਬੇਨਤੀ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਜੀ, ਹੋਈ ਬੇਅੰਤ ਭੁੱਲ ਚੁੱਕਦੀ। ਗੁਰੂ ਸਾਹਿਬ ਜੀ ਆਪ ਸੰਗਤਾਂ ਨੇ ਖਿਮਾ ਬਖਸ਼ ਦੇਣੀ। ਸਾਰੇ ਪ੍ਰਬੰਧਕ ਗੁਰੂ ਪਿਆਰਿਆਂ ਦਾ, ਜਿਨ੍ਹਾਂ ਨੇ ਸਾਰਿਆਂ ਰਲ ਮਿਲ ਕਰਕੇ ਸੰਗਤ ਰੂਪ ਵਿੱਚ ਪ੍ਰੋਗਰਾਮ ਕੀਤਾ, ਸਭ ਦਾ ਧੰਨਵਾਦ। ਸਭ ਵਾਸਤੇ ਹੀ ਸ਼ਲਾਘਾਯੋਗ ਇਹ ਕਦਮ ਹੈ ਕਿ ਸਾਨੂੰ ਇਹ ਸਮਝ ਆਵੇ ਕਿ ਗ੍ਰਸਤ ਕਿਉਂ ਹੈ, ਮਹਾਰਾਜ ਜੀ ਦਾ ਵਿਆਹ ਪੁਰਬ ਕਿਉਂ ਮਨਾਉਂਦੇ ਹਾਂ। ਕੇਵਲ ਵਿਆਹ ਪੁਰਬ ਹੀ ਹੈ ਜਾਂ ਉਹਦੇ ਵਿੱਚੋਂ ਕੋਈ ਗੁਰਮਤ ਨਿਕਲਦੀ ਹੈ। ਮਹਾਰਾਜ ਜੀ ਨੇ ਜੋ ਵੀ ਕਰਮ ਕੀਤਾ ਉਹ ਗੁਰਮਤ ਦਰਸਾਉਣ ਲਈ ਕੀਤਾ, ਉਹ ਸਤਿਗੁਰੂ ਨੇ ਕਿਰਪਾ ਕਰਕੇ ਦਰਸਾਈ। ਆਪਾਂ ਯਤਨ ਕਰੀਏ ਜਿਹਦੇ ਚੋਂ ਇੱਕ ਗੱਲ ਵੀ ਸਮਝ 'ਚ ਆ ਜਾਏ ਕਿ ਸਿੱਖ ਵਾਸਤੇ ਦਾਜ ਲੈਣਾ ਦੇਣਾ ਪਾਪ ਹੈ, ਸਿੱਖ ਵਾਸਤੇ ਹੋਰ ਮਰਜ਼ਾਦਾ ਨਾਲ ਕੁਝ ਕਰਨਾ ਉਹ ਵੀ ਪਾਪ ਹੈ ਇਤਿਆਦਿਕ। ਹੁਣ ਵਿਆਹ ਹੀ ਸਰਵ ਧਰਮ ਸੰਮੇਲਨ ਬਣਿਆ ਫਿਰਦਾ, ਮਾਫ ਕਰਿਓ। ਉਹ ਮੁੰਦੀ ਜੇ ਵੀ ਪਾਉਣੀ ਪੈਂਦੀ ਹੈ, ਰਿੰਗ ਸੈਰੇਮਨੀ, ਹੋਰ ਕਿੰਨਾ ਕੁਛ, ਉਹ ਆਪਣੇ ਵਿੱਚ ਹੈ ਨਹੀਂ। ਆਪਣੇ ਵਿੱਚ ਕੇਵਲ ਆਨੰਦ ਕਾਰਜ ਲਾਵਾਂ ਹਨ। ਉਹ ਆਪਾਂ ਮਹਾਰਾਜ ਜੀ ਦੇ ਵਿਆਹ ਤੋਂ ਜੇ ਸਿੱਖ ਲਈਏ ਫਿਰ ਇਹ ਪੁਰਬ ਮਨਾਇਆ ਸਾਡੇ ਵਾਸਤੇ ਸਫਲਾ ਤੇ ਧੰਨਤਾ ਦੇ ਯੋਗ ਹੈ। ਤੁਸੀਂ ਸਾਰਿਆਂ ਰਲ ਮਿਲ ਕੇ ਇਹ ਪ੍ਰੋਗਰਾਮ ਕੀਤਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ।
ਗੁਰੂ ਸਾਹਿਬ ਜੀ ਦਾ ਸ਼ੁਕਰ ਕਰਦਾ ਖਿਮਾ ਦਾ ਜਾਤ ਖਾਂ। ਸਾਰੇ ਅਸੀਸ ਬਖਸ਼ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।